जले हरी थले हरी। जले हरी थले हरी। जल विच हुक्म का निवास है। हरी ਨੂੰ ਇੱਥੇ ਹੁਕਮ ਲਵਾਂਗੇ ਅਸੀਂ। हर जोत हो हरि हुक्म। हुक्म करके सर्वव्यापी है। सूरज जोत करके और प्रताप करके सर्वव्यापी है सब जगह। ਉਹਦਾ ਨਿੱਘ हर जगह है, ਉਹਦੀ गर्मी हर जगह है, ਉਹਦੀ लाइट हर जगह है, पर सूरज भावें ਇੱਕੋ जगह है। सूरज ਦਾ ਜਿੱਥੇ ਹੈ ਉੱਥੇ ਹੀ ਹੈ। ਸਾਰੇ ਸਰੀਰ ਦੇ ਵਿੱਚ ਜੋਤ ਵਿਆਪਕ ਹੈ। ਜੋਤ ਹੋਰ ਚੀਜ਼ ਹੈ, ਇੱਛਾ ਹੋਰ ਚੀਜ਼ ਹੈ, ਇੱਛਾ ਸ਼ਕਤੀ ਉਹਦੀ ਹੋਰ ਚੀਜ਼ ਹੈ, ਆਪ ਹੋਰ ਚੀਜ਼ ਹੈ। ਹੁਣ ਜੇ ਪੱਥਰ ਦੇ ਵਿੱਚ ਅਸੀਂ ਹਰੀ ਮੰਨ ਲਈਏ, ਪੱਥਰ ਦੇ ਜੀਵ ਹੁੰਦਾ ਨਹੀਂ, ਫਿਰ ਗੁਰਬਾਣੀ ਕਹਿੰਦੀ ਹੈ ਇੱਥੇ ਕਹਾਂ ਹੋਊਗਾ। ਥਲ ਵੀ ਜ਼ਮੀਨ ਮਿੱਟੀ ਕੀ, ਜੇ ਮਿੱਟੀ ਦੀ ਮੂਰਤੀ ਬਣਾ ਲਈਏ ਉਹ ਚ ਹਰੀ ਹੋਊਗਾ। ਮਿੱਟੀ ਪੱਥਰ ਕੋਈ ਗੱਲ ਹੈ, ਪਰ ਹੁਕਮ ਹੈ ਉੱਥੇ ਜ਼ਰੂਰ। ਹੁਕਮ ਦੀ ਬੱਤੀ ਹੈ। ਮਿੱਟੀ ਦੇ ਐਟਮ ਇਕੱਠੇ ਤਾਂ ਨੇ ਜਿੰਨਾ ਚਿਰ ਹੁਕਮ ਹੈ। ਜੇ ਡੋਰ ਖਿੱਚ ਲਈ ਐਟਮ ਕੱਲਾ ਕੱਲਾ ਹੋ ਜਾਊ। ਸ਼ਕਤੀ ਉਹਦੇ ਕੰਮ ਕਰਦੀ ਹੈ ਉੱਥੇ ਜ਼ਰੂਰ। ਉਹ ਸਾਰੇ ਐਟਮ ਜੇ ਸਤ ਉਹਨਾਂ 'ਚ ਪ੍ਰੇਮ ਹੈ, ਪ੍ਰੇਮ ਦੇ ਖਿੱਚੇ ਹੋਏ ਇਕੱਠੇ ਨੇ। ਧਰਤੀ ਜੜ ਹੈ ਜਿਹੜੀ, ਇਹ ਪ੍ਰੇਮ ਦੀ ਇਕੱਠੀ ਹੈ, ਰੱਖਿਆ ਹੋਇਆ ਪ੍ਰੇਮ ਹੈ, ਤਾਂ ਐਟਮ ਇਕੱਠੇ ਨੇ। ਕਿ ਜਗ੍ਹਾ ਜੇ ਪ੍ਰੇਮ ਟੁੱਟ ਜਾਏ ਇਹਨਾਂ ਦਾ ਤਾਂ ਬਿਖਰ ਜਾਣਗੇ। ਉਹਨੇ ਆਪਣੀ ਸ਼ਕਤੀ ਨਾਲ ਇਕੱਠੇ ਰੱਖੇ ਨੇ। ਇਹ ਡੋਰ ਖਿੱਚ ਲੈਂਦਾ ਫਿਰ ਕਿਉਂ ਸਭ ਹੋ ਜਾਂਦਾ। ਪ੍ਰੇਮ ਦੀ ਡੋਰ ਖਿੱਚ ਲੈਂਦਾ ਉਹ ਵਿੱਚੋਂ। ਪ੍ਰੇਮ ਦੀ ਡੋਰ ਹੁੰਦੀ ਹੈ। ਜੜ 'ਚ ਪ੍ਰੇਮ ਕਿਹਾ ਜਾਂਦਾ। ਹਾਂ, ਜੜ 'ਚ ਪ੍ਰੇਮ ਕਿਹਾ ਜਾਂਦਾ। ਹੁਕਮ ਹੈ ਪ੍ਰੇਮ। ਉਹਦਾ ਕੀ ਹੈ? ਉਹ ਚਾਹੁੰਦਾ ਵੀ ਇਕੱਠਾ ਰਹੇ, ਇਕੱਠਾ। ਇੱਛਾ ਸ਼ਕਤੀ ਸਾਰੇ ਕੰਮ ਕਰਦੀ ਹੈ, ਜੜ ਵਿੱਚ ਵੀ ਚੇਤਨ ਵਿੱਚ ਵੀ। ਚੇਤਨ ਵਿੱਚ ਵੀ ਇੱਛਾ ਸ਼ਕਤੀ ਉਹਦੀ ਹੁਕਮ ਕਰਦੀ ਹੈ। ਉਹਦੀ ਇੱਛਾ ਜਿਹੜੀ ਹੈਗੀ ਹੈ ਉਹ ਸਾਡੀ ਜਿਹੜੀ ਪ੍ਰੇਰਣਾ ਅੰਦਰੋਂ ਹੁੰਦੀ ਹੈ, ਅਸਲ 'ਚ ਉਹਦੀ ਇੱਛਾ ਹੈ। ਬਹੁਤੀ ਵਾਰ ਉਹਦੀ ਇੱਛਾ। ਤਿਰਕੁਟੀ 'ਚੋਂ ਜਿਹੜਾ ਸਾਡਾ ਫੁੱਲ ਉੱਠਦਾ ਉਹ ਸਾਡੀ ਆਪਣੀ ਇੱਛਾ ਹੁੰਦੀ ਹੈ। ਹਿਰਦੇ 'ਚੋਂ ਜਿਹੜਾ ਉੱਠਦਾ ਉਹ ਉਹਦੀ ਇੱਛਾ ਹੁੰਦੀ। ਹਰੀ ਦੀ ਇੱਛਾ। ਉਹ ਚਾਹੇ ਨੁਕਸਾਨ ਕਰਾਉਣ ਵਾਲੀ ਵੀ ਹੋਵੇ ਕਈ ਵਾਰ, ਚਾਹੇ ਕਿਸੇ ਨੂੰ ਮਾਰਨ ਵਾਲੀ ਵੀ ਹੋਵੇ ਕਿਸੇ ਵਾਰ, ਕਿਸੇ ਵੇਲੇ, ਪਰ ਹੁੰਦੀ ਉਹਦੀ ਹੈ। ਤਾਂ ਹੀ ਤਾਂ ਪੁੰਨ ਪਾਪ ਨਹੀਂ ਲੱਗਦਾ ਸਾਨੂੰ। ਭਲਾ ਕਰਨ ਵਾਲੀ ਹੋਵੇ ਚਾਹੇ ਬੁਰਾ ਕਰਨ ਵਾਲੀ ਹੋਵੇ, ਉਹਦੀ ਹੁੰਦੀ ਹੈ। ਜੇ ਉਹਨੇ ਉਹਨੂੰ ਮਾਰਨਾ ਤਾਂ ਉੱਥੇ ਇੱਛਾ ਪੈਦਾ ਕਰ ਦਿੰਦਾ ਵੀ ਇਹਨੂੰ ਮਾਰ ਦੇ। ਜੇ ਬਚਾਉਣਾ ਹੋਵੇ ਤਾਂ ਬਚਾ ਦਿੰਦਾ। ਮੱਖੀ ਨੂੰ ਅਸੀਂ ਮਾਰ ਵੀ ਦਿੰਦੇ ਹਾਂ, ਕਿਤੇ ਪਾਣੀ ਚੋਂ ਕੱਢ ਕੇ ਬਾਹਰ ਵੀ ਛੱਡ ਦਿੰਦੇ। ਜਿਉਂਦੀ ਨੂੰ ਉਹ ਤਾਂ ਪ੍ਰੇਰਣਾ ਸਾਨੂੰ ਇਹ ਜੀ ਮੈਨੂੰ ਬਾਹਰ ਕੱਢਦੀ। ਕਦੋਂ ਅਸੀਂ ਚੰਗੀ ਭਲੀ ਨੂੰ ਮਾਰ ਦਿੰਦੇ ਤੇ ਗੁੱਸਾ ਆ ਜਾਂਦਾ। ਇਹ ਗੱਲ ਹੁਕਮ ਅੰਦਰ ਸਭ ਕੁਝ ਇਹ ਆਦਮੀ ਹੁਕਮ ਦੇ ਵਿੱਚ ਹੈ। ਕਿਆ ਜੜ ਕਿਆ ਚੇਤਨ, ਕਿਆ ਜੜ ਕਿਆ ਚੇਤਨ। ਬਸ ਇਹਨਾਂ ਜਿਹੜਾ ਜੜ ਹੈ ਬੱਧਾ ਹੋਇਆ। ਚੇਤਨ ਪ੍ਰੇਰਣਾ ਨਾਲ ਬੱਧਾ ਹੋਇਆ, ਪ੍ਰੇਰਣਾ ਨਾਲ ਬੱਧਾ ਹੋਇਆ। ਜੜ ਵਿੱਚ ਪ੍ਰੇਰਣਾ ਹੁੰਦੀ ਨਹੀਂ। ਕੱਲ ਵੀ ਇਹੀ ਗੱਲ ਸੀ। ਜੜ ਬੱਧਾ ਹੋਇਆ, ਜਿਵੇਂ ਨਾਟ ਬੋਲਟ ਬੱਧੇ ਹੁੰਦੇ ਨੇ। ਇਹ ਢਿੱਲਾ ਹੋ ਜਾਏ ਐਕਸੀਡੈਂਟ ਹੋ ਜਾਂਦਾ। ਉਹ ਬੱਧਾ ਹੈ ਹੁਕਮ।
ਜੜ ਹੁਕਮ ਨਾਲ ਬੱਧਾ ਹੋਇਆ। ਜਿਵੇਂ ਅਸੀਂ ਕੋਈ ਚੀਜ਼ ਬੰਨ੍ਹ ਕੇ ਰੱਖਦੇ ਆ ਨਾ, ਝਾੜੂ ਬੰਨਿਆ ਹੋਇਆ ਤਾਂ ਇਕੱਠਾ ਹੈ, ਖੋਲ ਦੀ ਤੀਲ ਤੀਲ ਹੋ ਜਾਊਗਾ। ਹੁਕਮ ਦੀ ਬੰਦੀ ਧਰਤੀ ਹੈ, ਜੇ ਖੋਲਦੇ ਤਾਂ ਐਟਮੈਂਟ ਹੋ ਜਾਊਗਾ ਲਗਲ, ਜਿਵੇਂ ਝਾੜੂ ਦੀ ਤੀਲ ਤੀਲ ਹੋ ਜਾਂਦੀ ਹੈ। ਇਹ ਗੱਲ ਹੈ। ਜਲੇ ਹਰੀ ਥਲੇ ਹਰੀ, ਜਲੇ ਹਰੀ ਥਲੇ ਹਰੀ, ਜਲ ਦੇ ਵਿੱਚ ਵੀ ਹਰੀ ਹੈ। ਜਦੋਂ ਜਲ ਦੇ ਵਿੱਚ ਹਰੀ ਨਹੀਂ ਹੁੰਦਾ, ਭਾਵ ਬਣ ਕੇ ਸਮੁੰਦਰ ਉੱਡ ਜਾਂਦਾ, ਸਮੁੰਦਰ ਸੁੱਕ ਜਾਊਗਾ, ਕਿਤੇ ਹੋਰੇ ਚਲਾ ਜਾਊਗਾ। ਜਿੱਥੇ ਪਲੈਨਟਾਂ ਦੇ ਕਹਿੰਦੇ ਪਾਣੀ ਹੈਗਾ ਸੀ, ਹੁਣ ਹੈ ਨਹੀਂ। ਕਿਉਂ ਨਹੀਂ ਹੈ ਉੱਥੇ? ਜਿੰਨਾ ਜੇ ਚਾਹੁੰਦਾ ਸੀ ਉੱਥੇ ਰਿਹਾ, ਜਾਂ ਨਹੀਂ ਜਾਇਆ ਉੱਥੇ ਨਹੀਂ ਰਿਹਾ। ਕਹਿੰਦੇ ਨਾ ਮੰਗਲ ਗ੍ਰਹਿ ਤੇ ਗਏ ਸੀ, ਉੱਥੇ ਐਵੇਂ ਲੱਗਦਾ ਵੀ ਪਹਿਲਾਂ ਪਾਣੀ ਦੇ ਦਰਿਆ ਚੱਲਦੇ ਸੀ, ਹੁਣ ਕਿਤੇ ਚਲਾ ਗਿਆ। ਕਿਉਂ ਨਹੀਂ ਹੈ ਉੱਥੇ? ਕੌਣ ਲੈ ਗਿਆ? ਪਹਿਲਾਂ ਕਿਉਂ ਸੀ, ਹੁਣ ਕਿਉਂ ਨਹੀਂ ਹੈ? ਬਸ ਇਹਦਾ ਕਿਉਂ ਜਵਾਬ ਉਹਦੀ ਇੱਛਾ। ਜੇ ਉਹਦੀ ਇੱਛਾ, ਸਾਡਾ ਸਮੁੰਦਰ ਉਹਦੀ ਇੱਛਾ ਤੇ ਹੈ, ਚਾਹੇ ਸਾਰੇ ਨੂੰ ਉਡਾ ਕੇ ਲੈ ਜੇ। ਆਦਮੀ ਦੇ ਬਸ ਕੀ ਹੈ? ਕੁਛ ਵੀ ਨਹੀਂ ਆਦਮੀ ਦੇ ਬਸ। ਜਿੰਨਾ ਚਿਰ ਉਹ ਚਾਹੁੰਦਾ ਜੀਵਨ ਹੈ, ਜਦ ਉਹ ਨਹੀਂ ਚਾਹੂਗਾ ਜੀਵਨ ਨਹੀਂ ਰਹੂਗਾ। ਥਲੇ ਹਰੀ, ਥਲੇ ਹਰੀ ਧਰਤੀ ਹੈ, ਜਿੱਥੇ ਸੁੱਕਾ ਹੈ ਉੱਥੇ ਵੀ ਉਹਦੀ ਸ਼ਕਤੀ ਕੰਮ ਕਰਦੀ ਹੈ। ਜਿੱਥੇ ਜਲ, ਜਲ ਵਿੱਚ ਵੀ ਉਹਦੀ ਸ਼ਕਤੀ ਕੰਮ ਕਰਦੀ ਹੈ। ਜਲ ਦੇ ਵਿੱਚ ਜੀਵ ਨੇ, ਉਹਨਾਂ ਨੂੰ ਵੀ ਰੋਜੀ ਉੱਥੇ ਮਿਲਦੀ ਹੈ, ਉਹਨਾਂ ਨੂੰ ਵੀ ਪ੍ਰੇਰਣਾ ਉੱਥੇ ਮਿਲਦੀ ਹੈ। ਪੌਦੇ ਨੇ, ਉਹਨਾਂ 'ਚ ਵੀ ਜਾਨ ਹੈ। ਇਹ ਨਹੀਂ ਵੀ ਜਲ ਦੇ ਵਿੱਚੋਂ ਡੁੱਬ ਜਾਂਦਾ ਹੈ, ਜਲ ਦੇ ਵਿੱਚ ਉਹਨੂੰ ਸਾਹ ਨਹੀਂ ਆਉਂਦਾ, ਕੋਈ ਨਹੀਂ ਫਰਕ ਪੈਂਦਾ। ਉਰੇ ਹਰੀ ਬਣੇ ਹਰੀ, ਉਰੇ ਹਰੀ, ਸਾਡੇ ਹਿਰਦੇ ਵਿੱਚ ਹਰੀ ਹੈ। ਉਰ ਹੁੰਦਾ ਹਿਰਦਾ, ਹਿਰਦੇ ਵਿੱਚ ਹਰ ਰਹਿੰਦਾ, ਹੁਕਮ ਰਹਿੰਦਾ ਨਾ, ਪ੍ਰੇਰਣਾ। ਆ ਜਿਹੜੀ ਬਨਸਪਤੀ ਇਹਦੇ ਵਿੱਚ ਵੀ ਹਰੀ ਹੈ। ਬਣੇ ਹਰੀ, ਬਣ ਬਨਸਪਤੀ, ਬਨਸਪਤੀ ਦੇ ਵਿੱਚ ਵੀ ਇਹ ਵੀ ਜੁਨੀਆਂ ਨੇ ਸਾਰੀਆਂ, ਸਾਰੀ ਬਨਸਪਤੀ ਜੁਨੀਆਂ ਨੇ। ਇਹਨਾਂ 'ਚ ਵੀ ਬਨਸਪਤੀ ਵਿੱਚ ਜਾਨ ਹੈ, ਪੱਥਰ 'ਚ ਜਾਨ ਨਹੀਂ। ਜੀਵ ਉੱਥੇ ਹੈ ਜਿੱਥੇ ਕੁਛ ਹਜਮ ਕਰਦਾ, ਖਾਂਦਾ, ਅੰਦਰੋਂ ਵੱਧਦਾ ਬਾਹਰ ਨੂੰ। ਜਿੱਥੇ ਉਧਰ ਹੈ ਤਹਿ ਜੀਓ, ਜੈ ਉਧਰ ਤਹਿ ਜੀਓ, ਕਬੀਰ ਨੇ ਫੈਸਲਾ ਕਰਤਾ। ਜਿੱਥੇ ਪੇਟ ਆਣਾ ਹਜਮ ਹੁੰਦਾ ਕੁਛ, ਉੱਥੇ ਹੈ ਹਰੀ। ਉਹ ਦੂਏ ਦਾ ਹਰੀ ਦਾ, ਹਰੀ ਦੂਏ ਰੂਪ 'ਚ, ਹੁਕਮ ਰੂਪ 'ਚ, ਕਿਤੇ ਕਿਤੇ ਗਿਰੇ ਹਰੀ ਗੁਫੇ ਹਰੀ, ਗਿਰੇ ਹਰੀ ਪਹਾੜਾਂ ਵਿੱਚ ਵੀ ਹੈ। ਗਿਰ ਪਹਾੜ ਨੂੰ ਕਹਿੰਦੇ, ਗੁਫੇ ਹਰੀ, ਗੁਫਾ ਹੋਵੇ ਪਹਾੜ ਦੇ ਵਿੱਚ, ਉੱਥੇ ਵੀ ਹੈ। ਹਰ ਜਗ੍ਹਾ ਹੈ ਹੁਕਮ। ਹੁਕਮ ਤੋਂ ਬਚਿਆ ਨਹੀਂ ਜਾ ਸਕਦਾ। ਹੁਕਮ ਆਉਂਦੇ ਹੈ, ਇਹ ਤੋਂ ਬਚਿਆ ਨਹੀਂ ਜਾ ਸਕਦਾ। ਤਾਂ ਹੀ ਕਿਹਾ ਨਾ, ਕੋਟਣਾ ਓਟਣਾ ਛੋਟਣਾ ਤੋਸਾ, ਕਰਤ ਵਿਕਾਰ ਦੋ ਕਰ ਝਾੜੋ। ਝਾੜ ਹੁਣ ਗੁਫਾ ਦੇ ਵਿੱਚ ਲੁਕ ਜਾ ਕੇ, ਉੱਥੇ ਕਿਹੜਾ ਨਹੀਂ ਮੌਤ ਹੋਣੀ। ਕਿਤੇ ਵੀ ਚਲਾ ਜਾਵੇ ਹੁਕਮ ਹਰ ਜਗ੍ਹਾ। ਜਮਣਾ ਮਰਨ ਹੁਕਮ ਹੈ। ਛਿਤੇ ਹਰੀ ਨਭੇ ਹਰੀ, ਹਾਂ, ਛਿਤੇ ਨਭ, ਛਿਤੇ ਧਰਤੀ ਨੂੰ ਕਹਿੰਦੇ ਨੇ। ਧਰਤੀ ਦੇ ਉੱਪਰ, ਧਰਤੀ ਹੈ ਨਾ, ਇਹਦੇ ਉੱਪਰ ਛਿਤੇ ਹਰੀ ਨਭੇ ਹਰੀ। ਨਵੇਂ ਆਕਾਸ਼ ਦੇ ਵਿੱਚ ਵੀ, ਆਕਾਸ਼ ਵੀ ਜੀ ਹੁੰਦੇ ਨੇ। ਕਿਟਾ ਮਤਲਬ ਜਿਹੜੇ ਮਰ ਜਾਂਦੇ ਨੇ ਨਾ ਆਤਮਾਵਾਂ, ਉਹਨਾਂ ਦਾ ਆਕਾਸ਼ ਨਾਲ ਸੰਬੰਧ ਰਹਿੰਦਾ। ਆਕਾਸ਼ ਦੇ ਥਰੂ ਉਹ ਜਾ ਕੇ ਫਿਰ ਜਿਵੇਂ ਫਲ ਨੇ, ਫਲਾਂ ਦੇ ਵਿੱਚ ਪ੍ਰਵੇਸ਼ ਕਰਦੇ। ਹੁਣ ਅੰਨ ਦੇ ਦਾਣੇ ਨੇ, ਸਾਰਿਆਂ ਜੀ ਨੇ ਜਾਣਾ, ਜੀਵਨ। ਉਹਨਾਂ ਨੂੰ ਕਹਿੰਦੇ ਨੇ ਭੂਤ ਫਿਰਦੇ ਨੇ ਹਵਾ ਦੇ ਵਿੱਚ, ਉਹ ਆਤਮਾਵਾਂ ਹੀ ਨੇ ਨਾ। ਉਹ ਕਹਿੰਦਾ ਕਿਸੇ ਨੂੰ ਕੁਛ ਨਹੀਂ ਹੋਣਾ। ਉਹਨਾਂ ਨੇ ਕਿਸੇ ਨੂੰ ਕੀ ਕਹਿਣਾ? ਉਹਨਾਂ ਨੇ ਆਪਣੀ ਜਗ੍ਹਾ ਮੰਨ ਲੈਣੀਆਂ ਜਾ ਕੇ। ਜਿੰਨੇ ਹੁਣ ਦਾਣੇ ਹੋਣਗੇ ਅੰਨ ਦੇ, ਫਲ ਲੱਗਣਗੇ, ਹਰੇਕ ਦੇ ਵਿੱਚ ਜੀਵ ਨੇ ਤੇ ਜਾਣਾ ਹੀ। ਉਹ ਮਰਦੇ ਵੀ ਐਵੇਂ ਰਹਿੰਦੇ ਨੇ, ਜਾਂਦੇ ਵੀ ਐਵੇਂ ਰਹਿੰਦੇ ਨੇ। ਨਵੇਂ ਦਾ ਮਤਲਬ ਨਵਾਂ ਆਕਾਸ਼ ਨੂੰ ਕਹਿੰਦੇ ਨੇ।
ਇਹ ਨਵ ਹਿੰਦੀ ਦੇ ਵਿੱਚ ਕਹਿੰਦੇ ਨੇ ਆਕਾਸ਼ ਨੂੰ, ਛੇ ਧਰਤੀ ਨੂੰ ਕਹਿੰਦੇ ਨੇ। ਧਰਤੀ ਦੇ ਉੱਤੇ ਵੀ ਤਾਂ ਜੀਵ, ਮਤਲਬ ਧਰਤੀ 'ਚ ਵੀ ਤਾਂ ਪੈਦਾ ਹੁੰਦੇ ਨੇ, ਧਰਤੀ ਦੇ ਵਿੱਚ ਵੀ ਕੀੜੇ ਹੁੰਦੇ ਨੇ ਨਾ। ਇਹਾਂ ਹਰੀ ਉਹਾਂ ਹਰੀ, ਇੱਥੇ ਵੀ ਹਰੀ ਹੈ, ਕਿਤੇ ਹੋਰ ਚਲੇ ਜਾਓ ਉੱਥੇ ਵੀ ਹੈ। ਕਹਿਣਾ ਤਾਂ ਸਰਵ ਵਿਆਪੀ ਹੈ, ਹੁਕਮ ਸਰਵ ਵਿਆਪੀ ਹੈ। ਜਿਮੀ ਹਰੀ ਜਮਾ ਹਰੀ। ਦੇਖੋ ਜਿਮੀ ਹਰੀ ਜਮਾ ਹਰੀ ਦੁਬਾਰਾ ਕਹਿਤਾ। ਧਰਤੀ ਆਕਾਸ਼ ਉਹ ਉਹਨਾਂ ਦੀ ਮੁਸਲਮਾਨੀ ਭਾਸ਼ਾ ਹੈ, ਉਹ ਹਿੰਦੀ ਭਾਸ਼ਾ ਸੀ। ਛੇਤੇ ਹਰੀ ਨਵੇਂ ਹਰੀ ਸੰਸਕ੍ਰਿਤ ਦੀ ਭਾਸ਼ਾ ਸੀ ਹਿੰਦੂਆਂ ਦੀ, ਉਹ ਮੁਸਲਮਾਨਾਂ ਦੀ ਭਾਸ਼ਾ ਜਾਂ ਦੋਹਾਂ ਦਾ ਅਰਥ ਕੋਈ ਹੈ। ਅਲੇਖ ਹਰੀ ਅਭੇਖ ਹਰੀ। ਹਰੀ ਦਾ ਭੇਖ ਨਹੀਂ ਕੋਈ ਹੈ, ਭੇਖ ਨਹੀਂ ਕੋਈ ਹੈ। ਅਲੇਖ ਹੈ ਕਿ ਅਰੇਖ ਹੈ? ਅਲੇਖ। ਹਾਂ, ਹੁਣ ਤਿੰਨ ਪਤੇ ਦਾ ਉਤਲੇ ਕਹਿਤਾ ਵੀ ਜਿੱਥੇ ਸਰਵਿਆਪੀ ਵਾਂਗੂ ਕਹਿਤਾ। ਪਰ ਸਵਾਲ ਇਹ ਵੀ ਫਿਰ ਸਾਡੇ ਪਕੜ ਕਿਉਂ ਨਹੀਂ ਹੁੰਦਾ, ਦੀਦਾ ਕਿਉਂ ਨਹੀਂ ਸਾਨੂੰ? ਹੈ ਹਰ ਜਗ੍ਹਾ, ਸਾਨੂੰ ਕਿਤੇ ਵੀ ਨਹੀਂ ਲੱਭਦਾ। ਲੋਕ ਲੱਭਦੇ ਕਿਉਂ ਫਿਰਦੇ ਨੇ? ਉਹ ਕਹਿੰਦੇ ਲਿਖਤ ਤੋਂ ਬਾਹਰ ਹੈ, ਲਿਖਤ ਤੋਂ ਪਰੇ ਹੈ। ਜਿੰਨੇ ਗ੍ਰੰਥ ਨੇ ਹਰੀ ਉਹ ਤੋਂ ਪਰੇ ਹੈ ਲਿਖਤਾਂ ਤੋਂ, ਜਾਂ ਹਰ ਲਿਖਤਾਂ ਤੋਂ ਪਰੇ ਹੈ। ਫਿਰ ਅਸੀਂ ਪੋਥੀਆਂ 'ਚ ਕੀ ਲੱਭਦੇ ਹਾਂ? ਸਵਾਲ ਇਹ ਪੈਦਾ ਹੁੰਦਾ ਹੈ ਵੀ ਪੋਥੀਆਂ 'ਚ ਜਾਂ ਗੁਰੂ ਗ੍ਰੰਥ ਸਾਹਿਬ 'ਚ ਕੀ ਲੱਭਦੇ ਹਾਂ? ਅਸੀਂ ਲੱਭਦੇ ਉਹਦਾ ਆਹੀ ਤਾਂ ਦੱਸਿਆ ਹੋਇਆ ਹੈ ਵੀ ਕਿੱਥੇ ਆ, ਉਹ ਉਹੀ ਦੱਸਿਆ, ਉਹਦਾ ਐਡਰੈਸ ਦੱਸਿਆ ਹੋਇਆ, ਜੋ ਉਹਦਾ ਐਡਰੈਸ ਲੱਭਦੇ ਹਾਂ। ਇਹ ਤਾਂ ਉਹਦੀ ਪ੍ਰਾਪਤੀ ਦਾ ਸਾਧਨ ਹੈ, ਉਹ ਨਹੀਂ ਹੈਗਾ ਵਿੱਚ। ਫੇਰ ਵੀ ਜੇ ਸਭ ਕੁਝ ਹੈ ਤਾਂ ਉਹਦੀ ਪ੍ਰਾਪਤੀ ਕਿਵੇਂ ਹੈ? ਉਹਦੇ ਨਾਲ ਮਿਲਾਪ ਕਿਵੇਂ ਹਰੀ ਨਾਲ? ਇਹ ਤਾਂ ਉਹ ਗਿਆਨ ਦੱਸਿਆ ਵੀ ਇੰਨਾ ਕੁਛ ਹੁੰਦੇ ਹੋਏ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਕਰੀਏ। ਫਿਰ ਤਾਂ ਇਹ ਗੱਲ ਦੱਸੀ ਹੋਈ ਹੈ, ਜੋ ਹੋਰ ਕੁਛ ਨਹੀਂ, ਹਰੀ ਨਹੀਂ ਹੁੰਦਾ ਇਹਦੇ ਵਿੱਚ। ਗ੍ਰੰਥਾਂ 'ਚ ਨਹੀਂ ਹਰੀ ਹੁੰਦਾ, ਚੇਤਨ ਨਹੀਂ ਹੁੰਦਾ ਗ੍ਰੰਥਾਂ 'ਚ। ਜਿੱਥੇ ਚੇਤਨ ਹੁੰਦਾ ਉੱਥੇ ਭੁੱਖ ਲੱਗਦੀ ਹੈ, ਜਿੱਥੇ ਚੇਤਨ ਹੁੰਦਾ ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਪਸੀਨਾ ਆਉਂਦਾ ਹੈ। ਗ੍ਰੰਥਾਂ 'ਚ ਨਹੀਂ ਹੁੰਦਾ ਹੈਗਾ। ਜਿਹੜੇ ਇਹ ਮੰਨਦੇ ਨੇ ਗ੍ਰੰਥਾਂ 'ਚ ਏਸੀ ਲਾਉਂਦੇ ਨੇ ਮੂਰਖ ਨੇ, ਜਾਂ ਪੱਖੇ ਲਾਉਂਦੇ ਨੇ ਮੂਰਖ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਗੱਲ ਕੀ ਹੈ। ਉਹ ਗ੍ਰੰਥ ਪੜ੍ਹਦੇ ਨਹੀਂ, ਏਸੀ ਲਾਉਣ ਲੱਗੇ। ਬਸ ਇਹ ਮੰਨ ਲਈ ਪ੍ਰਗਟ ਕਰਾਂਗੇ ਦੇ ਤਾਂ ਡੈਡ ਬੋਡੀ ਵੀ ਹੋ ਸਕਦੀ ਹੈ। ਗੁਰਾਂ ਕੀ ਦੇ ਤਾਂ ਡੈਡ ਬੋਡੀ ਵੀ ਹੋ ਸਕਦੀ ਹੈ। ਹੁਣ ਵੀ ਤਾਂ ਦੇ ਗਏ ਨੇ। ਇਹ ਅਗਿਆਨਤਾ ਦਾ ਇੱਕ ਹੱਦ ਐਕਸਟ੍ਰੀਮ ਹੈ ਅਗਿਆਨਤਾ ਦੀ। ਏਸੀ ਲਾਉਣਾ, ਪੱਖੇ ਲਾਉਣਾ, ਇਹ ਸਮਝ ਲਓ ਵੀ ਇਹ ਤੋਂ ਘੋਰ ਅਗਿਆਨਤਾ, ਤੋਂ ਪਰੇ ਅਗਿਆਨਤਾ ਨਹੀਂ ਹੋ ਸਕਦੀ। ਉਹਨਾਂ ਨੂੰ ਸਮਝ ਆਇਆ ਨਹੀਂ ਸਕਦਾ ਕੀ ਉਹਨਾਂ ਨੂੰ ਸਮਝ। ਉਹ ਜੜ ਬੁੱਧੀ ਉਹਨਾਂ ਦੀ ਪੱਥਰ ਹੁੰਦੀ। ਇੱਕ ਤਾਂ ਪੱਥਰ ਪੂਜਦਾ, ਇੱਕ ਆਪੇ ਪੱਥਰ ਹੈ। ਪੱਥਰ ਪੂਜਣਾ ਕਮ ਨੂੰ ਇਹ ਤਾਂ ਪਤਾ ਵੀ ਇਹ ਪੱਥਰ ਹੈ। ਜਿਹੜਾ ਆਪੇ ਪੱਥਰ ਹੈ ਉਹਨੂੰ ਤਾਂ ਪੱਥਰ ਦੀ ਵੀ ਪਛਾਣ ਵੀ ਇਹ ਪੱਥਰ ਹੈ। ਉਹ ਤਾਂ ਪੱਥਰ ਨੂੰ ਆਪ ਤੋਂ ਵਧੀਆ ਸਮਝਦਾ ਹੈ। ਇੱਕ ਤਾਂ ਪੱਥਰ ਨੂੰ ਪੱਥਰ ਮੰਨ ਕੇ ਪੂਜਦਾ, ਇੱਕ ਪੱਥਰ ਨੂੰ ਆਪ ਨੂੰ ਚੰਗਾ ਮੰਨ ਕੇ ਪੂਜਦਾ। ਉਹ ਜਿਹੜਾ ਤੂੰ ਚੇਤਨਾ ਤੇਰੇ ਨੂੰ ਚੰਗਾ ਕਿਵੇਂ ਹੋ ਗਿਆ? ਪੱਥਰ ਚਾਹੇ ਮੂਰਤੀ ਕਿਸੇ ਦੀ ਵੀ ਹੋਵੇ। ਇਹ 'ਚ ਗਿਆਨ ਹੈ, ਸਾਡੇ ਕੋਲੋਂ ਗਿਆਨ ਹੈ ਨਹੀਂ। ਇਸ ਕਰਕੇ ਸਾਡੇ ਨੂੰ ਸੁਪੀਰੀਅਰ ਹੈ, ਅਸੀਂ ਇਹਨੂੰ ਮੰਨਦੇ ਹਾਂ। ਸਾਡੇ ਕੋਲ ਚੀਜ਼ ਗਿਆਨ ਹੈ ਨਹੀਂ ਜਿਹੜਾ ਇਹਦੇ 'ਚੋਂ ਮਿਲਣਾ। ਜਿਹਦੇ ਕੋਲ ਚੀਜ਼ ਮਿਲੇ ਸਾਡੇ ਕੋਲ ਨਾ ਹੋਵੇ, ਉਹਦੀ ਕਦਰ ਫਿਰ ਕਦੀ ਦੀ ਹੁੰਦੀ ਹੈ। ਇਸ ਗੱਲ ਦੀ ਕਦਰ ਹੈ। ਇਹਦੇ ਵਿੱਚ ਤਾਂ ਹੈ ਨਹੀਂ ਉਹ। ਫਿਰ ਜਾਂ ਲੇਖ ਦੇ ਵਿੱਚੇ ਨਹੀਂ, ਲਿਖਤ ਵਿੱਚੇ ਨਹੀਂ ਹੈ ਉਹ। ਇਹ ਅੱਖਰ ਖਰ ਜਾਏਂਗੇ, ਉਹ ਅਖਰ ਇਨਮੇ ਨਾ ਹੈ। ਤਾਂ ਕਬੀਰ ਨੇ ਕਹਿਤੀ ਸੀ ਗੱਲ ਵੀ ਜੋ ਮੈਂ ਅੱਖਰ ਲਿਖ ਦਿੱਤੇ ਇਹਦੇ ਵਿੱਚ ਨਾ ਪੜ ਲਿਓ, ਕਿਤੇ ਇਹਦੇ ਵਿੱਚੋਂ ਲੱਭ ਲਾਂਗੇ ਅਸੀਂ। ਜੋ ਬੋਲਿਆ ਜਾਂਦਾ ਉਹ 'ਚ ਵੀ ਨਹੀਂ ਹੁੰਦਾ, ਉਹ 'ਚ ਵੀ ਗਿਆਨ ਨਹੀਂ ਹੁੰਦਾ। ਉਹ ਕੀ ਹੈ ਫਿਰ? ਉਹਦਾ ਬਿਨਾਂ ਕੰਨਾਂ ਤੇ ਜਾਂ ਸੁਣਦਾ ਉਹ ਹੁੰਦਾ। ਉਹ ਜਿਹੜੀ ਬਾਣੀ ਸੁਣਦੀ ਹੈ ਨਾ ਬਿਨਾਂ ਕੰਨਾਂ ਤੇ, ਉਹੀ ਉਹ ਹੁੰਦਾ।
ਬਾਕੀ ਤਾਂ ਉਹਦੇ ਬਾਰੇ ਗਿਆਨ ਹੈ ਦੱਸਿਆ ਹੋਇਆ, ਉਹ ਤਾਂ ਮਿਲੂਗਾ ਡਾਇਰੈਕਟ ਕਿਸੇ ਨੂੰ ਜੇ ਮਿਲੂਗਾ। ਇਹ ਦੱਸਿਆ ਹੋਇਆ ਵੀ ਐਂ ਮਿਲਦਾ ਹੁੰਦਾ, ਜਿਹਨੂੰ ਮਿਲਿਆ ਉਹਨੇ ਦੱਸਿਆ ਵੀ ਇਹ ਤਰੀਕਾ ਯੁਕਤ ਹੈ। ਲੋਕ ਹੋਰ ਤਰੀਕੇ ਕਰਦੇ ਤੇ ਗਲਤ ਤਰੀਕੇ ਉਹ ਦੱਸਦੇ ਵੀ ਇਹ ਤਰੀਕੇ ਗਲਤ ਨੇ, ਆਹ ਤਰੀਕਾ ਠੀਕ ਹੈ। ਬਸ ਇੰਨਾ ਹੀ ਫਰਕ ਹੈ ਵੀ ਕਾਮਯਾਬ ਆਹ ਤਰੀਕਾ ਹੋਇਆ, ਆਹ ਵਿਧੀ ਕਾਮਯਾਬ ਹੋਈ ਹੈ, ਕਾਮਯਾਬ ਹੋਈ ਆ ਗੁਰਮਤਿ ਵਾਲੀ ਵਿਧੀ। ਇਹ ਵਿਧੀ ਸੁਣ ਕੇ ਜੱਟ ਨੂੰ ਉੱਠ ਭਗਤੀ ਲੱਗਾ, ਉਹ ਵਿਧੀ ਹੈ ਤਾਂ ਗੁਰਬਾਣੀ ਦੇ ਵਿੱਚ ਸਾਨੂੰ ਮਿਲਣ ਦੀ ਪ੍ਰਾਪਤੀ ਦੀ ਵਿਧੀ ਹੈ। ਗੁਰਬਾਣੀ ਵਿੱਚ ਨਹੀਂ ਹੈ ਕੁਝ, ਗੁਰਬਾਣੀ ਗਿਆਨ ਹੈ, ਵਿਧੀ ਹੈ। ਬਸ ਜੇ ਕੁਛ ਹੈ ਤਾਂ ਵਿਧੀ ਹੈ, ਵਿਧੀ ਕਰਨੀ ਪਊ, ਸਾਨੂੰ ਸਮਝਣੀ ਪਊਗੀ, ਫਿਰ ਕਰਨੀ ਪਊਗੀ। ਵਿਧੀ ਨਾਲ ਉਹ ਪ੍ਰਾਪਤੀ ਵੀ ਹੋ ਜੂਗੀ। ਕੁਛ ਕਰਨਾ ਪਊ ਸਮਝ ਕੇ, ਜੋ ਸਮਝ ਲਿਆ ਉਹੀ ਕਰਨਾ ਪਊ। ਜੇ ਕਿਸੇ ਨੇ ਪ੍ਰਾਪਤੀ ਕਰਨੀ ਹੈ, ਜੇ ਏਦਾਂ ਹੀ ਧੂਪ ਬੱਤੀ ਜਗਾਉਣੀ ਹੈ ਤਾਂ ਜਗਾਉਂਦੇ ਰਹੋ, ਫਿਰ ਤਾਂ ਪ੍ਰਾਪਤੀ ਹੈ ਨਹੀਂ ਕੁਛ ਵੀ। ਫਿਰ ਤਾਂ ਮੂਰਤੀ ਪੂਜਾ ਵਾਲੀ ਉਹ ਗੱਲ ਹੈ, ਜਿਵੇਂ ਮੂਰਤੀ ਪੂਜਾ ਵਾਲੇ ਕਰਦੇ, ਤੁਸੀਂ ਕਰੀ ਹੋ ਜਾਂਦੇ ਨੇ। ਲੱਭਦਾ ਕਿਸੇ ਨੂੰ ਕੀ ਹੈ? ਕੁਛ ਨਹੀਂ। ਹਕੀਕਤ ਹੈ ਕਿਸੇ ਨੂੰ ਕੁਛ ਨਹੀਂ ਲੱਭ ਰਿਹਾ, ਔਰ ਕੁਛ ਲੱਭਣ ਵਾਸਤੇ ਕਰ ਵੀ ਨਹੀਂ ਰਹੇ ਲੋਕ। ਮੁੱਗਾ ਵੀ ਦੁਨਿਆਵੀ ਨੇ, ਜਿਹੜੀਆਂ ਗੁਰਬਾਣੀ ਦੇ ਵਿੱਚ ਮੁੱਗਾ ਰਿਜੈਕਟ ਕੀਤੀਆਂ ਹੋਈਆਂ ਨੇ ਵੀ ਇਹ ਮਿਲਦੀਆਂ ਨਹੀਂ, ਹੁਣ ਏਦਾਂ ਮਿਲਦੀਆਂ ਨਹੀਂ, ਉਹ ਮੰਗਦੇ ਆ ਉੱਥੇ ਜਾ ਕੇ। ਉਹ ਤਾਂ ਏਦਾਂ ਮਿਲਦੀਆਂ ਨਹੀਂ, ਉਹ ਤਾਂ ਆਪੇ ਦੇਈ ਜਾਂਦਾ, ਉਹ ਬਿਨਾਂ ਹੀ ਮੰਗੇ ਦੇਈ ਜਾਂਦਾ ਸਾਰਿਆਂ ਨੂੰ। ਉਹਦੇ 'ਚ ਕੋਈ ਨਹੀਂ ਫਰਕ ਪੈਣਾ ਹੈ। ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦਾ ਨਹੀਂ ਕੋਈ ਫਰਕ ਪੈਂਦਾ ਹੁੰਦਾ ਇਸ ਗੱਲ ਨੂੰ। ਇਹ ਤਾਂ ਧਾਰਮਿਕ ਬੰਦਿਆਂ ਨੂੰ ਸਮਾਂ ਘੱਟ ਦਿੰਦਾ ਹੁੰਦਾ, ਜ਼ਹਿਰ ਹੈ ਇਹ ਜਿਹੜੀ ਜ਼ਹਿਰ ਹੈ ਨਾ ਮਾਇਆ ਦੀ, ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦਾ। ਉਹ ਆਪਣੇ ਬੰਦਿਆਂ ਨੂੰ ਜ਼ਹਿਰ ਘੱਟ ਦੇਈਦੀ ਹੈ। ਜੇ ਉਹਨਾਂ ਨੇ ਜ਼ਿਆਦਾ ਜ਼ਹਿਰ ਖਾਣੀ ਹੈ ਫਿਰ ਛੱਡ ਦੇਣ ਗੁਰਦੁਆਰੇ ਜਾਣਾ, ਸਮਾਂ ਗੁਰੂ ਨੂੰ ਮੰਨਣਾ ਹੀ ਛੱਡ ਦੇਣ, ਫਿਰ ਜ਼ਹਿਰ ਜ਼ਿਆਦਾ ਮਿਲ ਜੂਗੀ। ਜੇ ਜ਼ਿਆਦਾ ਜ਼ਹਿਰ ਲੈਣੀ ਹੈ ਅੰਗਰੇਜ਼ਾਂ ਨੂੰ ਬਥੇਰੀ ਮਿਲਦੀ ਹੈ ਨਹੀਂ। ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਕੋਲ ਤਾਂ ਮਾਇਆ ਜ਼ਿਆਦਾ ਹੈ। ਜੇ ਜ਼ਹਿਰੇ ਖਾਣੀਆਂ ਫਿਰ ਛੱਡ ਦਿਓ, ਫਿਰ ਬਾਗੀ ਹੋ ਜਾਓ। ਡਾਕਟਰ ਕੋਲ ਜਾਏਗਾ, ਡਾਕਟਰ ਦਾ ਸਲਾਹ ਦਊਗਾ ਇਹ ਚੀਜ਼ ਨਾ ਖਾ, ਡਾਕਟਰ ਤਾਂ ਇਹੀ ਸਲਾਹ ਦਊਗਾ ਵੀ ਨਾ ਇਹ ਤੇ ਤਾਂ ਨੁਕਸਾਨ ਹੋਊਗਾ, ਇਹ ਨਹੀਂ ਖਾਣੀ। ਭਗਤ ਸਾਰੇ ਹੀ ਗਰੀਬ ਹੋਏ ਨੇ ਜਿੰਨੇ ਵੀ ਸੀਗੇ। ਉਹ ਕਹਿੰਦੇ ਗਰੀਬੀ ਗਦਾ ਹਮਾਰੀ, ਇਹ ਗਰੀਬੀ ਦੀ ਗਦਾ ਨਾਲੇ ਪਾਰ ਹੁੰਦਾ। ਇਹ ਮਨ ਜਿੱਤਿਆ ਜਾਂਦਾ, ਉਦਾਂ ਨਹੀਂ ਜਿੱਤਿਆ ਜਾਂਦਾ। ਅਸੀਂ ਤਾਂ ਉਲਟਾ ਰਸਤਾ ਫੜ ਲਿਆ। ਔਰ ਰਵਿਦਾਸ ਨੇ ਕੀ ਕਿਹਾ? ਹਰ ਸਿਓ ਹੀਰਾ ਛੱਡ ਕੇ ਹਰਦਿਓ ਗੱਲ ਚੱਲਦੀ ਹੈ ਨਾ ਹਰੀ ਦੀ। ਹਰ ਸਿਓ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇਰੇ ਨਾਲ ਦੋਜ਼ਖ ਜਾਏਂਗੇ ਸੱਚ ਭਗਤ ਰਵਿਦਾਸ। ਕਹਿੰਦਾ ਸੱਚ ਗੱਲ ਕਹਾ ਸਾਰੇ ਦੋਜ਼ਖ ਜਾਣਗੇ। ਜਿਹੜੇ ਹਰ ਨੂੰ ਛੱਡ ਕੇ ਹੋਰ ਕਿਸੇ ਚੀਜ਼ ਦੀ ਆਸ ਰੱਖਣਗੇ, ਜਿਹੜੇ ਗੁਰਦੁਆਰੇ ਜਾ ਕੇ ਹਰ ਨੂੰ ਛੱਡ ਕੇ ਹੋਰ ਕਿਸੇ ਚੀਜ਼ ਦੀ ਆਸ ਰੱਖਦੇ ਨੇ, ਦੋਜ਼ਖ ਜਾਣਗੇ ਹੀ ਜਾਣਗੇ। ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਤਾਂ ਉਹਦਾ ਕਹਿੰਦਾ ਦੋਜ਼ਖ ਜਾਣਗੇ। ਤੁਸੀਂ ਉਹ ਤੋਂ ਹੋਰੇ ਕੁਝ ਬੋਲਦੇ ਹੋ ਜਾ ਕੇ। ਇਹਦਾ ਮਤਲਬ ਤੁਸੀਂ ਕੁਛ ਨਹੀਂ ਮੰਗਦੇ ਹੋਰ ਉਹ ਤੋਂ ਜਾ ਕੇ। ਜਿਹੜੇ ਗੁਰਦੁਆਰੇ ਅਰਦਾਸਾਂ ਕਰਾਉਂਦੇ ਨੇ, ਦੋਜ਼ਖ ਦੀ ਅਰਦਾਸ ਹੁੰਦੀ ਆ, ਉਹ ਹੋਰ ਨਹੀਂ ਕਰਦੇ ਦੀ ਹੁੰਦੀ। ਕਰੇ ਆਨ ਕੀ ਆਸ ਹੈ, ਆਸ ਹੈ ਲਿਖਿਆ, ਮਿਲਦਾ ਨਹੀਂ ਹੈ। ਮਿਲਿਆ ਨਹੀਂ ਲਿਖਿਆ ਹੋਇਆ, ਮਿਲਦਾ ਕੁਛ ਨਹੀਂ, ਆਸ ਹੈ ਸਿਰਫ। ਇਹ ਆਸ ਦੋਜ਼ਖ ਲੈ ਜਾਂਦੀ ਹੈ, ਜਿਹੜੀ ਅਸੀਂ ਆਸ ਰੱਖ ਕੇ ਗੁਰਦੁਆਰੇ ਜਾਂਦੇ ਹਾਂ। ਮਿਲਦਾ ਫਿਰ ਵੀ ਨਹੀਂ, ਇਹ ਭੁਲੇਖਾ ਹੈ। ਕਰੇ ਆਨ ਕੀ ਆਸ ਕਹਿ ਰਿਹਾ ਨਾ, ਹਰ ਸਿਓ ਹੀਰਾ ਛੱਡ ਕੇ ਕਰੇ ਆਨ ਕੀ ਆਸ। ਹੋਰ ਕਿਸੇ ਚੀਜ਼ ਦੀ ਆਸ ਰੱਖ ਕੇ ਜੇ ਗੁਰਦੁਆਰੇ ਜਾਂਦਾ ਹੈ ਜਾਂ ਅਰਦਾਸ ਕਰਾਉਂਦਾ ਹੈ, ਇਹ ਸੱਚੀ ਗੱਲ ਹੈ ਕਿ ਦੋਜ਼ਖ ਜਾਊਗਾ। ਪ੍ਰਾਪਤੀ ਨੂੰ ਉਹ ਦੋਜ਼ਖ ਦੀ ਅਰਦਾਸ ਹੋ ਰਹੀ ਹੈ, ਅਸਲ 'ਚ ਦੋਜ਼ਖ ਦੀ ਭੁੱਖ ਹੈ। ਉਹਦੇ ਬੱਟੇ ਜੋ ਕਰਦਾ ਅਰਦਾਸ, ਦੋਜ਼ਖ ਮਿਲ ਜਾਣਾ ਉਹਨੂੰ। ਉਹ ਮਿਲੇ ਚਾਹੇ ਨਾ ਮਿਲੇ, ਜਿਹੜੀ ਅਰਦਾਸ ਕਰਨ ਗਿਆ ਦੋਜ਼ਖ ਝੂਠ ਮਿਲੂਗਾ। ਉਹ ਤਾਂ ਮਿਲਣਾ ਹੀ ਮਿਲਣਾ, ਉਹਨੂੰ ਨਹੀਂ ਕੋਈ ਹਟਾ ਸਕਦਾ ਦੋਜ਼ਖ ਨੂੰ। ਜਿਹੜੀ ਵਸਤੂ ਲੈਣ ਗਿਆ ਖਬਰਾਂ ਉਹਦੇ ਪਹਿਲਾਂ ਹੀ ਹੋਵੇ ਲਿਖੀ ਹੋਈ। ਜੇ ਪਹਿਲਾਂ ਹੀ ਲਿਖੀ ਹੋਈ ਹੈ ਹੁਕਮ ਦੇ ਵਿੱਚ ਫਿਰ ਮਿਲ ਜਾਣੀ ਹੈ, ਜੇ ਨਹੀਂ ਲਿਖੀ ਹੋਈ ਨਹੀਂ ਮਿਲਣੀ।
ਉਹ ਤਾਂ ਮਿਲਣੀ ਹੈ ਹੁਕਮ ਦੇ ਨਾਲ ਹੈ। ਜੋ ਪਹਿਲਾ ਪ੍ਰੋਗਰਾਮ ਹੈ ਉਹ ਤਾਂ ਉਹਦੇ ਮੁਤਾਬਕ ਹੀ ਮਿਲਣੀ ਹੈ। ਉਹ ਜਿਹੜੀ ਕੋਈ ਫਰਕ ਪੈਣਾ। ਦੋਜਕ ਝੂਠ ਵਾਧੇ 'ਚ ਮਿਲ ਗਿਆ, ਰੁੱਗਾ 'ਚ ਮਿਲ ਜਾਣਾ ਦੋਜਕ, ਰੁੱਗਾ ਦੋਜਕ ਦਾ ਮਿਲ ਜਾਣਾ ਉਹਨੂੰ, ਇਹ ਜ਼ਰੂਰ ਮਿਲ ਜਾਣਾ। ਹਾਂਜੀ, ਅਪੇਖ ਹਰੀ। ਅਪੇਖ ਹਰੀ, ਕੋਈ ਭੇਖ ਨਹੀਂ ਹੈ ਹਰੀ ਦਾ ਹੁੰਦਾ। ਜੇ ਕੋਈ ਕਹੇ ਨਾ ਮੈਂ ਫਲਾਨਾ ਭੇਖ ਬਣਾ ਲਿਆ, ਇਹ ਹਰੀ ਵਰਗਾ ਭੇਖ ਹੈ, ਇਹ ਨਹੀਂ ਹੁੰਦਾ। ਜਾਂ ਜਨਮ ਹੀ ਨਹੀਂ ਰਹਿੰਦਾ ਭੇਖ, ਉਹਦਾ ਕੀ ਹੋਣਾ? ਭੇਖ ਤਾਂ ਜਨਮ ਵਾਲੇ ਦਾ ਹੁੰਦਾ। ਅਦੋਖ ਹਰੀ। ਅਦੋਖ ਹਰੀ, ਕੁਝ ਕੋਈ ਦੋਖ ਨਹੀਂ ਹੈ। ਦੋਖ ਆਦਮੀ 'ਚ ਹੁੰਦਾ ਜਿਹੜਾ ਜਨਮ ਲੈਂਦਾ, ਜਾਂ ਦੋਖ ਪੈਂਦਾ ਜਦੋਂ ਜਨਮ ਲੈਂਦਾ। ਜਿੰਨਾ ਚਿਰ ਅਦੋਖ ਹੈ ਜਨਮ ਨਹੀਂ ਲੈਂਦਾ। ਜਿੰਨਾ ਚਿਰ ਇਹ 'ਚ ਦੋਖ ਹੈ ਜੀਵ 'ਚ ਨਾ, ਇਹ ਜੀਵ ਹੈ ਹਰੀ ਹੈ ਔਰ ਹਰੀ ਕਮਾਉਣਾ। ਜਿਆਦਾ ਹਿਸਾਬ ਜਿੰਨਾ ਚਿਰ ਸੱਚਖੰਡ ਦਾ ਵਾਸੀ ਹੈ ਹਰੀ ਹੈ। ਇਹ ਸੱਚਖੰਡ ਦਾ ਵਾਸੀ ਹੈ ਹਰੀ ਹੈ। ਜਿੰਨਾ ਸੱਚਖੰਡ ਦੇ ਵਾਸੀ ਨੇ ਭਗਤ, ਸਾਰਿਆਂ ਦਾ ਹੀ ਹੁਕਮ ਹੈ ਉਹ ਜਿਹੜਾ ਹਰੀ ਦਾ ਰੂਪ ਜਿਹਨੂੰ ਕਿਹਾ ਹੋਇਆ। ਸਾਰਿਆਂ ਦੀ ਇੱਛਾ ਇੱਕੋ ਹੀ ਹੈ, ਸਾਰਿਆਂ ਦੀ। ਇਸੇ ਕਰਕੇ ਇੱਥੇ ਜਿਉਂਦੇ ਨੇ ਇੱਛਾ ਪਰਮੇਸ਼ਰ ਦੀ ਇੱਛਾ ਦੇ ਮੁਤਾਬਕ ਮਿਲਾਉਣ ਦਾ ਮਤਲਬ ਇਹ ਹੈ ਇੱਥੇ ਜਿਉਂਦੇ ਸੱਚ, ਇੱਥੇ ਬੈਠੇ ਹੀ ਸੱਚਖੰਡ ਚਲਾ ਜਾਂਦਾ। ਇੱਛਾ ਹੈ ਨਾ, ਇੱਛਾ ਜਿਹਦੀ ਸੱਚਖੰਡ ਨਾਲ ਮੇਲ ਖਾਂਦੀ ਉਹ ਸੱਚਖੰਡ ਦਾ ਵਾਸੀ ਹੈ। ਜਿਹਦੀ ਇੱਛਾ ਸੱਚਖੰਡ ਤੋਂ ਵਿਰੋਧ ਹੈ, ਕੁਦਰਤ ਤੋਂ ਵਿਰੋਧ ਜਿਹਦੀ ਇੱਛਾ ਹੈ ਉਹ ਨਰਕ 'ਚ ਹੈ। ਕੁਦਰਤ ਦੇ ਅਨੁਸਾਰ ਜਿਹਦੀ ਇੱਛਾ ਹੈ, ਜਿਹਨੂੰ ਭਾਣਾ ਮਿੱਠਾ ਲੱਗਦਾ, ਉਹ ਇੱਥੇ ਵੀ ਸੱਚਖੰਡ 'ਚ ਬੈਠਾ ਹੈ। ਐਵੇਂ ਹੀ ਭੁਲੇਖਾ ਹੈ। ਸਰੀਰ ਕਰਕੇ ਕਿਤੇ ਹੋਵੇ, ਮਨ ਕਰਕੇ ਸੱਚਖੰਡ 'ਚ। ਭਵ ਸਾਗਰ ਸੁਖ ਸਾਗਰ ਦੇ ਵਿੱਚ ਹੀ ਹੈ। ਇਹ ਕਿਹੜਾ ਬਾਹਰ ਹੈ? ਆ ਜਿਹੜਾ ਸੰਸਾਰ ਹੈ ਉਹਦੇ ਵਿੱਚ ਹੀ ਹੈ। ਅਦਵੈ ਹਰੀ। ਅਦਵੈ ਹਰੀ, ਦ્વੈਤ ਨਹੀਂ ਹੈ ਉਹਦੇ ਵਿੱਚ। ਐ ਨਹੀਂ ਆ ਕਿਸੇ ਨੂੰ ਮਾੜਾ ਸਮਝੇ, ਕਿਸੇ ਨੂੰ ਚੰਗਾ ਸਮਝੇ, ਕਿਸੇ ਨੂੰ ਆਪਣਾ ਸਮਝੇ, ਕਿਸੇ ਨੂੰ ਪਰਾਇਆ ਸਮਝੇ। ਇਹ ਜਿਹੜੇ ਜੀਵ ਜਿਵੇਂ ਸਮਝਦੇ ਨੇ ਇਹਦੇ ਹਿਸਾਬ ਨਾਲ ਇਹਨਾਂ ਨੂੰ ਮਿਲ ਜਾਂਦਾ। ਦੋ ਘੇਰਾਂ 'ਚ ਨੇ, ਉਹ ਦੋਖਾਂ ਦੇ ਉੱਤੇ ਵਿਚਾਰ ਹੁੰਦਾ। ਡਾਕਟਰ ਤਾਂ ਹੁਣ ਮਰੀਜ਼ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਮਰੀਜ਼ ਨੇ, ਹਸਪਤਾਲ ਜਾਂਦੇ ਨੇ। ਉਹ ਡਾਇਗਨੋਜ਼ ਕਰਕੇ ਤਰ੍ਹਾਂ ਤਰ੍ਹਾਂ ਜਿਹੇ ਮਰੀਜ਼ ਉਹੋ ਜਿਹੀ ਦਵਾਈ ਲਿਖੀ ਜਾਂਦੇ ਨੇ। ਉਹ ਜਿਹਾ ਟ੍ਰੀਟਮੈਂਟ ਕਰੀ ਜਾਂਦੇ ਨੇ ਜਿਹੋ ਜਿਹਾ ਮਰੀਜ਼ ਹੈ, ਜਿਹੋ ਜਿਹੀ ਬਿਮਾਰੀ ਹੈ। ਉਹ ਇਹ ਥੋੜ੍ਹੀ ਦੇਖਦੇ ਨੇ ਵੀ ਆ ਜਿਹੜਾ ਹੈਗਾ ਟੀਵੀ ਵਾਲਾ ਵੀ ਇਹਨੂੰ ਕੈਂਸਰ ਕਹਿ ਦਈਏ ਹੈਗਾ। ਜਿਹੜੀ ਬਿਮਾਰੀ ਹੈ ਉਸੇ ਦੀ ਦਵਾਈ ਲੈਣੀ ਹੈ। ਉਹਦੇ ਡਾਕਟਰ ਵਾਸਤੇ ਤਾਂ ਮਰੀਜ਼ ਹੈ, ਸਾਰੇ ਮਰੀਜ਼ ਹੈ। ਆਪਣਾ ਤਾਂ ਵੀ ਮਰੀਜ਼ ਹੈ, ਪਰਾਇਆ ਤਾਂ ਵੀ ਮਰੀਜ਼ ਹੈ। ਮਰੀਜ਼ ਤਾਂ ਮਰੀਜ਼ ਹੀ ਹੈ ਨਾ। ਅਕਾਲ ਹਰੀ। ਅਕਾਲ ਹਰੀ, ਕਾਲ ਤੋਂ ਪਰੇ ਹੈ। ਸਮੇਂ ਦਾ ਤਾਂ ਕੋਈ ਅਸਰ ਨਹੀਂ। ਪੁਰਾਣਾ ਨਹੀਂ ਹੁੰਦਾ ਹਰੀ, ਹਰੀ ਪੁਰਾਣਾ ਨਹੀਂ ਹੁੰਦਾ। ਅਪਾਲ ਹਰੀ। ਅਪਾਲ ਹਰੀ, ਉਹਦੀ ਕੋਈ ਪਾਲਣਾ ਨਹੀਂ ਕਰਦਾ। ਇਹ ਨਹੀਂ ਹੈਗਾ ਹੁਣ ਛੋਟਾ ਜਿਹਾ ਕਿਉਂ ਕਿਹਾ ਇਹ ਅਪਾਲ ਹਰੀ। ਉਹ ਕ੍ਰਿਸ਼ਨ ਨੂੰ ਪਾਲਿਆ ਕਿਸੇ ਨੇ, ਕ੍ਰਿਸ਼ਨ ਨੂੰ ਹਰੀ ਮੰਨ ਲਿਆ ਨਾ ਇਹਨਾਂ ਨੇ। ਉਹ ਅਸਲ 'ਚ ਉਹਨਾਂ ਦੇ ਕੱਟੇ ਨੇ, ਹੋਰੇ ਕੁਛ ਕਿਹਾ ਹੋਇਆ ਇੱਥੇ। ਜਿਹੜਾ ਹਰੀ, ਹੁਣ ਆਪਾਂ ਸਿੱਖ ਤਾਂ ਹਰੀ ਜਾਣਦੇ ਨਹੀਂ ਕੀ ਹੈ, ਉਹ ਤਾਂ ਹਰੀ ਮੰਨਦੇ ਨੇ, ਹਰੇ ਕ੍ਰਿਸ਼ਨ ਕਹਿੰਦੇ ਨਹੀਂ। ਨਾ ਤਾਂ ਬੁੜਾ ਹੁੰਦਾ, ਨਾ ਪੁਰਾਣਾ ਹੁੰਦਾ, ਨਾ ਮਰਦਾ। ਹਰੀ ਉਹ ਹੁੰਦਾ ਹੈ ਤੁਹਾਡੇ ਵਾਲਾ ਹਰੀ, ਅਸਲ ਦੇ ਵਿੱਚ ਹਰੀ ਹੈ ਨਹੀਂ। ਜੋ ਹਿੰਦੂ ਮੰਨਦਾ ਹਰੀ ਮੰਨਿਆ, ਉਹ ਹਰੀ ਹੈ ਨਹੀਂ। ਇਹਦਾ ਸਾਰੇ ਦਾ ਮਤਲਬ ਇਹ ਹੈ, ਇਹ ਨਹੀਂ ਹੁੰਦਾ ਹਰੀ ਜਿਹੜਾ ਤੁਸੀਂ ਮੰਨੀ ਬੈਠੇ ਹੋ। ਉਹਨੂੰ ਨਹੀਂ ਕਿਸੇ ਨੇ ਪਾਲਿਆ, ਉਹ ਤਾਂ ਯਸ਼ੋਦਾ ਨੇ ਪਾਲਿਆ। ਹਰੀ ਜਿਹੜਾ ਤੁਸੀਂ ਕਹਿੰਦੇ ਹੋ, ਆਹ ਗੱਲ ਹੈ ਅਸਲ ਦੇ ਵਿੱਚ। ਇਹਦੀ ਬੈਕਗਰਾਊਂਡ ਹੋਰ ਹੈ, ਕੁਛ ਕਹੀ ਹੋਰ ਜਾਂਦੇ ਨੇ। ਅਛੇਦ ਹਰੀ। ਅਛੇਦ ਹਰੀ, ਹੁਣ ਉਹਦੇ ਤਾਂ ਮਾਰਿਆ ਸੀ ਤੀਰ ਕ੍ਰਿਸ਼ਨ ਦੇ ਪੈਰ 'ਚ ਮਾਰਿਆ ਸੀ ਨਾ। ਇਹ ਹਰੀ ਅਛੇਦ ਹੈ। ਇਹਦੇ ਮਾਰ ਕੇ ਦਿਖਾਓ ਤੀਰ, ਕਿਹੜਾ ਮਾਰੂਗਾ? ਹਰੀ ਦਾ ਤੀਰ ਕਿਵੇਂ ਮਾਰੂ ਜਿਹਦਾ ਜਨਮ ਹੀ ਨਹੀਂ ਹੁੰਦਾ? ਹਰੀ ਦਾ ਅਛੇਦ ਹੁੰਦਾ, ਉਹਦੇ ਨਹੀਂ ਪੈਰ ਤੀਰ ਵੱਜਦਾ ਹੁੰਦਾ। ਉਹ ਗੱਲ ਟਾਰਗੇਟ ਕਿਤੇ ਹੋਰ ਬਣਾਇਆ ਹੋਇਆ, ਜਿਹਨੂੰ ਉਹ ਸਾਰੇ ਬੈਕਗਰਾਊਂਡ ਦਾ ਪਤਾ ਨਹੀਂ, ਪਿੱਛੇ ਨਕਸ਼ੇ ਦਾ। ਉਹ ਤਾਂ ਇੱਥੇ ਹੀ ਦੇਖ ਕੇ ਅਰਥ ਕਰ ਦੂਗਾ। ਇਹ ਵੀ ਇਹੀ ਕਰ ਰਿਹਾ। ਐ ਨਹੀਂ ਦੱਸ ਰਿਹਾ ਵੀ ਸਾਡੇ ਵਾਲੇ ਹਰੀ ਨੂੰ ਕੱਟ ਰਿਹਾ ਹੈ ਪੰਡਤ।
ਇਹ ਨਹੀਂ ਦੱਸ ਰਿਹਾ ਹੈ, ਇਹ ਨਹੀਂ ਕਹਿ ਰਿਹਾ ਲੋਕਾਂ ਨੂੰ ਵੀ ਉਹ ਹਰੀ ਨਹੀਂ ਜਿਹੜਾ ਆਪਾਂ ਮੰਨੀ ਬੈਠੇ ਹਾਂ, ਐ ਨਹੀਂ ਕਹਿ ਰਿਹਾ ਹੈ। ਉਸ ਹਰੀ ਨੂੰ ਬਚਾ ਰਿਹਾ ਹੈ। ਹਾਂ ਜੀ, ਉਹ ਵੀ ਹਰੀ ਹੁੰਦਾ, ਉਹ ਬਸ ਜਨਮ ਲੈਂਦਾ, ਜਦ ਭਾਰ ਪੈ ਜਾਂਦਾ ਫਿਰ ਜਨਮ ਲੈ ਲੈਂਦਾ। ਉਹ ਵੀ ਠੀਕ ਹੈ, ਇਹ ਵੀ ਠੀਕ ਹੈ, ਦੋਵੇਂ ਠੀਕ ਨੇ। ਸਾਡੇ ਵਾਲਾ ਝੂਠ ਵੀ ਠੀਕ ਹੈ, ਤੁਹਾਡੇ ਵਾਲਾ ਸੱਚ ਵੀ ਠੀਕ ਹੈ, ਦੋਵੇਂ ਠੀਕ ਨੇ। ਉਹ ਪੋਚਾ ਫੇਰ ਦਿੰਦੇ ਨੇ ਕਹਿ ਕੇ। ਹਾਂਜੀ, ਅਭੇਦ ਹਰੀ, ਅਭੇਦ ਹਰੀ, ਹਰੀ ਦਾ ਤਾਂ ਭੇਦ ਨਹੀਂ ਪਾ ਸਕਦਾ ਕੋਈ, ਭੇਦਿਆ ਨਹੀਂ ਜਾ ਸਕਦਾ। ਉਹਦਾ ਕਿਸੇ ਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਕਿਸੇ ਨੂੰ, ਵੀ ਉਹਨੇ ਕੱਲ ਨੂੰ ਕੀ ਕਰਨਾ, ਘੜੀ ਨੂੰ ਕੀ ਕਰ ਦੇਣਾ, ਇਸ ਗੱਲ ਦਾ ਨਹੀਂ ਭੇਦ ਹੈ ਉਹਦਾ। ਉਹਦੇ ਅੰਦਰ ਦਾ ਭੇਦ ਨਹੀਂ ਕਿਸੇ ਨੂੰ ਹੈ। ਫਿਰ ਇਹ ਜਿਹੜੇ ਜੋਤਸ਼ੀ ਨੇ ਉਹ ਕੀ ਕਰਦੇ ਨੇ, ਜੋਸ਼ੀ ਕੀ ਕਰਦੇ ਨੇ, ਜਿਹੜੇ ਕਹਿੰਦੇ ਨੇ ਤੈਨੂੰ ਆ ਕੱਲ ਨੂੰ ਤੇਰੇ ਤੇ 67 ਆਉਣੀ ਆ, ਫਲਾਨਾ ਆਉਣਾ, ਢਿਮਕਾ ਆਉਣਾ, ਉਹ ਕੀ ਕਰਦੇ ਨੇ, ਉਹਨੂੰ ਭੇਦ ਦੱਸਦੇ ਨੇ। ਸਾਰਾ ਉਹਨਾਂ ਦਾ ਸਿਸਟਮ ਜਿਹੜਾ ਹੈ, ਸਿਸਟਮ ਸਾਰਾ ਖਤਮ ਕੀਤਾ ਹੈ ਹਿੰਦੂ ਮਤ ਵਾਲਾ। ਸਾਰੀ ਗੁਰਬਾਣੀ ਜਿਵੇਂ ਕੀਤਾ ਹੋਇਆ, ਬੈਕਗਰਾਉਂਡ ਕੁਝ ਹੋਰ ਹੈ, ਇੱਥੇ ਕੁਝ ਹੋਰ। ਜਿਹੜਾ ਕਿਹਾ ਹੋਇਆ ਉਹ ਕਿਸੇ ਬੈਕਗਰਾਉਂਡ ਦੇ ਆਧਾਰ ਉਹਨੂੰ ਕੱਟਿਆ ਹੋਇਆ, ਬੈਕਗਰਾਉਂਡ ਨੂੰ ਪ੍ਰਹਾਰ ਕੀਤਾ ਹੋਇਆ ਕਿਸੇ ਤੇ, ਜੋ ਹੋ ਰਿਹਾ ਸੀ। ਹਾਂਜੀ, ਅਜੰਤਰ ਹਰੀ, ਅਜੰਤਰ ਮੰਤਰ ਤੰਤਰ ਹੁੰਦੇ ਨੇ ਨਾ ਕਰਦੇ। ਅਜੰਤਰ ਹੈ, ਜੰਤਰ ਚ ਬੰਦ ਨਹੀਂ ਕਰ ਸਕਦੇ ਤੁਸੀਂ। ਲੈ ਜੇ ਤੈਨੂੰ ਦੇਤਾ ਹੈ, ਕਰਾਮਾਤ ਹੈ, ਇਹਦੀ ਬੜੀ ਸ਼ਕਤੀ ਹੈ, ਸਭ ਝੂਠ ਹੈ, ਕੁਛ ਨਹੀਂ ਹੈ। ਹਰੀ ਤੇ ਬਿਨਾਂ ਕਿਸੇ ਦੀ ਸ਼ਕਤੀ ਨਹੀਂ, ਉਹ ਜੰਤਰ ਚ ਬੰਦ ਨਹੀਂ ਕਰ ਸਕਦੇ ਤੁਸੀਂ ਉਹਨੂੰ। ਅਮੰਤਰ ਹਰੀ, ਮੰਤਰ ਤੇ ਵੀ ਪਰੇ ਹੈ, ਗੁਰਬਾਣੀ ਤੇ ਪਰੇ ਆ ਮੰਤਰ ਤੇ। ਤੁਸੀਂ ਮੰਤਰ ਨਾਲ ਉਹਨੂੰ ਬਚ ਨਹੀਂ ਕਰ ਸਕਦੇ। ਹਨੂਮਾਨ ਬਸ ਹੋ ਜੂਗਾ, ਇਹਨਾਂ ਦਾ ਹੁੰਦਾ ਹੋ ਜੂਗਾ, ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਇਹ ਤਾਂ ਇਹ ਜਾਣ ਬਸ ਕਰਨ ਵਾਲੇ ਜਾਣ। ਪਰ ਜਿਹੜੇ ਕਹਿੰਦੇ ਨੇ ਰੱਬ ਬਸ ਕਰ ਲਿਆ, ਐ ਕਰ ਲਿਆ, ਸਭ ਝੂਠ ਬੋਲਦੇ ਨੇ ਸੰਤ ਸਾਰੇ ਜਿਹੜੇ ਮੰਤਰ ਜਾਪ ਕਰਦੇ ਨੇ। ਕਿਸੇ ਮੰਤਰ ਦੇ ਬਚ ਨਹੀਂ ਆਉਂਦਾ। ਜੇ ਤੁਸੀਂ ਕਹੋ ਇੱਕੋ ਸ਼ਬਦ ਲੈ ਕੇ ਰਟੀ ਜਾਵਾਂਗੇ, ਕੁਛ ਉਹ ਚੋਂ ਸ਼ਕਤੀ ਪ੍ਰਾਪਤ ਹੋ ਜੂ ਜਾਂ ਕੋਈ ਸਿੱਧੀ ਹੋ ਜੂ, ਬਿਲਕੁਲ ਝੂਠ ਹੈ, ਸਭ ਝੂਠ ਹੈ। ਹਾਂ, ਫਰਾਡ ਹੈ, ਲੋਕਾਂ ਦੇ ਅਸਰ ਹੋ ਜਾਂਦਾ। ਅਗਿਆਨੀਆਂ ਨੂੰ ਠੱਗ ਸਕਦੇ ਹੋ, ਪਰ ਪੰਜ ਵਧੀਆ ਚੱਲ ਪੂਗਾ, ਇਹਦੇ ਨਾਲ ਦੁਕਾਨਦਾਰੀ ਚੱਲ ਪੈਂਦੀ। ਸੋ ਤੇਜ ਹਰੀ, ਸੋ ਤੇਜ ਹਰੀ, ਤੇਜ ਪ੍ਰਤਾਪ ਵਾਲਾ, ਤਾਂ ਵੱਡੇ ਤੇਜ ਪ੍ਰਤਾਪ ਵਾਲਾ ਹਰੀ। ਤਾਂ ਉਹਨੂੰ ਕੌਣ ਬੰਦ ਕਰ ਲੂਗਾ, ਉਹਦੇ ਤੇ ਕੌਣ ਪ੍ਰਭਾਵ ਪਾ ਦੂਗਾ ਮੰਤਰ ਦਾ। ਮੰਤਰ ਦਾ ਪ੍ਰਭਾਵ ਤਾਂ ਮਦਾਰੀ ਜਮੂਰੇ ਤੇ ਪਾਉਂਦਾ, ਜਮੂਰਾ ਮਦਾਰੀ ਤੇ ਨਹੀਂ ਪਾ ਸਕਦਾ। ਮਦਾਰੀ ਜਮੂਰੇ ਤੇ ਉਹ ਮਦਾਰੀ, ਅਸੀਂ ਜਮੂਰੇ। ਅਸੀਂ ਉਹਨੂੰ ਮੰਤਰ ਦੇ ਵਿੱਚ ਵਸ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਆਪ ਉਹਦੇ ਬਸ ਚ ਸਾਰੇ। ਪਹਿਲਾਂ ਆਪਣਾ ਹੀ ਖੜਾ ਛਡਾ ਲਓ ਤੁਸੀਂ, ਬਸ ਤੇ ਪਰੇ ਨਿਕਲ ਕੇ ਦਿਖਾ ਦਿਓ। ਸਾਰੀ ਸ੍ਰਿਸ਼ਟੀ ਉਹਦੇ ਕਾਬੂ 'ਚ ਹੈ, ਤੁਸੀਂ ਬੇਕਾਬੂ ਹੋ ਕੇ ਦਿਖਾਓ। ਉਹਨੂੰ ਕਾਬੂ ਕਰਨ ਦੀ ਤਾਂ ਗੱਲ ਛੱਡੋ, ਆਪੇ ਬੇਕਾਬੂ ਹੋ ਕੇ ਦਿਖਾਓ, ਆਪਣੀ ਮਰਜ਼ੀ ਨਾਲ ਕੁਛ ਕਰਕੇ ਦਿਖਾਓ। ਕੁਛ ਨਹੀਂ ਕਰ ਸਕਦਾ ਆਦਮੀ ਆਪਣੀ ਮਰਜ਼ੀ ਤੋਂ। ਪੁੱਠਾ ਗੇੜਾ ਦੇ ਰਹੇ ਨੇ, ਪੁੱਠਾ ਹੁਕਮ ਨੂੰ ਹੈ। ਸਾਖਤਾਂ ਦੀ ਮੱਤੇ ਪੁੱਠੀ ਹੁੰਦੀ ਹੈ। ਅਤੰਤਰ ਹਰੀ, ਜੰਤਰ ਮੰਤਰ ਤੰਤਰ ਤਿੰਨੇ ਹੈ। ਜੰਤਰ ਮੰਤਰ ਤੰਤਰ ਤਿੰਨਾਂ ਦੇ ਪਰੇ। ਜਿਹੜੀ ਪੌੜ ਤਿਆਰ ਕੀਤੀ ਸੀ, ਇਹ ਵੀ ਜੰਤਰ ਮੰਤਰ ਤੰਤਰ ਤਿੰਨੇ ਸੀ। ਇਹਦੇ ਵਿੱਚ ਜੰਤਰ ਕੀ ਹੈ, ਖੰਡਾ ਬਾਟਾ। ਮੰਤਰ ਕੀ ਹੈ, ਜੋ ਬਾਣੀ ਪੜੀ ਹੈ। ਤੰਤਰ ਕੀ ਹੈ, ਜੋ ਤਿਆਰ ਕਰ ਲਿਆ, ਜੋ ਤਿਆਰ ਹੋ ਗਿਆ ਉਹ ਤੰਤਰ ਹੈ। ਪਰ ਪਰਮੇਸ਼ਰ ਫੇਰ ਵੀ ਇਹ ਤੇ ਪਰੇ, ਉਹ ਤਾਂ ਇਹ ਤੇ ਬਾਹਰ ਹੈ। ਕੀ ਪਰਮੇਸ਼ਰ ਨੂੰ ਤੁਸੀਂ ਪੀ ਜਾਓਗੇ, ਉਹ ਫੇਰ ਵੀ ਇਹ ਤੇ ਪਰੇ। ਇਹਦੇ ਵਿੱਚ ਨਹੀਂ ਹੈ, ਪਰਮੇਸ਼ਰ ਨਹੀਂ ਇਹਦੇ ਵਿੱਚ ਹੁੰਦਾ। ਸਮਝਿਆ ਨਹੀਂ? ਹਾਂ, ਉਹ ਜਿਹੜਾ ਉਹਦਾ ਨਾਮ ਅਮਰਤ ਉਹ ਨਹੀਂ ਇਹਦੇ ਵਿੱਚ ਹੈ। ਇਸ ਕਰਕੇ ਇਹਨੂੰ ਪੌੜਾ ਕਿਹਾ ਸੀ, ਅੰਮ੍ਰਿਤ ਨਹੀਂ ਸੀ ਕਿਹਾ। ਗੁਰੂ ਨਹੀਂ ਸੀ ਇਹਨੂੰ ਕਹਿ ਸਕਦੇ ਅੰਮ੍ਰਿਤ, ਉਹਨਾਂ ਨੂੰ ਸਮਝ ਸੀ। ਇਹ ਬੇਸਮਝਾਂ ਨੇ ਅੰਮ੍ਰਿਤ ਬਣਾਤਾ। ਜੇ ਅੰਮ੍ਰਿਤ ਅਸੀਂ ਬਣਾਤਾ ਤਾਂ ਨੰਬਰ ਵੀ ਇਹਦਾ 37ਵਾਂ ਜਾ ਪਿਆ।
36 ਅੰਮ੍ਰਿਤ ਤੋਂ ਪਹਿਲਾਂ ਹੋਰ ਹੈਗੇ ਨੇ ਗੁਰਬਾਣੀ 'ਚ ਲਿਖੇ ਹੋਏ। ਜਿਹੜੇ ਸਰੀਰ ਦੇ ਖਾਣ ਪੀਣ ਵਾਲੇ ਅੰਮ੍ਰਿਤ ਨੇ ਪਹਿਲਾਂ 36 ਹੋਰ ਹੈਗੇ ਨੇ। ਜੇ ਪ੍ਰਸਾਦ 36 ਅੰਮ੍ਰਿਤ ਹੋਏ, ਜੇ ਅੰਮ੍ਰਿਤਾ ਤਾਂ 37ਵਾਂ ਨੰਬਰ ਹੈ, 36 ਪਹਿਲਾਂ ਤੇ ਹੋਰ ਨੇ। ਲੂਣ ਵੀ ਅੰਮ੍ਰਿਤ ਹੈ, ਜਾਵੇਂ ਅੰਮ੍ਰਿਤ ਲੂਣ, ਲੂਣ ਤੋਂ ਵੀ ਥੱਲੇ ਬਾਣਾ। ਅਸੀਂ ਇਹਨੂੰ ਅੰਮ੍ਰਿਤ ਕਹਿ ਕੇ ਲੂਣ ਤੋਂ ਥੱਲੇ ਡਿਗਰੀ ਕਰਤੀ ਵੱਡੇ ਸਿਆਣਿਆਂ ਨੇ। ਜਿਹੜੇ ਵੱਡੇ ਸਿਆਣੇ ਹੁੰਦੇ ਨੇ ਨਾ, ਉਹ ਏਦਾਂ ਹੀ ਕਰਦੇ ਹੁੰਦੇ ਨੇ। ਅੰਮ੍ਰਿਤ ਦਾ ਲੂਣ ਮੰਦੀ ਹੈ ਬਾਣੀ, ਜਾਵੇਂ ਅੰਮ੍ਰਿਤ ਲੂਣ। ਖੂਬ ਖਾਣਾ ਖਿਚੜੀ, ਜਾਵੇਂ ਅੰਮ੍ਰਿਤ ਲੂਣ। ਲੂਣ ਵੀ ਅੰਮ੍ਰਿਤ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤੇ ਠਾਕਰ ਉਹ ਰਖਵਾਂ ਨੂੰ ਹੈ। ਇਹਨਾਂ ਨੰਬਰ ਕੀ ਪੈ ਗਿਆ ਫਿਰ? 37ਵਾਂ ਪੈ ਗਿਆ। ਜੇ ਰਹਿੰਦੀ ਪੌੜ ਫਿਰ ਇੱਕੋ ਹੀ ਹੈ ਆਪਣੇ ਵਰਗੀ, ਦੂਜੀ ਪੌੜ ਨਹੀਂ ਹੈ ਕਿਤੇ, ਕਿਸੇ ਗ੍ਰੰਥ 'ਚ ਕਿਤੇ ਦੂਜੀ ਪੌੜ ਜ਼ਿਕਰ ਨਹੀਂ, ਪੌੜ ਇੱਕੋ ਹੀ ਹੈ। ਇਹ ਸਾਡੀ ਬਹੁਤੀ ਅਕਲ ਦਾ ਰਿਜ਼ਲਟ ਹੈ, ਜਿਹੜੀ ਬਹੁਤੀ ਅਕਲ ਅਸੀਂ ਵਰਤੀ ਹੈ ਨਾ। ਅਸਲ 'ਚ ਸਾਰਾ ਕੁਝ ਨਾਸ ਅਸੀਂ ਆਪਣੀ ਅਕਲ ਨਾਲ ਕੀਤਾ। ਗੁਰੂ ਤੋਂ ਗਾਹਾਂ ਲੰਘਣ ਦੀ ਕੋਸ਼ਿਸ਼ ਕੀਤੀ, ਉਹ ਗਾਹਾਂ ਲੰਘਣ ਦੀ ਕੋਸ਼ਿਸ਼ ਕੀਤੀ, ਮਾਰੇ ਗਏ। ਸਮਝਿਆ ਨਹੀਂ? ਜੋ ਬੱਚਾ ਮਾਂ ਬਾਪ ਦੇ ਪਿੱਛੇ ਜਾਣ ਦੀ ਬਜਾਏ, ਬਰਾਬਰ ਤੁਰਨ ਦੀ ਬਜਾਏ ਵੀ ਉਂਗਲੀ ਫੜ ਕੇ ਭੱਜ ਕੇ ਮੂਹਰੇ ਚਲਾ ਜਾਵੇ, ਆ ਜਾਊਗਾ ਕਿਸੇ ਫੇੜ 'ਚ, ਸੜਕ ਦੇ ਉੱਤੇ ਕਿਸੇ ਫੇੜ 'ਚ ਆ ਜਾਊਗਾ। ਪਰ ਫੇੜ 'ਚ ਆ ਗਏ, ਐਸੇ ਫੇੜ 'ਚ ਆਏ, ਰਿਹਾ ਕੱਖ ਨਹੀਂ ਕੋਲ, ਕੁਛ ਵੀ ਨਹੀਂ ਰਿਹਾ। ਗੁਰਬਾਣੀ ਦਾ ਪੜ੍ਹਦਿਆਂ ਐ ਲੱਗਦਾ ਵੀ ਅਸੀਂ ਤਾਂ ਸਾਰਾ ਕੁਝ ਗਵਾ ਬੈਠੇ। ਗੁਰਬਾਣੀ ਪੜ੍ਹਦਿਆਂ ਲੱਗਦਾ ਸਾਰਾ ਕੁਝ ਗਵਾ ਬੈਠੇ ਅਸੀਂ, ਆਕੜੀ ਤੁਰੇ ਫਿਰੇ ਜਾਂਦੇ ਹੋਈ। ਪੱਲੇ ਕੁਛ ਵੀ ਨਹੀਂ, ਪੱਲੇ ਨਹੀਂ ਕੁਛ ਹੈ। ਆਚਾਰ ਵਿਚਾਰ ਕੋਈ ਸਿੱਖੀ ਵਾਲਾ ਨਹੀਂ ਹੈ ਕਿਸੇ ਦਾ, ਆਕੜ ਦਾ ਅੰਤ ਕੋਈ ਨਹੀਂ। ਆਕੜੇ ਆਕੜ ਪੱਲੇ ਹੋਰ ਕੁਛ ਨਹੀਂ ਹੈ। ਇੱਤਾ ਗੱਬ ਅਸਮਾਨ ਨਾ ਮਾਵਤ, ਹੰਕਾਰ ਇੰਨਾ ਹੋ ਗਿਆ ਅਸਮਾਨ ਦੇ ਵਿੱਚ, ਹੰਕਾਰ ਨਹੀਂ ਬੜ ਰਿਹਾ ਸਿੱਖਾਂ ਦਾ। ਅਸਮਾਨ ਛੋਟਾ, ਹੰਕਾਰ ਵੱਧ ਗਿਆ। ਸਿੱਖਾਂ ਦਾ ਹੀ ਤਾਂ ਹੰਕਾਰ ਨਹੀਂ ਚਾਹੀਦਾ। ਸਿੱਖ ਦਾ ਹੋਵੇ ਤਾਂ ਹੰਕਾਰ ਹੋਵੇ, ਸਿੱਖ ਕਾਹਦਾ ਰਹਿ ਗਿਆ? ਸਿਰਫ ਇੱਕ ਸਾਡਾ ਧਰਮ ਹੈ ਜਿਹੜਾ ਹੰਕਾਰ ਦੇ ਖਿਲਾਫ ਹੈ। ਸਾਡੇ ਕੋਲੇ ਹੰਕਾਰ ਜ਼ਿਆਦਾ। ਇਹਦਾ ਕੀ ਕਾਰਨ ਹੈ? ਉਹਦੇ ਕਾਰਨ ਵਿਚਾਰਨਾ ਪਊਗਾ। ਵਿਚਾਰਾਂ ਦਾ ਕਾਰਨ ਪਤਾ ਲੱਗਦਾ, ਵਿਚਾਰੇ ਤੇ ਪਤਾ ਲੱਗ ਜੂਗਾ ਕੀ ਕਾਰਨ। ਪਰ ਜਿਹਨੇ ਹੰਕਾਰ ਘਟਾਉਣਾ ਉਹਨੂੰ ਹੈ, ਜਿਹਨੇ ਘਟਾਉਣਾ ਹੀ ਨਹੀਂ ਉਹਨੂੰ ਵਿਚਾਰਨ ਦੀ ਲੋੜ ਕੀ ਹੈ? ਜਿਹਨੇ ਤਾਂ ਹੰਕਾਰ ਤੋਂ ਖੜਾ ਛਡਾਉਣਾ, ਸਿੱਖ ਬਣਨਾ, ਉਹਨੂੰ ਤਾਂ ਵਿਚਾਰਨ ਦੀ ਲੋੜ ਹੈ। ਜਿਹਨੇ ਸਿੱਖੇ ਨਹੀਂ ਬਣਨਾ ਉਹਨੂੰ ਕੀ ਲੋੜ ਹੈ? ਉਹ ਤਾਂ ਤਲਵਾਰ ਦੇ ਜ਼ੋਰ ਨਾਲ ਕਰਨਾ ਉਹਨਾਂ ਨੇ ਤਾਂ ਸਭ ਕੁਝ। ਤਲਵਾਰਾਂ ਤਾਂ ਹੋਰ ਲੋਕਾਂ ਕੋਲ ਬਥੇਰੀਆਂ ਨੇ, ਲੋਕਾਂ ਕੋਲ ਤਾਂ ਬੰਬ ਨੇ ਬੜੇ ਬੜੇ, ਉਹ ਨਹੀਂ ਅਸੀਂ ਮੁਕਾਬਲਾ ਕਰ ਸਕਦੇ। ਮੈਂ ਭੁਲੇਖਾ ਇਹਨਾਂ ਨੂੰ। ਅਜਾਤ ਹਰੀ, ਅਜਾਤ ਹਰੀ। ਜਾਤ ਹੈ ਜਿਹੜੀ ਸਰੀਰ ਹੈ, ਦੇਹ ਹੈ, ਦੇਹ ਤੋਂ ਪਰੇ ਹਰੀ। ਦੇਹ ਨਹੀਂ ਧਾਰਨ ਕਰਦਾ। ਦੇਹ ਤਾਂ ਸਾਨੂੰ, ਦੇਹ ਧਾਰੀ ਤਾਂ ਉਹਦੇ ਵਸ ਵਿੱਚ ਨੇ ਸਾਰੇ, ਇਹ ਤਾਂ ਹੁਕਮ ਚ ਨੇ ਉਹਦੇ ਚ। ਹਾਂਜੀ। ਅਪਾਤ ਹਰੀ। ਜੇ ਦੇਹ ਨਹੀਂ ਧਾਰਨ ਕਰਦਾ ਫਿਰ ਕ੍ਰਿਸ਼ਨ ਹਰੀ ਨਹੀਂ ਹੈ। ਕੋਈ ਜਿਨ੍ਹਾਂ ਨੂੰ ਹਾਰੇ ਮੰਨਦੇ ਨੇ ਦੇਹਧਾਰੀਆਂ ਨੂੰ, ਉਹ ਹਾਰ ਨਹੀਂ ਸੀਗੇ। ਗਲਤ ਹੈ, ਉਹ ਧਰਮ ਹੈ, ਗਲਤ ਹੈ। ਅਪਾਤ ਹਰੀ, ਅਪਾਤ ਹਰੀ। ਹਰੀ ਅਪਾਤ ਹੈ, ਉਹ ਪਰੇ ਹੈ। ਪਤਤ ਹੋਣ ਤੋਂ ਪਰੇ ਹੈ। ਪਤਤ ਨਹੀਂ ਹੋ ਸਕਦਾ ਉਹ। ਜਿਹਦੇ ਕੋਲ ਸਰੀਰ ਆ ਪਤਤ ਹੈ, ਉਹ ਹੈ ਹੀ ਪਤਤ ਸਾਰੇ। ਉਹ ਤਾਂ ਪਾਕ ਹੈ, ਪਾਤ ਨਹੀਂ, ਉਹ ਪਾਕ ਹੈ। ਪਤਤ ਨਹੀਂ ਹੋ ਸਕਦਾ ਉਹ, ਮੈਲਾ ਨਹੀਂ ਹੋ ਸਕਦਾ ਉਹ, ਮਲੀਨਤਾ ਨਹੀਂ ਹੋ ਜਾ ਸਕਦੀ। ਦੇਹਧਾਰੀ ਹਮੇਸ਼ਾ ਮਲੀਨ ਹੁੰਦੇ ਨੇ। ਜੋ ਮਲੀਨ ਆਤਮਾ ਉਹ ਦੇਹ ਚ ਆਉਂਦੀ ਹੈ, ਮੰਨਿਆ ਹੋਇਆ। ਫਰੀਦ ਕਹਿ ਰਿਹਾ ਲੋਕ ਕਹਿਣ ਦਰਵੇਸ਼ ਗੁਣ ਹੀ ਭਰਿਆ ਮੈਂ ਫਿਰਾਂ।
ਮੇਰੇ 'ਚ ਕੁਝ ਕਮੀਆਂ ਸੀਆਂ, ਮੇਰੇ 'ਚ ਕੁਝ ਗੁਨਾਹ ਸੀ, ਔਗਣ ਸੀ, ਤਾਂ ਮੈਨੂੰ ਜਨਮ ਮਿਲਿਆ। ਲੋਕ ਐਵੇਂ ਦਰਵੇਸ਼ ਕਹੀ ਜਾਂਦੇ ਨੇ। ਦਰਵੇਸ਼ਾਂ ਦਾ ਜਨਮ ਨਹੀਂ ਹੁੰਦਾ। ਜਿਹੜਾ ਦਰਵੇਸ਼ ਹੋ ਜਾਵੇ ਦੁਬਾਰਾ ਜਨਮ ਨਹੀਂ ਹੁੰਦਾ ਉਹਦਾ। ਜਿਹੜਾ ਪਹਿਲਾਂ ਹੀ ਜਨਮ ਤੋਂ ਪਹਿਲਾਂ ਦਰਵੇਸ਼ ਆ ਉਹਦਾ ਵੀ ਨਹੀਂ ਜਨਮ ਹੁੰਦਾ। ਪਰ ਅਸੀਂ ਸਾਡੀ ਬੋਲੀ 'ਚ ਬੋਲੀ ਜਾਂਦੇ। ਗੁਰਬਾਣੀ ਨੇ ਸਾਡੀ ਬੋਲੀ ਸੁਧਾਰੀ ਹੈ। ਬੋਲਣਾ ਕੀ ਹੈ? ਬੋਲਣ 'ਚ ਵਿਵੇਕ ਹੁੰਦਾ ਹੈ, ਪਤਾ ਲੱਗ ਜਾਂਦਾ ਗਿਆਨਵਾਨ ਹੈ ਅਗਿਆਨੀ ਹੈ ਬੋਲਣ ਵਾਲਾ। ਜਿਹੜਾ ਦਰਵੇਸ਼ ਹੈ, ਸੰਤ ਹੈ, ਉਹਦਾ ਜਨਮ ਕਿਵੇਂ ਹੋ ਜਾਊਗਾ? ਸੰਤ ਦਾ ਜਨਮ ਨਹੀਂ ਹੁੰਦਾ ਉਹਦਾ। ਜਿਹਦਾ ਜਨਮ ਹੋ ਗਿਆ ਉਹ ਸੰਤ ਨਹੀਂ ਹੁੰਦਾ। ਉਹਨੇ ਸੰਤ ਬਣਨਾ ਹੁੰਦਾ, ਸ਼ਾਂਤੀ ਪ੍ਰਾਪਤ ਕਰਨੀ ਹੁੰਦੀ ਹੈ। ਸ਼ਾਂਤੀ ਪ੍ਰਾਪਤ ਕਿਵੇਂ ਹੁੰਦੀ ਹੈ? ਉਹ ਗੁਰਬਾਣੀ ਦੱਸਦੀ ਹੈ। ਜੇ ਤਾਂ ਸਭ ਕੁਝ ਕਰ ਲੂਗਾ, ਜਿਨ੍ਹਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਉਹਨਾਂ ਨੇ ਗੁਰਬਾਣੀ ਰਚੀ ਹੈ, ਦੱਸੀ ਹੈ। ਗੁਰਬਾਣੀ ਦਾ ਤਾਂ ਗਿਆਨ ਨਹੀਂ ਸੰਤਾਂ ਨੂੰ, ਨਾ ਗੁਰਬਾਣੀ ਦਾ ਗਿਆਨ ਦੀ ਕੋਸ਼ਿਸ਼ ਕਰਦੇ ਨੇ। ਇਹ ਸੁਣਾਉਂਦੇ ਨੇ ਸਾਖੀਆਂ। ਸਾਖੀਆਂ ਸਰੀਰ ਨਾਲ ਜੁੜੀਆਂ ਹੁੰਦੀਆਂ ਨੇ, ਮਾਇਆ ਨਾਲ ਜੁੜੀਆਂ ਹੁੰਦੀਆਂ ਨੇ। ਸਾਖੀਆਂ ਗੁਰ ਕੀ ਕਰਨੀ ਹੁੰਦੀਆਂ ਨੇ। ਜੋ ਘਟਨਾਵਾਂ ਉਹਨਾਂ ਨੇ ਵਾਪਰੀਆਂ ਨੇ ਸੰਸਾਰ 'ਚ ਆ ਕੇ, ਉਹ ਗੁਰ ਕੀ ਕਰਨੀ ਹੈ। ਗੁਰਬਾਣੀ ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਾਹੇ ਸਾਕਾਰ ਕਮਾਵੋ। ਤੁਸੀਂ ਉਹ ਕੰਮ ਕਰਿਓ ਜਿਹੜਾ ਤੁਹਾਨੂੰ ਕਿਹਾ ਗੁਰਬਾਣੀ 'ਚ। ਸਾਖੀਆਂ ਸਾਡੀਆਂ ਮਗਰ ਨਾ ਜਾਇਓ। ਜੇ ਸਾਖੀਆਂ ਮਗਰ ਚਲੇ ਗਏ ਤਾਂ ਰਹਿ ਜਾਓਗੇ, ਸਾਖੀਆਂ ਮਗਰ ਚਲੇ ਗਏ ਤਾਂ ਰਹਿ ਗਏ। ਸੌਖਾ ਕੰਮ ਆ ਨਾ ਸਾਖੀਆਂ ਸੁਣਾਉਣੀਆਂ। ਸਾਖੀਆਂ ਸੁਣਾ ਦਿਓ, ਸੰਤ ਬਣ ਜਾਓ। ਬਾਜੇ ਤੇ ਉਂਗਲੀਆਂ ਮਾਰਨੀਆਂ ਸਿੱਖ ਲਓ, ਬਸ ਆਹੀ ਗੱਲ ਹੈ, ਹੋਰ ਤਾਂ ਕੁਛ ਨਹੀਂ। ਪੰਜ ਚਾਰ ਨਾਲ ਦੂਏ ਚਿਮਟਿਆਣੇ ਰੱਖ ਲਓ, ਢੋਲਕ ਵਾਲਾ ਰੱਖ ਲਓ, ਬੜੇ ਸੌਖੇ ਸੰਤ ਬਣ ਗਏ। ਇਹ ਸਭ ਪ੍ਰਪੰਚ ਹੈ, ਸੰਤ ਬਣਾ ਨਹੀਂ ਹੈ। ਸੰਤਾਂ ਦੇ ਇਹੋ ਜਿਹੇ ਕੰਮ ਨਹੀਂ ਹੁੰਦੇ। ਕਿਹੜੇ ਭਗਤ ਨੇ ਕੰਮ ਕੀਤਾ? ਜਿਹੜਾ ਇਹ ਕਰ ਰਹੇ ਨੇ, ਕਿਹੜੇ ਭਗਤ ਨੇ ਕੀਤਾ ਇਹ ਕੰਮ? ਕਿਸੇ ਨੇ ਨਹੀਂ ਕੀਤਾ ਇਹ ਕੰਮ। ਸੰਤਾਂ ਦਾ ਕੰਮ ਹੀ ਨਹੀਂ ਹੈ। ਅਮਿੱਤਰ ਹਰੀ, ਮਿੱਤਰ ਹਰੀ। ਉਹ ਮਿੱਤਰ ਨਹੀਂ ਬਣਾਉਂਦਾ ਕਿਸੇ ਨੂੰ। ਜਿਹੜਾ ਮਿੱਤਰ ਬਣਾਉਂਦਾ ਤਾਂ ਦੁਸ਼ਮਣ ਹੋਣੇ ਜ਼ਰੂਰੀ ਨੇ। ਜਿਹਨੂੰ ਮਿੱਤਰ ਬਣਾਵਾਂਗੇ, ਪਹਿਲਾਂ ਤਾਂ ਮਿੱਤਰ ਥਾ ਨਹੀਂ ਨਾ ਆਪਣਾ ਬਣਾਇਆ ਨਾ, ਪਹਿਲਾਂ ਤਾਂ ਥਾ ਨਹੀਂ। ਉਹ ਨਹੀਂ ਮਿੱਤਰ ਕਿਸੇ ਨੂੰ ਬਣਾਉਂਦਾ। ਉਹਦੇ ਸਾਰੇ ਮਿੱਤਰੇ ਨੇ। ਮਿੱਤਰ ਜਿਹਦੇ ਸਾਰੇ ਹੀ ਨੇ ਉਹਨੇ ਬਣਾਉਣਾ। ਹੁਣ ਮਿੱਤਰ ਤਾਂ ਬਣਾਵੇ ਜੇ ਪਹਿਲਾਂ ਮਿੱਤਰ ਨਾ ਹੋਵੇ। ਜੇ ਤੂੰ ਮਿੱਤਰ ਸਾਡਾ, ਗੁਰਬਾਣੀ ਕੀ ਕਹਿੰਦੀ? ਇਹਦਾ ਮਤਲਬ ਸਾਰਿਆਂ ਦਾ ਮਿੱਤਰ ਉਹ ਹੈ ਨਾ, ਪਹਿਲਾਂ ਹੀ ਮਿੱਤਰ ਉਹਦਾ। ਜਿਹੜਾ ਆਲਰੇਡੀ ਉਹ ਮਿੱਤਰ ਹੈ, ਤੇ ਉਹਨੂੰ ਮਿੱਤਰ ਬਣਾਉਣ ਦੀ ਕੀ ਲੋੜ ਹੈ ਕਿਸੇ ਨੂੰ? ਅਸੀਂ ਉਹਨੂੰ ਬਣਾਈਏ ਨਾ ਬਣਾਈਏ ਗੱਲ ਅਲੱਗ ਹੈ। ਕੋਈ ਉਹਨੂੰ ਮਿੱਤਰ ਮੰਨੇ ਨਾ ਮੰਨੇ ਗੱਲ ਅਲੱਗ ਹੈ, ਪਰ ਉਹ ਸਭ ਦਾ ਮਿੱਤਰ ਹੈ। ਅਮਾਤ ਹਰੀ, ਮਾਤ ਨਹੀਂ ਦੇ ਸਕਦਾ ਉਹਨੂੰ। ਅਮਾਤ ਹਰੀ, ਅਰੋਗ ਹਰੀ। ਅਮਾਤ ਹੈ, ਉਹ ਜਨਮਿਆ ਨਹੀਂ ਹੈ। ਉਹਦਾ ਮਾਂ ਪਿਓ ਨਹੀਂ ਕੋਈ ਹੁੰਦਾ। ਮਾਤਾ ਪਿਤਾ ਉਹਦਾ ਕੋਈ ਮਾਂ ਨਹੀਂ ਹੈਗੀ। ਉਹ ਕ੍ਰਿਸ਼ਨ ਦੀ ਤਾਂ ਮਾਂ ਹੈ। ਹਰੀ ਉਹਨਾਂ ਦੇ ਇਕੱਠ ਹੋਈ ਜਾਣਾ। ਦੇਖੋ ਹਰੀ ਦੀ ਵੀ ਗੱਲ ਕਰੀ ਜਾਂਦਾ ਨਾ, ਉਹਨਾਂ ਵਾਲਾ ਇਕੱਠ ਵੀ ਆਪਣੇ ਆਪ ਹੋਈ ਜਾਂਦਾ। ਹਰੀ ਅਮਾਤ ਹੁੰਦਾ, ਉਹਦੀ ਮਾਂ ਨਹੀਂ ਹੁੰਦੀ ਕੋਈ। ਅਰੋਗ ਹਰੀ, ਉਹਨੂੰ ਕੋਈ ਰੋਗ ਨਹੀਂ ਹੁੰਦਾ ਹਰੀ ਨੂੰ। ਜੇ ਸਰੀਰ ਉਹ ਰੋਗ ਤਾਂ ਦੇਖੋ ਆਤਮਾ ਦੇ ਵੀ ਰੋਗ ਹੁੰਦੇ ਨੇ। ਆਤਮਾ ਕਰਕੇ ਜਿਹੜੇ ਰੋਗੀ ਨੇ ਉਹਨਾਂ ਦਾ ਜਨਮ ਹੋਇਆ ਹੈ। ਜਿਹੜਾ ਰੋਗ ਹੈ ਨਾ ਆਤਮਾ, ਹਾਂ, ਰੋਗ ਰਹਿਤ ਮੇਰੇ ਸਤਿਗੁਰ ਜੋਗੀ। ਜੋਗੀ। ਸਾਰਾ ਸੰਸਾਰ ਰੋਗੀਆਂ ਦਾ ਹੋਇਆ। ਇੱਥੇ ਦਾ ਇਲਾਜ ਕਰਾਉਣਾ ਹੈ, ਹਸਪਤਾਲ ਹੈ। ਤਾਂ ਹਉਮੈ ਦੀਰਘ ਰੋਗ ਹੈ। ਹਉਮੈ ਦੀਰਘ ਰੋਗ ਹੈ, ਪੁਰਾਣਾ ਰੋਗ ਹੈ। ਹਉਮੈ ਛੱਡਣਾ ਸੀ ਦੀਰਘ ਰੋਗ, ਹਉਮੈ ਵਧਾ ਲਈ ਸਿੱਖਾਂ ਨੇ। ਇਹ ਬਹੁਤ ਬੜਾ ਰੋਗ ਵੱਧ ਗਿਆ। ਸਿੱਖੀ ਤੋਂ ਬਹੁਤ ਦੂਰ ਚਲੇ ਗਏ। ਸਿੱਖਾਂ ਦੇ ਘਰ ਜਨਮ ਹੋਇਆ, ਰੋਗ ਘਟਾਉਣਾ ਸੀ, ਰੋਗ ਅਸੀਂ ਵਧਾ ਬੈਠੇ। ਸੁੱਤੇ ਪਏ ਨੇ, ਹੋਰ ਕੀ ਕਰਦੇ ਨੇ? ਰੋਗ ਦੀ ਤਾਂ ਦਵਾਈ ਉਹ ਸਾਡੇ ਕੋਲ ਸੀ,
ਹੋਰ ਕਿਸੇ ਕੋਲ ਹੈ ਹੀ ਨਹੀਂ। ਹੋਮਿਓਪੈਥੀ ਦਾ ਦਵਾਈ ਉਹ ਸਾਡੇ ਘਰ ਸੀ, ਹੋਰ ਕਿਸੇ ਕੋਲ ਹੈ ਹੀ ਨਹੀਂ। ਉਹ ਤਾਂ ਪਾਠ ਪੜ੍ਹੇ ਔਰ ਵੇਦ ਵਿਚਾਰੇ ਵਾਲੇ ਤਾਂ ਸਾਰੇ ਹੋਵੇ, ਪਰ ਅਸੀਂ ਪਾਠ ਪੜ੍ਹੇ ਵੇਦ ਅਸੀਂ ਸਭ ਕੁਝ ਛੱਡਤਾ। ਉਹ ਵੀ ਨਹੀਂ ਕਰਦੇ ਜਿਹੜਾ ਕਰਦੇ ਸੀ। ਉਹਨਾਂ ਵਾਲੇ ਛੱਡਤੇ, ਆਪਣੇ ਵਾਲਾ ਕੀਤਾ ਸੀ। ਗੱਲ ਆ ਹੋਈ, ਉਹਨਾਂ ਨੇ ਜ਼ਰੂਰ ਛੱਡਣੇ ਸੀ, ਇਹ ਗੱਲ ਠੀਕ ਸੀ, ਪਰ ਆਪਣੇ ਵਾਲਾ ਕਰਨਾ ਵੀ ਸੀ। ਛੱਡ ਦਿੱਤਾ ਸਭ ਕੁਝ, ਕੀਤਾ ਜੋ ਕਿਹਾ ਸੀ ਵੀ ਕਰ ਲੋ, ਕੀਤਾ ਨਹੀਂ। ਆਹ ਸਿਆਪਾ ਹੋ ਗਿਆ। ਇੱਥੋਂ ਖਾ ਕੇ ਮਾਰ ਸਾਰੇ ਹੀ। ਥੋੜਾ ਬਹੁਤਾ ਜਿਹੜਾ ਹਿੰਦੂ ਮਤ ਨੇ ਕਰਾਇਆ ਤਾਂ ਉਹਦਾ ਦਿੱਤਾ ਛੱਡ। ਜਿਹੜਾ ਕਿਹਾ ਸੀ ਆ ਕਰਿਓ, ਉਹ ਕਰਨ ਤੇ ਉਹ ਕਰਦੇ ਨਹੀਂ। ਇਸ ਕਰਕੇ ਬੁੱਧ ਪੁੱਠੀ ਹੋ ਗਈ। ਹੰਕਾਰ ਹੰਕਾਰ ਵੱਧ ਗਿਆ, ਹੰਕਾਰ ਹੰਕਾਰ ਹੋ ਗਿਆ। ਜੋ ਕਰਨਾ ਸੀ ਉਹ ਕੀਤਾ ਨਹੀਂ, ਜੋ ਨਹੀਂ ਕਰਨ ਨੂੰ ਕਿਹਾ ਸੀ ਉਹ ਤਾਂ ਛੱਡ ਦਿੱਤਾ। ਚਲੋ ਉਹਦਾ ਛੱਡਦਾ ਚੰਗਾ ਹੋ ਗਿਆ, ਪਰ ਕਰਨ ਵਾਲਾ ਕਰਨਾ ਸੀ ਤਾਂ ਛੱਡਣਾ ਸੀ। ਉਹ ਨਹੀਂ, ਉਹੀ ਚੰਗਾ ਸੀਗਾ। ਉਹ ਫੁੱਲਾਂ ਤੱਕ ਤਾਂ ਲੈ ਜਾਂਦੀ ਆ ਉਹ ਭਗਤੀ। ਕਬੀਰ ਉਹੀ ਕਰਦਾ ਆਇਆ ਸੀ, ਸਾਰੇ ਉਹੀ ਕਰਦੇ ਆਏ ਸੀ। ਇਹ ਤਾਂ ਉਹ ਵੀ ਛੱਡ ਗਏ। ਅਸ਼ੋਕ ਹਰੀ, ਅਸ਼ੋਕ ਹਰੀ, ਉਹਨੂੰ ਕਿਸੇ ਕਿਸਮ ਦਾ ਕੋਈ ਕਦੇ ਗਮ ਸ਼ੌਕ ਨਹੀਂ ਹੁੰਦਾ। ਉਹਦੇ ਘਰ 'ਚ ਕਦੇ ਵੀ ਕੋਈ ਸ਼ੌਕ ਨਹੀਂ ਹੁੰਦਾ। ਨਾ ਉਹ ਮਰੇ ਨਾ ਠਾਗੇ ਜਾਏ। ਜੇ ਉੱਥੇ ਕੋਈ ਮਰਦਾ ਹੀ, ਆਤਮਾ ਮਰਦੀ ਉਹ ਨਹੀਂ ਹੈ। ਆਤਮਾ ਨਹੀਂ ਮਰਦੀ, ਉਹਦਾ ਕੋਈ ਨਹੀਂ ਮਰਦਾ। ਆਤਮਾਵਾਂ ਸਭ ਉਹਦੀਆਂ ਨੇ ਨਾ। ਉਹਦਾ ਮਿੱਤਰ ਕੋਈ ਮਰਦਾ ਹੀ ਨਹੀਂ ਹੈ। ਚੋਲਾ ਬਦਲਦਾ, ਨਵਾਂ ਚੋਲਾ ਦੇ ਦਿੰਦਾ। ਜੇ ਕਹਿੰਦਾ ਕੱਪੜਾ ਫਟ ਵੀ ਗਿਆ ਗਲਤੀ ਨਾਲ ਵੀ ਐਕਸੀਡੈਂਟ ਹੋ ਕਹਿੰਦਾ ਚੱਲ ਕੋਈ ਨਹੀਂ, ਛੱਡ ਪਰੇ, ਨਵਾਂ ਲੈ ਲੈ ਤੂੰ। ਮਰਦਾ ਤਾਂ ਹੈ ਉਹ ਨਹੀਂ ਕੋਈ। ਸਾਨੂੰ ਲੱਗਦਾ ਹੈ ਮਰਦਾ। ਸਾਡੇ ਕੋਲ ਅੱਖਾਂ ਨੇ ਨਾ, ਉਹ ਅੱਖਾਂ ਨਹੀਂ ਸਾਡੇ ਕੋਲ, ਦੂਈਆਂ ਨਹੀਂ ਹਨ। ਜਿਹੜੀਆਂ ਉਹਦੇ ਵਾਲੀਆਂ ਅੱਖਾਂ ਨੇ ਸਾਡੇ ਕੋਲ ਹੈ ਨਹੀਂ। ਸਾਨੂੰ ਸ਼ੌਕ ਤਾਂ ਹੁੰਦਾ ਉਹ ਅੱਖ ਸਾਡੇ ਕੋਲ ਹੋਵੇ, ਫਿਰ ਸ਼ੌਕ ਸਾਨੂੰ ਬਣਾ ਹੋਵੇ। ਜਿਹਦੇ ਕੋਲ ਅੱਖ ਹੁੰਦੀ ਉਹਨੂੰ ਸ਼ੌਕ ਨਹੀਂ ਹੁੰਦਾ। ਭਰਮ ਹਰੀ, ਸਮਝਿਆ ਨਹੀਂ? ਅਪਰਮ ਹਰੀ, ਹਰੀ ਭਰਮ ਤੋਂ ਰਹਿਤ ਹੈ। ਹਰੀ ਭਰਮ ਤੋਂ ਰਹਿਤ ਹੈ। ਅਕਰਮ ਹਰੀ, ਕਰਮ ਤੋਂ ਵੀ ਰਹਿਤ ਹੈ। ਕਰਮ ਕਰਨ ਵਾਲੇ ਇੰਨੀ ਦੁਨੀਆ ਰੱਖੀ ਉਹਦੇ ਕੰਮ ਕਰਨ ਤੇ, ਉਹਨੂੰ ਕੰਮ ਕਰਨ ਦੀ ਕੀ ਲੋੜ ਹੈ? ਕੰਮ ਨਹੀਂ ਕਰਦਾ ਉਹ ਕੋਈ, ਕਰਾਉਂਦਾ ਹੈ। ਕਰਾਉਣਾ ਹੋਰ ਗੱਲ ਹੈ, ਕਰਨਾ ਹੋਰ ਗੱਲ ਹੈ। ਕਰਨਾ ਦਾ ਸਰੀਰ ਦੇਹਧਾਰੀਆਂ ਨੇ, ਉਹਦੀ ਇੱਛਾ ਮੁਤਾਬਕ ਸਭ ਕੁਝ ਹੋਈ ਜਾਂਦਾ। ਜੋ ਚਾਹੁੰਦਾ ਹੁੰਦਾ ਉਹ ਹੈ, ਕਰਨ ਵਾਲੇ ਹੋਰ ਨੇ। ਕਰਾਉਂਦਾ ਸਭ ਜੀਵਾਂ ਤੋਂ ਹੀ, ਉਹਦਾ ਇੱਛਾ ਨਾਲ ਸਭ ਕੁਝ ਹੋਈ ਜਾਂਦਾ। ਉਹਦੀ ਨੂੰ ਉਹਦਾ ਚਾਹਣਾ ਹੀ ਕਰਨਾ, ਜੋ ਚਾਹੁੰਦਾ ਉਹ ਹੋਈ ਜਾਂਦਾ। ਅਜੈ ਹਰੀ, ਅਜੈ ਹਰੀ, ਜਿੱਤਿਆ ਨਹੀਂ ਜਾ ਸਕਦਾ, ਉਹਨੂੰ ਨਹੀਂ ਕੋਈ ਜਿੱਤ ਸਕਦਾ। ਅਭੈ ਹਰੀ, ਪੈ ਰਹਿਤ ਹੈ ਹਰੀ, ਅਭੈ ਹਰੀ ਹੈ। ਅਭੇਦ ਹਰੀ, ਅਭੇਦ ਹਰੀ, ਉਹਦਾ ਕਿਸੇ ਨੂੰ ਭੇਦ ਨਹੀਂ, ਕੋਈ ਉਹਦਾ ਭੇਦ ਨਹੀਂ ਪਾ ਸਕਦਾ। ਅਛੇਦ ਹਰੀ, ਅਛੇਦ ਹਰੀ, ਕੋਈ ਉਹ ਛੇਦ ਨਹੀਂ ਕਰ ਸਕਦਾ, ਸੁਰਾਖ ਨਹੀਂ ਕਰ ਸਕਦਾ। ਅਖੰਡ ਹਰੀ, ਅਖੰਡ ਹਰੀ, ਕੋਈ ਉਹਦਾ ਟੁਕੜਾ ਨਹੀਂ ਕਰ ਸਕਦਾ, ਕੱਟ ਨਹੀਂ ਸਕਦਾ ਉਹਨੂੰ। ਅਭੰਡ ਹਰੀ, ਅਭੰਡ ਹਰੀ, ਕਦੇ ਵੀ ਜਨਮ ਨਹੀਂ ਲੈਂਦਾ ਉਹ, ਭਾਂਡੇ 'ਚ ਨਹੀਂ ਪੈਂਦਾ। ਭੰਡ ਹੁੰਦਾ, ਭੰਡ ਜੰਮੀਏ ਭੰਡ ਵੀ ਹੈ ਨਾ, ਕਦੇ ਵੀ ਗਰਭ 'ਚ ਨਹੀਂ ਪੈਂਦਾ ਉਹ। ਗਰਭ 'ਚ ਕਦੇ ਨਹੀਂ ਹੁੰਦਾ। ਜਿਹੜਾ ਉਹ ਲਿਖਿਆ ਨਾ ਕ੍ਰਿਸ਼ਨ ਨੇ, ਜਦ ਇੱਥੇ ਸੰਕਟ ਆਉਂਦਾ ਮੈਂ ਜਨਮ ਲੈਂਦਾ, ਉਹ ਗੱਲ ਕੱਟੀ ਹੈ। ਕਦੇ ਨਹੀਂ ਹਰੀ ਜਨਮ ਲੈਂਦਾ, ਝੂਠ ਲਿਖਿਆ ਹੋਇਆ ਉੱਥੇ ਗੀਤਾ 'ਚ। ਜਿਹੜਾ ਕਹਿੰਦਾ ਨਾ ਜਦ ਜਦ ਧਰਮ ਦੀ ਨਾਸ ਹੁੰਦਾ ਫਿਰ ਮੈਨੂੰ ਜਨਮ ਲੈਣਾ ਪੈਂਦਾ, ਉਹ ਗੱਲ ਤੇ ਪ੍ਰਹਾਰ ਕੀਤਾ। ਕਦੇ ਵੀ ਗਰਭ 'ਚ ਨਹੀਂ ਆਉਂਦਾ ਉਹ, ਇਹ ਗੱਲ ਝੂਠ ਹੈ। ਗਰਭ 'ਚ ਆਮ ਜੀਵ ਆਉਂਦਾ, ਠੀਕ ਹੈ, ਉਹਦੀ ਆਤਮਾ ਸ਼ੁੱਧ ਹੋ ਸਕਦੀ ਹੈ,
ਪਿਛਲੇ ਜਨਮਾਂ ਕਰਕੇ, ਪਰ ਹੁੰਦਾ ਜੀਵ ਆਤਮਾ ਹੀ ਉਹ। ਹਰੀ ਨਹੀਂ ਹੁੰਦਾ। ਹਰੀ ਜਿਹੜਾ ਹੁੰਦਾ ਨਾ, ਉਹ ਆਂਡੇ ਦੇ ਬਾਹਰ ਹੁੰਦਾ, ਇਹ ਆਂਡੇ ਦੇ ਵਿੱਚ ਹੁੰਦਾ। ਆਂਡੇ ਦੇ ਵਿੱਚ ਐਸਾ ਬੱਚਾ ਵੀ ਹੁੰਦਾ, ਆਂਡਾ ਫੁੱਟਦੀ ਸਾਰੇ ਹੁਣ ਭਰ ਦੋ ਬਾਹਰ ਹੋ ਗਿਆ, ਪੂਰਾ ਹੁੰਦਾ ਅੰਦਰ ਵੀ, ਪਹਿਲਾਂ ਹੀ ਪੂਰਾ ਹੁੰਦਾ। ਇੱਕ ਜੋ ਪੂਰਾ ਬਣਿਆ ਨਹੀਂ ਹੁੰਦਾ ਆਂਡੇ, ਜਦੋਂ ਬਿਲਕੁਲ ਪੂਰਾ ਹੁੰਦਾ ਜੋ ਆਂਡੇ 'ਚ ਹੈ, ਬਸ ਉਹਨਾਂ ਦਾ ਜਿਹੜਾ ਜਨਮ ਹੁੰਦਾ ਨਾ, ਜਨਮ ਉਹਨਾਂ ਨੂੰ ਵੀ ਲੈਣਾ ਪੈਂਦਾ। ਆਂਡਾ ਇੱਥੇ ਹੀ ਫੁੱਟੂਗਾ, ਆਂਡਾ ਨਹੀਂ ਬਗੈਰ ਸਰੀਰ ਤੇ ਫੁੱਟ ਸਕਦਾ ਭਰਮ ਦਾ। ਕਿ ਆਂਡਾ ਪੂਰਾ ਵੀ ਬੱਚਾ ਬਣ ਗਿਆ, ਫੁੱਟਿਆ ਨਹੀਂ ਨਾ ਹੈ, ਆਂਡਾ ਨਹੀਂ ਫੁੱਟ ਸਕਦਾ। ਆਂਡਾ ਸਰੀਰ 'ਚ ਆ ਕੇ ਫੁੱਟੂਗਾ। ਫੁੱਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸਾ। ਫੁੱਟੂਗਾ ਇੱਕ ਸਰੀਰ, ਫੇਰ ਲੈਣਾ ਪੈਂਦਾ, ਫੇਰ ਫੁੱਟ ਜਾਂਦਾ ਆਂਡਾ। ਉਹ ਇਹੋ ਜਿਹੇ ਸੀਗੇ ਜਿਹੜੇ ਬਸ ਸਭ ਕੁਝ ਪੂਰਾ ਹੀ ਸੀ, ਆਂਡਾ ਹੀ ਫੁੱਟਣਾ ਸੀ, ਉਹ ਪਹਿਲਾਂ ਹੀ ਫੁੱਟ ਗਿਆ, ਛੇਤੀ ਉਹ ਫੁੱਟ ਗਿਆ। ਉਹ ਐਂ ਲੱਗਦਾ ਵੀ ਜੰਮਦੇ ਹੀ ਉਹ ਬ੍ਰਹਮ ਗਿਆਨੀ ਸੀ। ਇਸ ਕਰਕੇ ਲੋਕਾਂ ਨੂੰ ਭੁਲੇਖਾ ਹੋ ਜਾਂਦਾ ਵੀ ਬ੍ਰਹਮ ਗਿਆਨੀ ਜਨਮ ਲੈ ਲੈਂਦੇ ਨੇ। ਜਨਮ ਨਹੀਂ ਲੈਂਦੇ ਹੁੰਦੇ, ਉਹ ਨਹੀਂ ਜਨਮ ਲੈਂਦੇ। ਉਹਨਾਂ ਦਾ ਜਨਮ ਹੋ ਹੀ ਨਹੀਂ ਸਕਦਾ, ਦੋ ਟੁਕੜਿਆਂ ਦੇ ਬਿਨਾਂ ਜਨਮ ਨਹੀਂ ਹੋ ਸਕਦਾ। ਜਿੰਨਾ ਚਿਰ ਭਰਮ ਚ ਬੰਦ ਨਹੀਂ ਹੈ, ਜਨਮ ਨਹੀਂ ਹੋ ਸਕਦਾ। ਜਿੰਨਾ ਚਿਰ ਮਹਿਦੂਦ ਨਾ ਕਰੇ, ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ ਜਾਏ, ਜਿੰਨਾ ਚਿਰ ਇਹਨੂੰ ਪ੍ਰੈਸ ਕਰਕੇ ਛੋਟਾ ਨਾ ਕੀਤਾ ਜਾਵੇ, ਬੀਜ ਨਾ ਕੀਤਾ ਜਾਵੇ, ਜਨਮ ਕਿਵੇਂ ਲਊ? ਹਰੀ ਸਰਵ ਵਿਆਪੀ ਹੁੰਦਾ, ਉਹਨੂੰ ਕਰਨਾ ਆਂਡੇ ਦੇ ਵਿੱਚ ਬੰਦ। ਆਂਡੇ ਦੇ ਵਿੱਚ ਬੰਦ ਕਰੇ ਬਿਨਾਂ ਜਨਮ ਨਹੀਂ ਲੈ ਸਕਦਾ। ਇਹ ਗੱਲ ਬਹੁਤ ਭੇਜਦੀ ਹੈ, ਪਰ ਗੁਰਬਾਣੀ ਦੀ ਜਿਹਨਾਂ ਨੂੰ ਸਮਝ ਆ ਨਾ, ਉਹਨਾਂ ਨੂੰ ਪਤਾ ਹੈ ਗੱਲ ਕੀ ਹੈ। ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ ਜਾਏ ਕਹਿਤਾ ਹੈ। ਜਿਨ੍ਹਾਂ ਅੰਦਰ ਹਉਮੈ ਪੈਦਾ ਹੋ ਗਈ ਸੀ, ਉਹਨਾਂ ਨੂੰ ਮਹਿਦੂਦ ਕੀਤਾ ਸੀ। ਹਰੀ 'ਚ ਤਾਂ ਹਉਮੈ ਹੈ ਨਹੀਂ, ਉਹ ਜਨਮ ਕਿਵੇਂ ਲੈ ਲੂਗਾ? ਹਉਮੈ ਆਊਗੀ ਜਨਮ ਲੈ ਲੂਗਾ, ਜਾਂ ਹਉਮੈ ਆਊਗਾ ਫਿਰ ਬੀਜ ਵੀ ਬਣ ਜੂਗਾ। ਹਉਮੈ ਪੈਦਾ ਹੁੰਦੀ ਸਾਰੇ ਬੀਜ ਬਣ ਜੂਗਾ। ਫਿਰ ਪ੍ਰੈਸ ਲੱਗੀ ਹੋਈ ਆ ਉਹਨਾਂ ਕੋ, ਰੂਈ ਕਿੱਡੀ ਕਿੱਡੀ ਹੁੰਦੀ ਆ, ਖਿੰਡੀ ਹੋਈ, ਪ੍ਰੈਸ ਕਰਕੇ ਉਹ ਬੰਨ ਦਿੰਦੇ ਨੇ ਗੱਠ ਜੀ। ਦੋ ਕਮਰਿਆਂ 'ਚ ਨਹੀਂ ਆਉਂਦੀ, ਜਿਹੜੀ ਇੱਕ ਗੱਠ 'ਚ ਆ ਜਾਂਦੀ ਹੈ। ਪ੍ਰੈਸ ਕਰਕੇ ਗੱਠ ਜੀ ਬੰਨ ਕੇ ਉਹ ਮਾਰਦੇ ਨੇ ਪਰੇ। ਉੱਥੇ ਕੀ ਲੱਗਦਾ ਪ੍ਰੈਸ ਕਰ ਲਓ, ਮਸ਼ੀਨਾਂ ਲੱਗੀਆਂ ਹੋਈਆਂ ਨੇ। ਅਡੰਡ ਹਰੀ, ਅਡੰਡ ਹਰੀ, ਹਰੀ ਨੂੰ ਡੰਡ ਨਹੀਂ ਦਿੱਤਾ ਜਾ ਸਕਦਾ। ਡੰਡ ਦਾ ਜੀਵਾਤਮਾ ਨੂੰ, ਜਿਹੜਾ ਬੰਨਣ ਦੇ ਵਿੱਚ ਡੰਡ ਹੋਈ ਹੈ, ਬੰਧਨ ਤੇ ਮੁਕਤ ਹੈ ਹਰੀ। ਪ੍ਰਚੰਡ ਹਰੀ, ਪ੍ਰਚੰਡ ਹਰੀ, ਹਰੀ ਪ੍ਰਚੰਡ ਰੂਪ ਹੈ। ਉਦੋਂ ਜ਼ਿਆਦਾ ਰੋਸ਼ਨੀ ਕਿਸੇ ਚੀਜ਼, ਪ੍ਰਚੰਡ ਉਹ ਹੁੰਦਾ ਜਿਹਦੋਂ ਜ਼ਿਆਦਾ ਰੋਸ਼ਨੀ ਕਿਸੇ ਚੀਜ਼ ਦੀ ਨਾ ਹੋਵੇ। ਗਿਆਨ ਪ੍ਰਚੰਡ ਜਦ ਹੋ ਜਾਂਦਾ, ਉਦੋਂ ਵੱਧ ਰੋਸ਼ਨੀ ਨਹੀਂ ਹੁੰਦੀ ਗਿਆਨ ਦੀ। ਫਿਰ ਅਤੇਵ ਹਰੀ, ਅਭੇਵ ਹਰੀ, ਅਤੇਵ ਹਰੀ, ਅਭੇਵ ਹਰੀ, ਭੇਵ ਤੋਂ ਰਹਿਤ ਹੈ। ਅਤੇਵ ਹਰੀ, ਅਭੇਵ ਹਰੀ, ਅਜੇਵ ਹਰੀ, ਅਛੇਵ ਹਰੀ। ਅਤੇਵ ਹਰੀ, ਅਭੇਵ ਹਰੀ। ਉਹ ਬਹੁਤ ਵੱਡਾ ਲਿਖਦਾ ਹੈ ਅਤੇਵ ਨੂੰ। ਅਤੇਵ ਇਹਦਾ ਮਤਲਬ ਲਿਖਦਾ ਉਹ ਇੰਨਾ ਵੱਡਾ ਹੈ ਕਿ ਜਿਹਦਾ ਅਸੀਂ ਕੋਈ ਦੂਸਰੇ ਨਾਲ ਮੁਕਾਬਲਾ ਨਹੀਂ ਕਰਕੇ ਦੱਸ ਸਕਦੇ ਵੀ ਇੰਨਾ ਵੱਡਾ। ਜਿਹਦਾ ਬਲ ਬਹੁਤ ਵੱਡਾ, ਨਹੀਂ, ਆਕਾਰ 'ਚ ਵੀ ਵੱਡਾ, ਸਾਰੇ ਪਾਸੇ ਵੱਡਾ। ਉਹਦੀ ਵੱਡੇ ਨੂੰ ਅਸੀਂ ਅੱਤ ਦਾ ਵੱਡਾ ਕਹਿ ਸਕਦੇ ਹਾਂ। ਬਸ ਉਹ ਕਹ ਵੱਡੇ ਹੋ, ਵੱਡੇ ਤੋਂ ਵੱਡਾ। ਜੇ ਕੋਈ ਵੱਡਾ ਆਪਣੇ ਆਪ ਨੂੰ ਕਹਿਣਾ ਹੋਵੇ, ਉਹ ਤੋਂ ਵੱਡਾ ਕੁਝ ਹੁੰਦਾ ਹੀ ਨਹੀਂ। ਅਭੇਵ ਹਰੀ, ਅਭੇਵ ਹਰੀ, ਭੇਦ ਭਾਵ ਤੇ ਪਰੇ ਹੈ।
ਅਜੀਵ ਹਰੀ ਅਜੇਬ ਹਰੀ ਉਹ ਜਿੱਤਣ ਤੋਂ ਪਰੇ ਹੈ। ਅਸ਼ੇਵ ਹਰੀ ਅਸ਼ੇਵ ਹਰੀ ਉਹਨੂੰ ਕੱਟਿਆ ਨਹੀਂ ਜਾ ਸਕਦਾ, ਕੱਟਿਆ ਨਹੀਂ, ਨਾਸ਼ ਨਹੀਂ ਕੀਤਾ ਜਾ ਸਕਦਾ ਉਹਦਾ। ਭਜੋ ਹਰੀ ਥਪੋ ਹਰੀ ਭਜੋ ਹਰੀ, ਇਸ ਕਰਕੇ ਹਰੀ ਨਾਲ ਜੁੜੋ, ਇਸ ਕਰਕੇ ਹਰੀ ਨਾਲ ਜੁੜੋ ਥਪੋ ਹਰੀ ਔਰ ਉਹਦੇ ਨਾਲ ਜੁੜ ਕੇ ਉਹਦੇ ਵਰਗੇ ਹੀ ਹੋ ਜਾਓ, ਥੱਪ ਕੇ ਥਿਰ ਹੋ ਜਾਓ। ਹਰੀ ਨਾਲ ਜੁੜ ਕੇ ਹਰੀ ਵਾਂਗੂ ਹੀ ਥਿਰ ਹੋ ਜਾਵੋ। ਤਪੋ ਹਰੀ ਤਪੋ ਹਰੀ, ਜੇ ਤਪ ਵੀ ਕਰਨਾ ਹੈ ਤੁਸੀਂ ਤਾਂ ਉਹਦੇ ਨਾਲ ਜੁੜ ਕੇ ਹੀ ਕਰੋ। ਤਪੋ ਕੀ ਹੈ? ਮਨ ਨੂੰ ਤੁਸੀਂ ਜੇ ਕਾਬੂ ਕਰਨਾ ਤਾਂ ਹਰੀ ਨਾਲ ਜੋੜ ਦੋ ਆਪੇ। ਜਿਵੇਂ ਅਸੀਂ ਕਹਿੰਦੇ ਸੰਗਲ ਨਾ ਬੰਨ੍ਹਦੇ ਨੂੰ, ਰੱਸੀ ਨਾਲ ਨਹੀਂ ਖੜਨਾ ਇਹਨੇ। ਹਰੀ ਨਾਲ ਮਨ ਨੂੰ ਬੰਨ੍ਹ ਦਈਏ ਤਾਂ ਸਮਝ ਲਓ ਫਿਰ ਰੁਕਦਾ ਹੈ, ਵਰਨਾ ਮਨ ਨਹੀਂ ਰੁਕਦਾ ਕਿਸੇ ਚੀਜ਼ ਨੂੰ। ਹਰੀ ਦੇ ਨਾਲ ਜੋੜ ਦਈਏ, ਹਰੀ ਨੂੰ ਬਾਂਹ ਫੜਾ ਦਈਏ ਨਾ ਇਹਦੀ। ਜਪੋ ਹਰੀ ਸੂਰਦਾਸ ਮਨ ਪ੍ਰਭ ਹੱਥ ਦੀਨੋ ਲੀਨੋ ਇਹ ਪਰਲੋਕ। ਮਨ ਨੂੰ ਹਰੀ ਦੇ ਹੱਥ 'ਚ ਫੜਾਤਾ ਵੀ ਇਹਦੀ ਬਾਂਹ ਤੂੰ ਫੜੀ, ਮੈਂ ਬੁੱਧੀ ਨੇ ਵੀ ਆ ਬਾਂਹ ਫੜੀ ਤੂੰ, ਮੈਂ ਜਰਾ ਹੋਰ ਉਹਨੂੰ ਇੱਕ ਵਾਰ ਬਾਂਹ ਫੜਾਤੀ, ਮੁੜ ਕੇ ਕਹਿਤਾ ਵੀ ਤੂੰ ਹੀ ਰੱਖੇ ਦੀ ਬਾਂਹ, ਇਹਦੀ ਤੇ ਕਾਬੂ ਆਉਂਦਾ। ਇਹੀ ਗੱਲ ਇੱਥੇ ਕਹੀ ਹੋਈ ਹੈ। ਜਪੋ ਹਰੀ ਜਪਣਾ ਵੀ ਹਰੀ ਨੂੰ ਹੈ, ਜਾਣਨਾ ਵੀ ਹਰੀ ਨੂੰ ਹੈ, ਸਮਝਣਾ ਵੀ ਹਰੀ ਨੂੰ ਹੈ, ਜੁੜਨਾ ਵੀ ਉਹਦੇ ਨਾਲ ਹੈ। ਜਾਣਨਾ ਵੀ ਉਹਨੂੰ ਹੈ, ਜੁੜਨਾ ਵੀ ਉਹਦੇ ਨਾਲ ਹੈ। ਜੇ ਤਪ ਕਰਨਾ ਤਾਂ ਵੀ ਉਹਦੇ ਨਾਲ, ਉਹ ਆਪ ਵੀ ਤਪ ਕਰਦਾ, ਬੈਠਣਾ ਤਪ ਕਰਨਾ ਹੀ ਹੁੰਦਾ। ਜਿਹੜਾ ਥਿਰ ਹੈ ਉਹੀ ਤਾਂ ਤਪ ਹੈ, ਥਿਰ ਹੋਣਾ ਹੀ ਤਪ ਕਰਨਾ। ਥਿਰ ਹੋ ਕੇ ਬੈਠਣਾ, ਮਨ ਥਿਰ ਹੋ ਗਿਆ ਆਪੇ ਤਪ ਹੈ। ਥਿਰ ਹੋ ਕੇ ਬੈਠਣਾ ਬੜਾ ਔਖਾ ਹੈ, ਇਹੀ ਤਪ ਹੈ। ਮਨ ਨੂੰ ਰੋਕ ਲੈਣਾ ਤਪ ਹੈ। ਕਿਵੇਂ ਰੋਕਣਾ? ਇਹ ਜਪ ਹੈ। ਮਨ ਨੂੰ ਰੋਕਣਾ ਕਿਵੇਂ ਹੈ? ਇਹ ਜਪ ਹੈ। ਰੋਕਣਾ ਤਪ ਹੈ। ਜਲਸ ਤੂੰ ਹੀ ਥਲਸ ਤੂੰ ਹੀ ਜਲਸ ਤੂੰ ਹੀ ਥਲਸ ਤੂੰ ਹੀ, ਜਲ ਦੇ ਵਿੱਚ ਤੂੰ ਹੈ, ਥਲ ਵਿੱਚ ਤੂੰ ਹੀ ਹੈ। ਨਾ ਦਿਸ ਤੂੰ ਹੀ ਨਦਸ ਤੂੰ ਹੀ, ਨਾ ਦਿਸ ਤੂੰ ਹੀ ਨਦਸ ਤੂੰ ਹੀ, ਨਾ ਦਸ ਤੂੰ ਹੀ, ਤੂੰ ਦੀਦਾ ਨਹੀਂ ਹੈ। ਭਾਵੇਂ ਜਲ ਥਲ ਸਾਰੀ ਜਗ੍ਹਾ ਹੈ, ਪਰ ਅੱਖਾਂ ਤੈਨੂੰ ਦੇਖ ਨਹੀਂ ਸਕਦੀ। ਨਾ ਦਿਸ ਤੂੰ ਹੀ, ਦਿਸਦਾ ਨਹੀਂ ਤੂੰ। ਨਦਸ ਤੂੰ ਹੀ, ਨਾ ਦਸ ਤੂੰ ਹੀ, ਨਾ ਤੂੰ ਹੱਥ ਚਾਹੁੰਦਾ, ਦਸ ਤੂੰ ਦਾ ਹੱਥ। ਤੈਨੂੰ ਹੱਥ ਨਾਲ ਫੜ ਨਹੀਂ ਸਕਦੇ। ਹੱਥ ਨਾਲ ਫੜਾਂਗੇ ਉਸ ਚੀਜ਼ ਨੂੰ ਜਿਹੜੀ ਚੀਜ਼ ਸਾਨੂੰ ਦਿਖੂਗੀ। ਕਈ ਚੀਜ਼ਾਂ ਹੁੰਦੀਆਂ ਨੇ ਦੀਦੀਆਂ ਨਹੀਂ, ਪਰ ਉਹ ਮਤਲਬ ਹੱਥ ਨੂੰ ਟੋਹ ਕੇ ਪਤਾ ਲੱਗ ਜਾਂਦਾ। ਜਿਵੇਂ ਹਵਾ ਹੈ, ਹਵਾ ਸਾਨੂੰ ਅੱਖਾਂ ਨੂੰ ਨਹੀਂ, ਹੱਥ ਨੂੰ ਲੱਗਦੀ ਹੈ, ਪਤਾ ਤਾਂ ਲੱਗਦਾ ਨਾ। ਕੋਈ ਫੂਕ ਮਾਰਦਾ, ਹਵਾ ਚੱਲਦੀ ਹੈ, ਜ਼ੋਰ ਨਾਲ ਚੱਲਦੀ ਹੈ, ਪਤਾ ਤਾਂ ਲੱਗਦਾ ਨਾ, ਭਾਵੇਂ ਹੱਥ 'ਚ ਆਉਂਦੀ ਨਹੀਂ, ਪਰ ਪਤਾ ਤਾਂ ਲੱਗਦਾ ਵੀ ਹਵਾ ਹੁੰਦੀ ਹੈ। ਬਿਰਛਸ ਤੂੰ ਹੀ ਪਤਸ ਤੂੰ ਹੀ। ਕੀ ਬਿਰਛਸ ਬ੍ਰਿਛ ਤੂੰ ਹੀ, ਬ੍ਰਿਛ ਜਿਹੜੇ ਨੇ ਵੱਡੇ ਪੇੜ ਉਹ ਵੀ ਤੂੰ ਹੈ, ਪੱਤੇ 'ਚ ਵੀ ਤੂੰ ਹੈ। ਪਾਤੀ ਤੋੜੇ ਮੰਨ ਲਈ, ਪਾਤੀ ਜੀ ਹੋ। ਪਤਸ ਤੂੰ ਹੀ, ਪੱਤੇ ਦੇ ਵਿੱਚ ਵੀ ਤੂੰ ਕੰਮ ਕਰਦਾ। ਜਿੰਨਾ ਚਿਰ ਬ੍ਰਿਛ ਨੂੰ ਲੱਗਿਆ ਹੋਇਆ ਉਹਨਾਂ ਚਿਰ ਤੂੰ ਕੰਮ ਕਰਦਾ। ਜੇ ਤੋੜ ਲਈਏ ਫਿਰ ਨਹੀਂ ਕਰਦਾ, ਫਿਰ ਸੁੱਕ ਜਾਂਦਾ ਪੱਤਾ। ਜਿੰਨਾ ਚਿਰ ਬ੍ਰਿਛ ਨੂੰ ਲੱਗਿਆ ਹੋਇਆ, ਉਹ ਕਹਿੰਦਾ ਤੂੰ ਬ੍ਰਿਛ ਵਿੱਚ ਨਹੀਂ, ਪੱਤੇ ਵਿੱਚ ਵੀ ਹੈਗਾ, ਸਾਰੇ ਸਰੀਰ 'ਚ ਹੈ ਉਦੋਂ। ਛੇਤਸ ਤੂੰ ਹੀ, ਪਰ ਜੇ ਉਂਗਲੀ ਕੱਟ ਕੇ ਰੱਖ ਦਈਏ ਬਾਹਰ, ਜਿਹਨੇ ਜੇ ਉਂਗਲੀ ਨਾਲ ਹਿਲਦੀ ਹੈ ਫਿਰ ਨਹੀਂ ਹਿਲਦੀ। ਪੱਤੇ ਵਿੱਚ ਵੀ ਤੂੰ ਹੈ। ਛੇਤਸ ਤੂੰ ਹੀ, ਛੇਤਸ ਤੂੰ ਹੀ, ਛੇਤਸ ਤੂੰ ਹੀ, ਜਿਹੜਾ ਪੁਰਾਣਾਪਣ ਪੈਂਦਾ ਨਾ, ਪੁਰਾਣਾਪਣ, ਕਾਲ ਰੂਪ ਤੂੰ ਹੈ, ਮੈਂ ਕਹਿ ਲਓ ਤੂੰ ਕਾਲ ਰੂਪ। ਛਿਤ ਵੈਸੇ ਧਰਤੀ ਨੂੰ ਕਹਿੰਦੇ ਨੇ। ਛਿਤ ਡੈਡ ਹੁੰਦੀ ਹੈ ਨਾ, ਧਰਤੀ 'ਚ ਜਾਨ ਨਹੀਂ ਨਾ ਹੈਗੀ। ਛਿਤਸ ਤੂੰ ਹੀ, ਉਰਦਸ ਤੂੰ ਹੀ, ਉਰਦਸ ਤੂੰ ਹੀ, ਉਰਦਸ ਤੂੰ ਹੀ। ਉਰਦਸ ਆਕਾਸ਼ ਨੂੰ ਕਹਿੰਦੇ ਨੇ। ਉਹ ਐਂ ਕਹਿੰਦੇ ਨੇ ਨਾ ਵੀ ਆਕਾਸ਼ ਜਿਹੜਾ ਹੈਗਾ, ਕਈ ਵਾਰ ਐਂ ਲੱਗਦਾ ਵੀ ਜਿਵੇਂ ਧਰਤੀ ਘੁੰਮਦੀ ਹੈ,
ਸਾਡਾ ਸਿਰ ਭਾਵੇਂ ਥੱਲੇ ਨੂੰ ਹੁੰਦਾ, ਸਾਨੂੰ ਇਹ ਨਹੀਂ ਪਤਾ ਲੱਗਦਾ। ਆਕਾਸ਼ ਨੂੰ ਉਲਟਾ ਕਹਿੰਦੇ ਨੇ ਵੀ ਧਰਤੀ ਦੇ ਪੈਰ ਨੇ, ਆਕਾਸ਼ ਨੂੰ ਸਿਰ ਹੈ ਉਲਟਾ ਹੈ। ਉਹ ਦੱਸ ਧਰਤੀ ਦੇ ਗੇੜਾ ਆਉਣਾ, ਉਹਦਾ ਤਾਂ ਇੱਕ ਵਾਰ ਤਾਂ ਹੋਣਾ ਹੀ ਹੋਣਾ ਨਾ। ਜਦੋਂ ਧਰਤੀ ਦਾ ਗੇੜਾ ਹੋਣਾ ਐ ਥੱਲੇ ਹੋ ਜਾਣਾ ਸੀ, ਪਰ ਸਾਨੂੰ ਹਰ ਵਕਤ ਐਂ ਲੱਗਦਾ ਵੀ ਅਸੀਂ ਧਰਤੀ ਦੇ ਉੱਤੇ ਹਾਂ, ਆਕਾਸ਼ ਸਾਡੇ ਸਿਰ ਤੇ ਹੀ ਹੈ। ਸ਼ਿਤਸ ਧਰਤੀ ਨੂੰ ਕਹਿੰਦੇ ਨੇ, ਉਰਦਸ ਆਕਾਸ਼ ਨੂੰ ਕਹਿੰਦੇ ਨੇ। ਭਜਸ ਤੋਇੰ ਭਜਸ ਤੋਇੰ ਭਜਸ ਤੋਇੰ ਦਾ ਮਤਲਬ ਤੇਰੇ ਨਾਲ ਜੁੜ, ਜਿਹੜਾ ਮੈਂ ਤੇਰੇ ਨਾਲ ਜੁੜਿਆ ਹੋਇਆ, ਮੈਂ ਤੇਰੇ ਨਾਲ ਜੁੜਨਾ ਚਾਹੁੰਦਾ। ਰਟਸ ਤੋਇੰ ਠਟਸ ਤੋਇੰ ਰਟਸ ਤੋਇੰ ਜਿਹਨਾਂ ਨੇ ਤੈਨੂੰ ਰਟਿਆ ਹੈ, ਜਿਹਨਾਂ ਨੇ ਤੈਨੂੰ ਰਟਿਆ, ਜਿਹੜੇ ਤੇਰੇ ਨਾਲ ਜੁੜੇ ਨੇ, ਐਂ ਕਰੀਏ ਨਾ ਅਰਥ ਦੇ। ਠਟਸ ਤੋਇੰ ਜਿਹੜੇ ਤੈਨੂੰ ਭਾਈ ਤੇਰੇ ਨਾਲ ਜੁੜਦੇ ਨੇ, ਉਹ ਤੇਰੇ ਨਾਲ ਥਿਰ ਹੋ ਜਾਂਦੇ, ਤੂੰ ਥਿਰ ਹੈ ਨਾ। ਜਿਹੜੇ ਤੇਰੇ ਨਾਲ ਨਹੀਂ ਜੁੜਦੇ ਥਿਰ ਨਹੀਂ ਹੋ ਸਕਦੇ। ਜਮੀ ਤੁਹੀਂ ਜਮਾ ਤੁਹੀਂ ਜ਼ਮੀਨ ਤੋਂ ਹੀ ਜ਼ਮਾਨ ਤੋਂ ਹੀ, ਸਾਰਾ ਜ਼ਮੀਨ ਤੋਂ ਹੀ ਹੈ। ਜੋ ਜ਼ਮੀਨ ਤੇ ਬਸਣ ਵਾਲੇ ਲੋਕ ਨੇ ਨਾ, ਉਹ ਵੀ ਤੇਰੇ। ਮਕੀ ਤੁਹੀਂ ਮਕਾ ਤੁਹੀਂ ਮੁੱਕੀ ਤੋਂ ਹੀ ਮਕਾਨ ਤੋਂ ਹੀ, ਤੁਰਨ ਵਾਲਾ ਵੀ ਤੂੰ ਹੈ, ਮੰਜ਼ਲ ਵੀ ਤੂੰ ਹੈ। ਮੁਕਾਮ ਹੁੰਦਾ ਮੰਜ਼ਲ, ਮਕੀ ਤੁਹੀਂ ਮੁੱਕੀ ਰਸਤਾ ਹੈ, ਮਾਰਗ। ਮਾਰਗ ਕੀ ਹੁੰਦਾ? ਮਾਰਗ ਗੁਰਮਤ ਮਾਰਗ ਹੈ। ਲੈ ਕੇ ਕਿੱਥੇ ਜਾਂਦੀ ਹੈ? ਮੰਜ਼ਿਲ ਤੇ, ਤੇਰੇ ਕੋਲ। ਅਪੂ ਤੁਹੀਂ ਇਹ ਤੇਰਾ ਹੀ ਦੱਸਿਆ ਮਾਰਗ ਹੈ, ਤੇਰੇ ਕੋਲੇ ਲੈ ਜਾਂਦਾ। ਰੱਸੀ ਹੈ ਹੁਣ, ਜਿੱਥੇ ਡੋਰ ਹੈ ਆਪਣੇ ਹੱਥ 'ਚ ਪਤੰਗ ਹੈ। ਉਹ ਡੋਰ ਪਤੰਗ ਇੱਕੋ ਹੀ ਚੀਜ਼ ਹੈ। ਜੇ ਡੋਰ ਹੱਥ 'ਚ ਹੈ, ਪਤੰਗ ਵੀ ਹੱਥ 'ਚ ਹੈ। ਦਰਿਆ ਵਾਲੀ ਮੱਛੀ ਸਮੁੰਦਰ ਤੱਕ ਜਾ ਸਕਦੀ ਹੈ ਜੇ ਪਾਣੀ ਚੱਲਦਾ, ਉਹ 'ਚ ਪਾਣੀ ਹੈਗਾ। ਸਮੁੰਦਰ ਵਾਲੀ ਮੱਛੀ ਦਰਿਆ ਇੱਕੋ ਹੀ ਹੈ। ਉਹ ਫਿਰ ਕੀ ਯਾਰ ਮਕਾਨ ਇੱਕੋ ਹੀ ਹੈ। ਜੇ ਰਸਤੇ ਪੈ ਗਿਆ ਸਮਝੋ ਪਹੁੰਚ ਗਿਆ। ਆਪਾਂ ਕਹਿੰਦੇ ਨਾ ਰਸਤਾ ਭੁੱਲ ਗਏ, ਕਹਿੰਦੇ ਵੀ ਆਹ ਰਸਤਾ ਸਿੱਧਾ ਚਲੇ, ਕਹਿੰਦੇ ਬਸ ਹੁਣ ਤਾਂ ਪਹੁੰਚ ਗਏ, ਹੁਣ ਨਾ ਫਿਕਰ ਕਰ। ਰਸਤਾ ਮਿਲ ਗਿਆ, ਪਹੁੰਚ ਗਏ। ਕਿਆ ਰਸਤਾ ਮਿਲ ਗਿਆ? ਗੁਰੂ ਅਮਰਦਾਸ ਨੂੰ ਕਹਿੰਦਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ। ਰਸਤਾ ਮਿਲਦੀ ਸਾਰ ਸਮਝ ਹੁੰਦੀ ਸਾਰੇ ਕਹਿਤਾ। ਆਨੰਦ ਕਿਹਾ ਇਹ ਹੈ, ਮੁਕੀ ਦੇ ਮਿਲਣਾ ਆਨੰਦ ਹੋ ਜਾਂਦਾ, ਪਰ ਮੁਕਾਮ ਮਿਲਣਾ ਪਰਮ ਆਨੰਦ ਹੋ ਜਾਂਦਾ। ਜਦ ਮੁਕਾਮ ਪਹੁੰਚ ਗਿਆ ਫਿਰ ਪਰਮ ਆਨੰਦ ਹੈ। ਆਨੰਦ ਤਾਂ ਉਦੋਂ ਹੀ ਹੋ ਗਿਆ ਨਾ ਜਦ ਪਤਾ ਲੱਗ ਗਿਆ ਵੀ ਹਾਂ ਹੁਣ ਰਾਹ ਮਿਲ ਗਿਆ। ਅਪੂ ਤੁਹੀਂ ਅਭੈ ਤੁਹੀਂ ਅਪੂ ਅਪੂ ਤੁਹੀਂ ਅਪੂ ਤੂੰ ਹੀ, ਅਭੈ ਤੂੰ ਹੀ। ਅਪੂ ਤੈਂ ਤੂੰ ਬਸ ਤੂੰ ਨਹੀਂ ਹੈ ਕੋਈ ਅਸਲ ਦੇ ਵਿੱਚ ਇਹ ਜੀ ਜਿਹੇ ਜਿਹਾ ਤੈਨੂੰ ਪੱਲੇ ਬੰਨ ਲਈ, ਐ ਤਾਂ ਹੋ ਨਹੀਂ ਸਕਦਾ। ਫਿਰ ਤੈਨੂੰ ਕੋ ਪੱਲੇ ਬੰਨ ਕੇ ਲੈ ਜਾਏ, ਇਹ ਤਾਂ ਹੋ ਨਹੀਂ ਸਕਦਾ। ਇਹ ਜੀ ਵਸਤੂ ਤਾਂ ਤੂੰ ਹੈ ਨਹੀਂ। ਅਪੂ ਤੂੰ ਹੀ ਹੈ ਨਾ। ਇਸ ਕਰਕੇ ਇਹ ਭੈ ਤੂੰ, ਤੇਰਾ ਖਤਰਾ ਨਹੀਂ ਕੋਈ। ਜਿਹੜੀ ਚੀਜ਼ ਆਪਾਂ ਕੋਈ ਦੇਖੋ ਨਾ, ਜਿਹੜੀ ਚੀਜ਼ ਨੂੰ ਕੋਈ ਲਿਜਾ ਸਕਦਾ ਚੱਕ ਕੇ, ਉਹਦਾ ਹੀ ਭੈ ਹੁੰਦਾ, ਉਹਨੂੰ ਖਤਰਾ ਹੀ ਕੋਈ ਨਹੀਂ। ਅਛੂ ਤੁਹੀਂ ਅਛੂ ਤੁਹੀਂ ਤੈਨੂੰ ਕੋਈ ਛੂਪ ਨਹੀਂ ਸਕਦਾ। ਉਹ ਛੂ ਸਕੂ ਤਾਂ ਹੀ ਕੋਈ ਚਲਾਊਗਾ ਉਹਨੂੰ। ਅਛੂ ਹੈ। ਅਛੈ ਤੁਹੀਂ ਅਛਾ ਤੁਹੀਂ ਤੇਰਾ ਕੋਈ ਨਾਸ ਨਹੀਂ ਕਰ ਸਕਦਾ। ਅਛਾ ਨਹੀਂ ਕਰ ਸਕਦਾ, ਨੁਕਸਾਨ ਨਹੀਂ ਪਹੁੰਚਾ ਸਕਦਾ ਤੈਨੂੰ ਕੋਈ। ਜਤਸ ਤੁਹੀਂ ਹਾਂ ਜਤਸ ਤੁਹੀਂ, ਜਾਤਾ ਜਿਹੜਾ ਜਾਤਾ ਨਾ, ਯਤਨ ਕਰਨਾ ਕਹਿੰਦੇ ਨੇ। ਯਤਨ ਕਰਨਾ। ਜਤਸ ਤੁਹੀਂ ਸਾਡੇ ਵਾਸਤੇ ਯਤਨ ਤੂੰ ਹੈ। ਉਹਨਾਂ ਨੇ ਜਦ ਦਾ ਅਰਥ ਹੋਰ ਬਣਾ ਲਿਆ। ਜਤਸ ਤੁਹੀਂ। ਬਰਤਸ ਤੁਹੀਂ ਜਿਹੜੇ ਦੇਖੋ ਉਹਨਾਂ ਦਾ ਬਾਤ ਹੈ, ਜਤ ਵੀ ਤੂੰ ਹੈ ਮੇਰੇ ਵਾਸਤੇ, ਵਰਤ ਵੀ ਤੂੰ ਹੀ ਹੈ। ਇੱਥੇ ਜਾਤਾ ਕੀ ਹੈ? ਯਤਨ। ਯਤਨ ਜੋ ਤੈਂ ਦੱਸਿਆ ਉਹ ਕਰਨਾ। ਬਰਤਸ ਤੁਹੀਂ ਵਰਤਣਾ ਕੀ ਹੈ? ਵਰਤਣ ਨਾਮ। ਗਤਸ ਤੁਹੀਂ ਵਰਤ ਦੇਖੋ ਉੱਥੇ ਬਰਾਦੀ ਅਰਥ ਹੈ ਛੱਡਣਾ, ਖਾਣਾ ਨਹੀਂ। ਇੱਥੇ ਵਰਤਾਰਥ ਵਰਤਣਾ ਆਪਣੇ ਭਗਤ ਜਨਾਂ ਕੋ ਵਰਤਣ ਨਾਮ। ਨਾਮ ਹੈ ਨਾ ਸਾਡਾ। ਜਤਨ ਵੀ ਨਾਮ ਹੈ, ਨਾਮ ਗਿਆਨ ਹੈ, ਤੇ ਵਰਤਣ ਵੀ ਨਾਮ। ਗਤਸ ਤੁਹੀਂ ਗਤੀ ਵੀ ਨਾਮ ਨਾਲ ਹੈ। ਜਿੱਥੇ ਖੜਾ ਹੈ, ਜਿੱਥੇ ਖੜੀ ਹੈ ਬੁੱਧ, ਗਿਆਨ ਹੋਊਗਾ ਅੱਗੇ ਚੱਲ ਪੂ। ਗਤੀ ਪਾਊ, ਗਤੀ ਗਿਆਨ ਵਾਲੇ ਪਾਊ। ਗਿਆਨ ਹੈ ਗਤੀਸ਼ੀਲ ਕਰਦਾ, ਬੁੱਧੀ ਨੂੰ ਆਹ ਤੋੜਦਾ ਹੈ। ਮਤਸ ਤੁਹੀਂ ਮਤ ਵੀ ਤੂੰ ਹੈ। ਗੁਰਮਤ ਕੀ ਹੈ? ਤੇਰੇ ਨਾਲੇ ਗਤੀ ਹੈ, ਤੇਰੇ ਨਾਲੇ ਮਤ ਹੈ, ਤੇਰੇ ਨਾਲੇ ਮੰਜ਼ਲ ਹੈ। ਤੂੰ ਹੀ ਮਾਰ।
तुही 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 तुहे 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 बस सबको तुहे तुही है। तो प्रसाद कवित हम्म, खूक मल हारी गज गदहा विभूत धारी गिदुआ मसान बास करे होई करत है। ਹੁਣ ਇਹ ਉਹ ਲੈ ਲੈ ਸਾਰੇ ਇਹਦੇ ਸਾਰੇ ਕੈਟਾਗਰੀਆਂ ਹੀ ਨੇ ਜਿਹੜੇ ਕੁਝ ਕਰ ਰਹੇ ਨੇ ਧਰਮ ਦੇ ਨਾਂ ਤੇ ਲੋਕ। ਇੱਕ ਤਾਂ ਵੱਡੇ ਨੇ, ਪਹਿਲਾਂ ਵੱਡਿਆਂ ਚੋਂ ਫਿਰ ਛੋਟੀਆਂ ਕੈਟਾਗਰੀਆਂ ਆ ਜਾਂਦੀਆਂ ਨੇ। ਖੂਕ ਮਲਹਾਰੀ ਜਿਹੜੇ ਇਹਨੇ ਨਾ ਇਹਨਾਂ ਦੇ ਹੁੰਦੇ ਸਰੇਵੜਿਆਂ ਦੇ ਜੈਨੀਆਂ ਦੇ, ਇਹਨਾਂ ਦੇ ਵਿੱਚੋਂ ਇੱਕ ਹੋਰ ਸੰਤ ਹੋ ਜਾਂਦੇ ਨੇ। ਉਹ ਆਪਣਾ ਮਤਲਬ ਹੈ ਜਿਹੜਾ ਹੈ ਮਲ ਮੂਤਰ ਖਾ ਜਾਂਦੇ ਨੇ। खूक मल हारी ਕਹਿੰਦੇ ਉਹ ਤਾਂ ਫਿਰ ਐ ਸਮਝੋ ਸੂਰ ਵੀ ਖਾ ਜਾਂਦਾ, ਸੂਰ ਗਿਆਨਵਾਨ ਹੋ ਜਾਂਦਾ ਹੈ। ਇਹ ਖਾਣ ਵਾਲੇ ਬਹੁਤ ਗਿਆਨਵਾਨ ਹੁੰਦੇ ਨੇ। ਸੂਰ ਦੀ ਜੂ ਨਹੀਂ ਸਮਝ ਲਓ ਉਹਨੂੰ, ਮਲਹਾਰੀ ਹੈ ਜੇ तो खूक है। ਉਹਦੀ ਬੁੱਧੀ ਤਾਂ ਸੂਰ ਬਣ ਗਈ ਹੈ। ਫਿਰ ਚੰਗੀ ਬੁੱਧੀ ਨਹੀਂ ਬਣਨੀ ਇਹਦੇ ਨਾਲ, ਕੋਈ ਗਿਆਨਵਾਨ ਨਹੀਂ ਬਣ ਜਾਂਦਾ। ਬੈਕ ਮਾਰ ਗਿਆ ਸੂਰ ਦੀ ਜੂਨ ਵਾਲਾ ਤੇ ਪਿੱਛੇ ਚਲਾ ਗਿਆ ਸਮਾਂ। ਆ ਗੱਲ ਕਹੀ ਹੋਈ ਹੈ। ਉਹ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਨੇ। ਖੂਕ ਮਲਹਾਰੀ गज गदहा विभूत धारी ਹਾਥੀ ਔਰ ਗਧਾ ਇਹ ਕੀ ਕਰਦੇ ਜੇ ਨਵਾ ਦੀ ਹਾਥੀ ਨੂੰ ਤੇ ਘਟਾ ਪਾ ਲੈਂਦੇ, ਮਿੱਟੀ ਪਾ ਲੈਂਦੇ। ਗਧਾ ਜੇ ਪਸੀਨਾ ਨਾ ਭੇਜੇ ਗਧੇ ਨੂੰ ਨਹਾਉਂਦਾ ਤਾਂ ਕੋਈ ਹੈ ਨਹੀਂ, ਨਹਾਉਂਦਾ ਤਾਂ ਗਧੇ ਨੂੰ ਕੋਈ ਹੈ ਨਹੀਂ। ਪਸੀਨਾ ਜ਼ਰੂਰ ਆ ਜਾਂਦਾ ਉਹਨੂੰ ਵਿਚਾਰੇ ਨੂੰ, ਪਸੀਨਾ ਤਾਂ ਆਉਣਾ ਹੀ ਆ, ਜਾਂ ਲੱਦਿਆ ਹੁੰਦਾ ਤੇ ਬੋਝ ਹੁੰਦਾ। ਫਿਰ ਉਹ ਕੀ ਕਰਦਾ, ਫਿਰ ਲਿਟ ਲੈਂਦਾ। ਗਧਾ ਲਿਟਦਾ ਪਸੀਨੇ ਕਰਕੇ, ਪਸੀਨਾ ਸੁੱਕ ਜਾਂਦਾ ਲੇਟੇ ਤੇ। ਇਹ ਦੋ ਚੀਜ਼ਾਂ ਨੇ ਜਿਹੜੇ ਵਿਭੂਤੀ ਬਣਦੇ ਨੇ ਉਹਨਾਂ ਵਾਸਤੇ। ਜਾਂ ਤਾਂ ਹਾਥੀ ਨੇ, ਉਹ ਹੰਕਾਰੀ ਨੇ, ਜਾਂ ਖੋਤੇ ਨੇ। ਅਕਲ ਦੇ ਖੋਤੇ ਨੇ, ਉਹ ਹਾਥੀ ਨੇ। ਉਹਨਾਂ ਖਾਤਰ ਦੋ ਜਾਣੀ ਟਿੱਪਣੀ ਨੇ, ਸਮਝੋ ਦੋ ਉਦਾਹਰਨਾਂ ਕਹਿ ਲਓ, ਮਿਸਾਲਾਂ ਕਹਿ ਲਓ। ਦੋ ਡੰਗਰਾਂ ਨਾਲ, ਪਸ਼ੂਆਂ ਨਾਲ ਉਹਨਾਂ ਦੀ ਤੁਲਨਾ ਕੀਤੀ। ਇਹ ਖੋਤੇ ਨੇ, ਉਹ ਅਕਲ ਦੇ ਖੋਤੇ ਨੇ, ਹੰਕਾਰ ਕਰਕੇ ਹਾਥੀ ਨੇ। ਅਕਲ ਦੇ ਖੋਤਿਆਂ ਨੂੰ ਹੰਕਾਰ ਜ਼ਿਆਦਾ ਹੁੰਦਾ, ਜਿੰਨੀ ਅਕਲ ਘੱਟ ਹੋਊ ਉਹਨੂੰ ਹੰਕਾਰ ਜ਼ਿਆਦਾ ਹੁੰਦਾ। ਸਮਝਿਆ ਨਹੀਂ? ਹੰਕਾਰ ਦਾ ਸਿੱਖਾਂ 'ਚ ਹੁਣ ਅਕਲ ਦੇ ਘਾਟ ਹੈ। ਅਕਲ ਤਾਂ ਮਿਲਣੀ ਸੀ ਗੁਰੂ ਤੋਂ। ਅਕਲ ਹੀ ਸਾਹਿਬ ਸੇਵੀਏ। ਅਕਲ ਇਹ ਨਾ ਆਖੀ ਅਕਲ ਗਵਾਈਏ ਬਾਦ ਦੇ ਵਿੱਚ ਜਿਹੜੀ ਅਕਲ ਪਾਈ ਹੋਈ ਹੈ ਨਾ ਵਿਦਵਾਨਾਂ ਦੀ, ਉਹ ਅਕਲ ਹੁੰਦੀ ਹੋਈ ਨਹੀਂ, ਉਹਨੂੰ ਅਕਲ ਨਹੀਂ ਕਹਿੰਦੇ। ਉਹਦਾ ਨਾਂ ਬੇਅਕਲ ਹੈ। ਇਹ ਬੇਅਕਲ ਨੇ। ਅਕਲ ਨਹੀਂ ਬਾਦ ਚ ਪਾਉਂਦੀ। ਅਕਲ ਹੀ ਇਹ ਨਾ ਆਖੀਏ ਅਕਲ ਗਵਾਈਏ ਬਾਦ, ਉਹ ਅਕਲਮੰਦ ਆਦਮੀ ਨਹੀਂ ਕਹੇ ਜਾ ਸਕਦੇ ਜਿਨ੍ਹਾਂ ਨੇ ਆਪਣੀ ਅਕਲ ਬਾਦ ਚ ਗਵਾ ਰਹੇ ਨੇ। ਅਕਲ ਗਵਾਈਏ ਬਾਦ, ਇਹ ਤਾਂ ਗੱਲ ਗੁਰਬਾਣੀ ਦੇ ਖਿਲਾਫ ਹੈ। ਇਹ ਬਾਦ ਚ ਵੱਜੇ ਹੋਏ ਨੇ। ਜਿਹੜੇ ਬਾਦ ਚ ਫਸੇ ਨੇ ਬੇਅਕਲ ਨੇ ਸਾਰੀ। ਗੁਰਬਾਣੀ ਬੇਅਕਲ ਮੰਦੀ ਹੈ। ਅਕਲ ਨਾਲ ਸਾਹਿਬ ਸੇਵਣਾ ਸੀ। ਅਕਲ ਨਾਲ ਤਾਂ ਅਸੀਂ ਸ਼ਬਦ ਵਿਚਾਰ ਕਰਨਾ ਸੀ, ਅਕਲ ਤੋਂ ਤਾਂ ਕੰਮ ਲੈਣਾ ਸੀ। ਅਕਲੀ ਸਾਹਿਬ ਸੇ ਵੀ ਅਕਲੀ ਪਾਈਏ ਮਾਂ ਲਖਣੀ ਪੜ ਕੇ ਬੁਝੀ ਅਕਲੀ ਕੀਜੇ ਦਾਨ, ਨਾਨਕ ਆਖੇ ਰਾਹ ਹੋ ਹੋਰ ਗੱਲਾਂ ਸ਼ੈਤਾਨ। ਇਹ ਜਿਹੜੇ ਅਕਲ ਬਾਦ ਕੋਈ ਫਿਰਦੇ ਨੇ ਨਾ, ਇਹ ਸਾਰੇ ਸ਼ੈਤਾਨ ਨੇ। ਜਿਹੜੀਆਂ ਦਲੀਲਾਂ ਦਿੰਦੇ ਨੇ ਨਾ, ਦਲੀਲਾਂ, ਇਹ ਸ਼ੈਤਾਨ ਦੀਆਂ ਦਲੀਲਾਂ ਨੇ ਜਿਹੜੀਆਂ ਅਖਬਾਰਾਂ 'ਚ ਰੋਜ਼ ਪੜ੍ਹਦੇ ਹਾਂ ਆਪਾਂ। ਉਹ ਜੀ ਉੱਥੇ ਰੱਖ ਕੇ ਆ ਗਿਆ ਜੀ, ਉਹ ਪੇਸ਼ ਵੀ ਹੋ ਗਿਆ, ਫਲਾਨਾ ਹੋ ਗਿਆ। ਰੱਖ ਕੇ ਜਦ ਆਦਮੀ ਚਲੇ ਗਿਆ, ਸਟੇਟਮੈਂਟ ਹੁੱਡੀ ਦੇ ਸਕਦਾ, ਉਹ ਕਲੀਅਰ ਹੁੱਡੀ ਕਰ ਸਕਦਾ। ਇਹ ਸਭ ਦਲੀਲਾਂ ਜਿਹੜੀਆਂ ਹੁੰਦੀਆਂ ਨੇ ਸ਼ੈਤਾਨ ਦੀਆਂ ਹੁੰਦੀਆਂ ਨੇ। ਸੱਚ ਨੂੰ ਕਿਸੇ ਦਲੀਲ ਦੀ ਲੋੜ ਨਹੀਂ ਹੁੰਦੀ। ਸੱਚ ਇਕੱਠ ਹੁੰਦਾ। ਇਹ ਤਾਂ ਵਕੀਲਾਂ ਵਾਲੀਆਂ ਦਲੀਲਾਂ ਹੁੰਦੇ ਨੇ, ਜਿਵੇਂ ਵਕੀਲ ਬੋਲਦੇ ਹੁੰਦੇ ਨੇ। ਇਹ ਅਕਲ ਨਹੀਂ ਹੈ, ਸ਼ੈਤਾਨ ਦੀਆਂ ਗੱਲਾਂ ਨੇ, ਸ਼ੈਤਾਨੀਆਂ ਨੇ। ਸ਼ੈਤਾਨੀਆਂ ਦਾ ਹੀ ਝਗੜਾ ਹੈ। ਹੁਣ ਝਗੜਾ ਕਾਹਦਾ? ਗਿਦੂਆ ਮਸਾਨ ਬਾਸ ਕਰੇ ਹੋਈ ਕਰਤ ਹੈ। ਗਿਦੂਆ ਕਹਿੰਦੇ ਨੇ ਬਿੱਜੂ ਨੂੰ।
ਇੱਕ ਜਾਨਵਰ ਹੁੰਦਾ ਬਿੱਲੇ ਵਰਗਾ, ਬਿੱਲੀ ਵਰਗਾ ਹੁੰਦਾ, ਬਿੱਜੂ ਕਹਿੰਦੇ ਨੇ ਉਹਨੂੰ। ਉਹ ਬੱਚਿਆਂ ਦੀਆਂ ਲਾਸ਼ਾਂ ਖਾ ਲੈਂਦਾ ਕੱਢ ਕੇ। ਬੱਚਿਆਂ ਨੂੰ ਦੱਬਿਆ ਹੋਣਾ ਨਾ ਆਪਾਂ, ਛੋਟਿਆਂ ਨੂੰ, ਛੋਟੇ ਬੱਚਿਆਂ ਨੂੰ ਦੱਬ ਦਿੰਦੇ ਨੇ, ਉਹ ਪੱਟ ਕੇ ਨਾ ਧਰਤੀ ਉਹ ਖਾ ਲੈਂਦਾ। ਕਹਿੰਦੇ ਗਿੱਧੂ ਅੱਗੇ ਹੁੰਦੇ ਸੀ, ਬਿੱਜੂ ਹੁਣ ਹੈ ਨਹੀਂ। ਮਸਾਣਾ ਦੇ ਵਿੱਚ ਗਿੱਧੂਆ ਜਿਹੜੇ ਨੇ ਬਾਸ ਕਰਦੇ ਹੀ ਹੁੰਦੇ ਨੇ। ਜਿਹੜੇ ਲੋਕ ਮਸਾਣਾ 'ਚ ਰਹਿੰਦੇ ਨੇ ਅਸਲ 'ਚ ਉਹਨਾਂ ਨੂੰ ਗਿੱਧੂ ਕਿਹਾ, ਬਿੱਜੂ ਕਿਹਾ। ਸ਼ਿਵ ਜੀ ਦੇ ਚੇਲੇ ਨੇ ਜਿਹੜੇ ਮਸਾਣਾ ਬੜੀਆਂ 'ਚ ਰਹਿੰਦੇ ਨੇ, ਕਹਿੰਦਾ ਜਿਹੜੇ ਗਿੱਧੂ ਹੁੰਦੇ ਨੇ ਨਾ, ਬਿੱਜੂ ਖਾਂਦੇ ਜੋ ਹੁੰਦੇ ਨੇ, ਉਹ ਮਸਾਣਾ 'ਚ ਰਹਿੰਦੇ ਹੀ ਹੁੰਦੇ ਨੇ। ਜਿਹੜੇ ਮਸਾਣਾ 'ਚ ਰਹਿਣੇ ਵਾਲੇ ਨੇ ਉਹ ਬਿੱਜੂ ਨੇ, ਉਹਦੀ ਜੂਨੀ ਵਾਲੇ ਨੇ। ਘੁੱਗੂ ਮੱਠ ਵਾਸੀ ਲੱਗੇ ਡੋਲ ਤੋਂ ਉਦਾਸੀ। ਜਿਹੜੇ ਮੱਠਾਂ 'ਚ ਰਹਿੰਦੇ ਨੇ ਉਹ ਉੱਲੂ ਨੇ, ਘੁੱਗੂ ਉੱਲੂ ਨੂੰ ਕਹਿੰਦੇ ਨੇ। ਉੱਲੂ ਇਹ ਜਿਹੇ ਮੱਠਾਂ 'ਚ ਰਹਿੰਦੇ ਹੁੰਦੇ ਨੇ ਜਿੱਥੇ ਕੋਈ ਬੰਦਾ ਨਾ ਰਹੇ। ਮੱਠ ਹੁੰਦੇ ਨੇ ਦੂਰ ਰਹਿੰਦੇ, ਜੰਗਲ 'ਚ ਬਣਾਏ ਹੋਏ। ਇਹ ਜਿਹੜੇ ਸਿੱਧ ਸੀ ਨਾ, ਇਹਨਾਂ ਦੇ ਮੱਠ ਬਣਾਏ ਹੁੰਦੇ ਸੀ। ਕੋਈ 4 4.5 ਫੁੱਟ ਚੌਰਸ, ਜੀ ਕਿ ਆਦਮੀ ਲੱਤਾਂ ਨਸਾਲ ਕੇ ਨਾ ਪੈ ਸਕੇ, ਬਸ ਪੂਰਾ ਖੜਾ ਬਣਾ ਹੋ ਸਕੇ, ਇਹੋ ਜਿਹੇ ਮੱਠ ਬਣਾਏ ਹੁੰਦੇ ਸੀ। ਹੁਣ ਉਹ ਵਿਹਲੇ ਪਏ ਹੁੰਦੇ ਨੇ, ਉਹਨਾਂ ਦੇ ਵਿੱਚ ਉੱਲੂ ਵਸਦੇ ਹੁੰਦੇ ਨੇ। ਉਹ ਕਹਿੰਦੇ ਜਿਹੜੇ ਮੱਠਵਾਸੀ ਨੇ ਉਹਨਾਂ ਉੱਲੂ ਬੈਠਣ ਵਾਲੇ ਉੱਲੂ ਨੇ। ਘੁੱਗੂ ਮੱਠਵਾਸੀ ਲੱਗੇ ਡੋਲ ਤੋਂ ਉਦਾਸੀ। ਜਿਹੜੇ ਡੋਲਦੇ ਫਿਰਦੇ ਨੇ, ਉਹੀ ਜੰਗਲਾਂ 'ਚ ਤੁਰੇ ਫਿਰਦੇ ਨੇ, ਉਦਾਸੀ। ਮ੍ਰਿਗ ਤਰਵਰ ਸਦੀਪ ਮੋਹਨ ਸਾਧੇ ਹੀ ਮਰਦਾ ਹੈ। ਜਿਵੇਂ ਰੋਜ਼ ਹਿਰਨੇ ਮਿਰਗ ਕਦੇ ਇਹਨੂੰ ਭਜ ਲੈ, ਕਦੇ ਉਹਨੂੰ ਭਜ ਲੈ, ਉਦਾਸੀ ਆ ਕੰਮ ਕਰਦੇ ਨੇ। ਜਾਨਵਰਾਂ ਵਾਲੇ ਕੰਮ ਨੇ ਸਾਰੇ, ਇਹ ਤਾਂ ਜਾਨਵਰ ਕਰਦੇ ਸੀ। ਆਦਮੀ ਵਾਲਾ ਕੰਮ ਕੋਈ ਵੀ ਨਹੀਂ ਇਹਨਾਂ 'ਚ। ਲੱਗੇ ਡੋਲ ਤੋਂ ਉਦਾਸੀ ਮ੍ਰਿਗ। ਹਾਂ, ਜਿਹੜੇ ਉਦਾਸੀ ਨਾਲ ਡੋਲਦੇ ਫਿਰਦੇ, ਮੈਨੂੰ ਤਾਂ ਮਿਰਗ ਵਰਗੇ ਲੱਗਦੇ ਨੇ। ਉਹ ਮੈਨੂੰ ਤਾਂ ਮਿਰਗ ਲੱਗਦੇ ਨੇ। ਉਹ ਵੀ ਕਹਿੰਦੇ 10 ਕੋ ਇੱਧਰ ਨੂੰ ਚਲੇ ਗਏ, 10 ਕੋ ਇੱਧਰ ਨੂੰ ਚਲੇ ਗਏ, ਇੱਧਰੋਂ ਕੁੱਤੇ ਪੈ ਗਏ, ਉੱਧਰ ਨੂੰ ਚਲੇ ਗਏ, ਉੱਧਰੋਂ ਕੁੱਤੇ ਪੈ ਗਏ, ਉੱਧਰ ਨੂੰ ਚਲੇ ਗਏ। ਤਰਵਰ ਸਦੀਪ ਮੋਹਨ ਸਾਧੇ ਹੀ ਮਰਤ ਹੈ। ਆ ਜਿਹੜੇ ਤਰਵਰ ਨੇ, ਜੇ ਹੁਣ ਮੋਹਨ ਸਾਧਨਾ ਵਾਲੇ ਬੋਲਣਾ ਹੀ ਨਹੀਂ। ਕਹਿੰਦੇ ਆ ਜਿਹੜੇ ਆਪਣੇ ਵਿਰਸੇ ਨੇ, ਦਰਖਤ ਨੇ, ਸਾਰੀ ਜ਼ਿੰਦਗੀ ਬੋਲਦੇ ਨਹੀਂ, ਨਾ ਬੋਲਣ ਜੇ ਮਰ ਜਾਂਦੇ ਨੇ ਵਿਚਾਰੇ। ਮੋਨੀਆਂ ਦਾ ਇਹ ਹਾਲ ਹੈ। ਆ ਵਿਰਸ ਕਿਹੜਾ ਕਹਿੰਦੇ ਬੋਲਦੇ ਨੇ, ਮੋਨੀਆਂ ਦਾ ਇਹ ਹਾਲ ਹੈ। ਉਹ ਫੱਟੀ ਪੋਚੀ ਹੈ ਨਾ ਲੋਕਾਂ ਦੀ। ਦੇ ਵਿੱਚ ਕਿੱਥੇ ਗੱਲਾਂ ਕਹੀਆਂ ਹੋਈਆਂ ਨੇ। ਹੁਣ ਉਹ ਭੜਕਦੇ ਹੀ ਸਾਰੇ। ਪਾਂਬੜ ਦਾ ਜਾਲਤਾ, ਉਹਦਾ ਪੈਟਰੋਲ ਛਿੜ ਕੇ ਅੱਗ ਤੀਲੀ ਦਿਖਾਤੀ, ਤੀਲੀ ਦਿਖਾਤੀ, ਅੱਗ ਜਲ ਪਈ। ਉਹ ਰਿਜ਼ਲਟ ਸੀ ਅਨੰਦਪੁਰ ਸਾਹਿਬ ਜੋ ਹੋਇਆ। ਆਹ ਕੁਛ 10 ਗ੍ਰੰਥ ਕਰਤਾ, ਆਦ ਨੇ ਨੀ ਕੁਛ ਕੀਤਾ ਹੀ ਇਸ ਨੇ। ਇਹਨੇ ਐਸਾ ਪਾਪੜ ਜਾਲਿਆ, ਜਿੰਨਾ ਸੱਚ ਤਿੱਖਾ ਬੋਲਾਂਗੇ ਉਹਨਾਂ ਪਾਪੜ ਜ਼ਿਆਦਾ ਮਚੂਗਾ। ਇਹ ਤਿੱਖਾ ਸੱਚ ਬੋਲਤਾ, ਤਿੱਖਾ ਸੱਚ ਨਾਲ ਦਾ ਪਾਪੜ ਜ਼ਰੂਰ ਮਚਦਾ। ਉਹ ਗਿੱਲੀਆਂ ਲੱਕੜਾਂ ਦੇ ਪਾਪੜ ਜਲਦਾ, ਇੱਕ ਸੁੱਕੀਆਂ ਦੇ ਪੈਟਰੋਲ ਪਾ ਕੇ ਜਲਦਾ। ਦੋਵਾਂ ਦਾ ਫਰਕ ਤਾਂ ਹੈ ਨਾ। ਇੱਕ ਤਾਂ ਲੱਕੜ ਚੀਲਦੀ ਸੀ, ਇੱਕ ਸੀ ਸੁੱਕੀ, ਇੱਕ ਉੱਤੇ ਪਾਤਾ ਤੇਲ ਪੈਟਰੋਲ, ਤੇ ਪਾਪੜ ਦਾ ਉਹਦਾ ਜਲਣਾ ਹੀ ਸੀ ਨਾ। ਦੱਸੋ ਤਾਂ ਤਕਲੀਫ ਹੋਈ ਹੈ, ਤਾਂ ਤਕਲੀਫ ਹੋਈ ਹੈ। ਤੂੰ ਦੱਸ ਬਤੋ, ਜਿਹੜੇ ਦੇ ਖਿਲਾਫ ਨੇ ਉਹ ਮੇਰਾ ਖਿਆਲ ਹੈ ਉਹਨਾਂ ਦੇ ਬੰਦੇ ਨੇ। ਇਹ ਆਪ ਵੀ ਮੱਠਵਾਸੀ, ਇਹ ਘੁੱਗੂ ਉੱਲੂ ਇਹ ਨੇ। ਇਹਨਾਂ ਨੂੰ ਤਾਂ ਤਕਲੀਫ ਆ, ਆਪ ਵੀ ਐਸੇ ਘੁੱਗੂ ਨੇ, ਉੱਲੂ ਨੇ, ਕੋਈ ਇਹੋ ਜਿਹੇ ਨੇ। ਇਹ ਗਧੇ ਨੇ। ਕੋਈ ਨਾ ਕੋਈ ਇਹਨਾਂ ਨੂੰ ਇਹ ਤਾਂ ਤਕਲੀਫ ਤਾਂ ਹੈ। ਇਹਨਾਂ ਨੂੰ ਸੱਟ ਵੱਜਦੀ ਹੈ, ਇਹ ਤੋਂ ਤਾਂ ਖਿਲਾਫ ਨੇ। ਇਹ ਨਹੀਂ ਕਿਸੇ ਨੂੰ ਬਖਸ਼ਦਾ, ਤਗੜੀ ਸੱਟ ਬਹੁਤੀ ਪੈਂਦੀ ਹੈ। ਹਾਂਜੀ, ਬਿੰਦ ਕੇ ਸਧਈਆ ਤਾਏ ਹੀਜ ਕੀ ਵਢਈਆ ਦੇਤ। ਆ ਜਿਹੜੇ ਬਿੰਦ ਕੇ ਸਧਈਆ ਨੇ, ਜੱਤ ਰੱਖਦੇ ਨੇ ਲੋਕ, ਜੱਤੀ ਰਹਿੰਦੇ ਨੇ। ਕਹਿੰਦੇ ਉਹ ਜਿਹੜੇ ਹੈਗੇ ਨੇ ਖੁਸਰੇ, ਸਮਝ ਲਓ ਖੁਸਰੇ ਨੇ। ਉਹ ਹੀਜ ਕੀ ਵਢਈਆ ਦੇਤ। ਹੀਜੜੇ ਇਹਨੂੰ ਕਹਿੰਦੇ ਨੇ, ਹੀਜ ਖੁਸਰੇ ਨੂੰ। ਕਹਿੰਦਾ ਫਿਰ ਉਹ ਖੁਸਰੇ ਹੀ ਨੇ।
ਉਹ ਰੱਬ ਨੇ ਤੁਹਾਨੂੰ ਖੁਦਰੇ ਦਾ ਬਣਾਇਆ ਨਹੀਂ, ਉਹਨਾਂ ਨੂੰ ਖੁਦਰੇ ਬਣਾਤਾ, ਅਗਲੇ ਜਨਮ ਵਿੱਚ ਫੇਰ ਖੁਦਰੇ ਬਣਾ ਦੂ ਤੁਹਾਨੂੰ। ਹਿਜਕੀ ਬੜਈਆ ਦੇ ਤੇ ਬੜਈਆ ਨਹੀਂ ਵਡਿਆਈ, ਵਡਈਆ ਉਹਦੇ ਨਾਲ ਵਡਿਆਈ ਦੇਤੀ ਵੀ ਖੁਦਰੇ ਹੋ ਭਾਈ ਤੁਸੀਂ, ਵਡਈਆ ਦੇ ਤੇ ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤਾ ਹੈ। ਕਹਿੰਦੇ ਜੇ ਹੁਣ ਨੰਗੇ ਪੈਰ ਫਿਰਦੇ ਹੋ, ਬਾਂਦਰ ਰੋਜ਼ ਨੰਗੇ ਪੈਰ ਫਿਰਦੇ ਵਿਚਾਰਾ, ਉਹਨੂੰ ਬਲੀਡ ਕੌਣ ਲੈ ਕੇ ਦਿੰਦਾ? ਨੰਗੇ ਪੈਰ ਫਿਰਦੇ ਹੀ ਨੇ। ਹੁਣ ਇਹਨਾਂ ਦੇ ਤਾਂ ਹਨੂਮਾਨ ਪੂਜਨੀਕ ਨੇ, ਉਹਨਾਂ ਨੂੰ ਚੱਪਲਾਂ ਲੈ ਦਿਆ ਕਰੋ ਬੂਟ, ਨਿਆਣਿਆਂ ਦੇ ਕਰਦੇ, ਉਹਨਾਂ ਦੇ ਨਹੀਂ ਕਰਦੇ। ਉਹ ਨੰਗੇ ਪੈਰ ਫਿਰਦੇ ਹੀ ਨੇ। ਇਹ ਤਾਂ ਸਾਰੀਆਂ ਜੂਨਾਂ ਆਪਾਂ ਨੇ ਭੁਗਤ ਲੀਆਂ। ਹੁਣ ਆਦਮੀ ਦੀ ਜੂਨ ਹੈ, ਕੁਛ ਅਕਲ ਕਰੋ, ਅਕਲ ਦੇ ਕੰਮ ਕਰੋ, ਕੋਈ ਮੂਰਖਾਂ ਵਾਲੇ ਕੰਮ ਨਾ ਕਰੋ। ਗੱਲ ਇਹ ਕਹੀ ਹੈ। ਹੁਣ ਤੁਸੀਂ ਜਾਨਵਰਾਂ ਵਾਲੇ ਕੰਮ ਹੁਣ ਕਰਨ ਲੱਗੇ ਆਦਮੀ ਦੇ ਵਿੱਚ। ਹਰਿਮੰਦਰ ਸਾਹਿਬ ਪੈਦਲ ਯਾਤਰਾ ਲੈਣ ਲੱਗੇ ਨੰਗੇ ਪੈਰੀ। ਆਹੋ ਪੈਦਲ ਯਾਤਰਾ ਵਾਲੇ ਨੰਗੇ ਪੈਰੀ, ਫਿਰ ਬਾਂਦਰ ਨੇ ਹੋਰ ਡੰਗਰ ਪਸ਼ੂ ਨਹੀਂ ਨੰਗੇ ਪੈਰੀ ਫਿਰਦੇ, ਘੋੜਿਆਂ ਦੇ ਬੂਟ ਪਾਏ ਹੁੰਦੇ ਨਾਲ ਬਲਦਾਂ ਦੇ। ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤਾ ਹੈ। ਬੰਦਰ ਦੇ ਆਦਮੀ ਵਰਗੇ ਹੁੰਦੇ ਨੇ ਨਾ ਪੈਰ, ਤਾਂ ਕਿਹਾ ਉਹਦੀਆਂ ਉਂਗਲੀਆਂ ਪੈਰ ਆਦਮੀ ਵਰਗੇ ਹੁੰਦੇ ਨੇ, ਫੜ ਲੈਂਦਾ। ਪਸ਼ੂਆਂ ਦੇ ਪੈਰ ਆਦਮੀ ਵਰਗੇ ਹੁੰਦੇ ਨਹੀਂ, ਹੱਥ ਪੈਰ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਅੰਗਨਾ ਅਧੀਨ, ਦੇਖੋ ਅੰਗਨਾ ਹੈ ਔਰਤ, ਇਸੇ ਦੇ ਨਾਮ ਅੰਗਨਾ। ਅੰਗਨਾ ਤਾਂ ਕਹਿੰਦੇ ਨੇ ਉਹ ਆਪਣੇ ਚਾਰ ਦੀਵਾਰੀ ਵਿਹੜੇ ਦੇ ਵਿੱਚ ਰਹਿਣ ਵਾਲੀ ਹੈ। ਆਂਗਣ ਚ ਉਹਦਾ ਆਂਗਣ ਤੋਂ ਬਾਹਰ ਜਾਣ ਦਾ ਕੋਈ ਕੰਮ ਨਹੀਂ। ਆਂਗਣ ਤੇ ਅੰਗਨਾ ਬਣੇ। ਅੰਗਨਾ ਅਧੀਨ, ਅੰਗਨਾ ਅਧੀਨ, ਜਿਹੜੇ ਅੰਗਨਾ ਦੇ ਅਧੀਨ ਨੇ ਉਹ ਆਪਣੀ ਚਾਰ ਦੀਵਾਰੀ ਦੇ ਵਿਹੜੇ ਦੇ ਅਧੀਨ ਨੇ, ਬਾਹਰ ਲਾ ਗਿਆਨ ਨਹੀਂ ਉਹਨਾਂ ਨੂੰ। ਕਾਮ ਕ੍ਰੋਧ ਨਹੀਂ, ਦੁਨੀਆ ਦਾ ਗਿਆਨ ਨਹੀਂ, ਬਸ ਕਾਮ ਕ੍ਰੋਧ ਮੈਂ ਪ੍ਰਵੀਨ ਨੇ। ਉਹ ਕਾਮ ਕ੍ਰੋਧ ਮੈਂ ਪ੍ਰਵੀਨ। ਬਾਹਰ ਦੁਨੀਆ ਦਾ ਗਿਆਨ ਨਹੀਂ, ਦੁਨੀਆ 'ਚ ਕੀ ਹੋ ਰਿਹਾ। ਤਿੰਨ ਲੋਕ ਦੇ ਗਿਆਨ ਵਾਲਾ ਅੰਗਨਾ ਅਧੀਨ ਕਿਵੇਂ ਹੋ ਜਾਊਗਾ? ਕਾਮ ਕ੍ਰੋਧ ਮੈਂ ਪ੍ਰਵੀਨ। एक ज्ञान के विहीन छीन कैसे के तरत हैं। एक ज्ञान के विहीन छीन कैसे के तरत हैं। ਛੀਣ ਹੋਏ ਹੋਏ ਤੁਸੀਂ ਇੰਨੇ ਕੁ ਗਿਆਨ ਵਾਲੇ ਅੰਦਰ ਦੇ ਵਿੱਚ ਬੰਦ ਹੋ ਗਏ, ਵਿਹੜੇ 'ਚ ਬੰਦ ਹੋ ਕੇ ਰਹਿ ਗਏ। ਤਰ ਕਿਵੇਂ ਜਾਓਗੇ ਭਵ ਸਾਗਰ? ਕਿਵੇਂ ਤਰ ਜਾਓਗੇ ਭਵ ਸਾਗਰ? ਭੂਤ ਬਣ ਚਾਰੀ ਛਿਤ ਛਾਉਣਾ ਸਭੈ ਦੁੱਧਾ ਧਾਰੀ। ਕਹਿੰਦੇ ਆ ਜਿਹੜੇ ਜੰਗਲ 'ਚ ਫਿਰਦੇ ਨੇ, ਆ ਜਿਹੜੇ ਭੂਤ, ਆਪਾਂ ਜੀਵਾਂ ਦੀ ਗੱਲ ਕਰਦੇ, ਉਹ ਜੀਵ ਹੈ ਤੁਰੇ ਹੀ ਫਿਰਦੇ ਨੇ, ਬੇਰ ਪੱਕਦੇ ਨੇ, ਬੇਰਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਪ੍ਰਵੇਸ਼ ਕਰਨਾ ਹੁੰਦਾ। ਆਤਮਾਵਾਂ ਨੇ ਫੁੱਲਾਂ ਦੇ ਵਿੱਚ ਪ੍ਰਵੇਸ਼ ਕਰਕੇ ਤਾਂ ਗਾਹ ਬਣਦੇ ਨੇ ਜੀਵ। ਭੂਤ ਬਣਚਾਰੀ, ਇਹ ਬਣਚਾਰੀ ਫਿਰਦੇ ਹੀ ਨੇ ਸਾਰੇ, ਆਤਮਾਵਾਂ ਬਾਹਰ ਭੂਤਾਂ ਵਾਂਗੂ। ਛਿਤ ਛਾਉਣਾ ਸਭੈ ਦੁੱਧਾ ਧਾਰੀ। ਛੇਤੀ ਛਾਉਣਾ, ਛੋਟੇ ਬੱਚੇ ਨੇ ਜਿੰਨੇ ਵੀ, ਚਾਹੇ ਉਹ ਪਸ਼ੂਆਂ ਦੇ ਨੇ ਚਾਹੇ ਆਦਮੀ ਦੇ ਨੇ, ਦੁੱਧਾਧਾਰੀ ਸਾਰੇ ਬੱਚੇ ਹੁੰਦੇ ਹੀ ਨੇ। ਸਭੈ ਦੁੱਧਾ ਧਾਰੀ, ਜਿਹੜੇ ਦੁੱਧਾਧਾਰੀ ਨੇ ਐ ਸਮਝ ਲਓ ਛੋਟੇ ਬੱਚੇ ਨੇ ਜੋ ਦੰਦ ਨਹੀਂ ਨਿਕਲੇ ਵਿਚਾਰਿਆਂ ਦੇ, ਤੇ ਉਹਨਾਂ ਨੂੰ ਅਕਲ ਕਿੱਥੋਂ ਆ ਗਈ? ਛੋਟੇ ਬੱਚੇ ਨੂੰ ਅਕਲ ਵੀ ਨਹੀਂ ਹੁੰਦੀ। ਛੋਟਾ ਬੱਚਾ ਜੇ ਦੁੱਧ ਪੀਂਦਾ ਤਾਂ ਉਹਨੂੰ ਅਕਲ ਤਾਂ ਹੁੰਦੀ ਨਹੀਂ। ਉਹ ਤੁਹਾਨੂੰ ਦੰਦ ਆ ਗਏ ਦੇਤੇ, ਤੁਸੀਂ ਹੁਣ ਵੀ ਦੁੱਧ ਪੀ ਜਾਂਦੇ ਹੋ, ਮੂਰਖੋ। ਦੁੱਧ ਪੀਣੇ ਵਾਲਾ ਹੋਰ ਜਿਹੜੇ ਪਤਾ ਦੁੱਧ ਨਾਲ ਤਾਂ ਹੈ, ਜਦ ਵੱਡਾ ਸਰੀਰ ਹੁੰਦਾ ਫਿਰ ਕੱਲਾ ਦੁੱਧ ਨਹੀਂ ਖੁਰਾਕ ਰਹਿ ਜਾਂਦੀ, ਫਿਰ ਉਹਦੀ ਖੁਰਾਕ ਬਦਲਣੀ ਚਾਹੀਦੀ ਹੈ, ਉਹਨੂੰ ਹੋਰ ਵੀ ਬਹੁਤ ਕੁਝ ਚਾਹੀਦਾ। ਤੁਸੀਂ ਹੁਣ ਵੀ ਦੁੱਧਾਧਾਰੀ ਬਣੇ ਬੈਠੇ ਹੋ, ਜਗ ਬਦੋਤੇ ਦੁੱਧਾਧਾਰੀ, ਸਮਝਿਆ ਨਹੀਂ? ਪਾਉਣ ਕੇ ਆਹਾਰੀ ਸੋ ਭੁਜੰਗ ਜਾਣੀਅਤ ਹੈ। ਜਿਹੜੇ ਹੁਣ ਪਾਉਣਾ ਆਹਾਰੀ ਨੇ ਕਹਿੰਦੇ ਹਵਾਈ ਖਾਣੀ ਹੈ, ਸੱਪ ਵਿਚਾਰੇ 6 ਮਹੀਨੇ ਹਵਾਈ ਖਾਣਗੇ। ਹੁਣ ਥੱਲੇ ਕੁਝ ਨਹੀਂ ਆ, ਮਿੱਟੀ ਆ, ਹਵਾ ਮਿੱਟੀ ਚੱਟ ਲੈਣਗੇ ਖੱਡ 'ਚ। ਹੁਣ ਇਹਨਾਂ ਨੂੰ ਹੋਰ ਕੀ ਬਣਨਾ? ਜਿਹੜੇ ਪਾਉਣਾ ਆਹਾਰੀ ਆਪਣੇ ਆਪ ਨੂੰ ਬਣਨਾ ਚਾਹੁੰਦੇ ਨੇ, ਸਮਝੋ ਵਿਚਾਰੇ ਸੱਪ ਨੇ। ਉਹ ਸੱਪ ਦੀ ਜੂਨ ਭੁਜੰਗ ਜਾਣੀਅਤ ਹੈ, ਭੁਜੰਗ ਸੱਪ ਨੂੰ ਕਹਿੰਦੇ। ਜ਼ਹਿਰ ਬੜੀ ਹੁੰਦੀ ਹੈ ਉਹਨਾਂ 'ਚ, ਕ੍ਰੋਧ ਬਹੁਤ ਹੁੰਦਾ। ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ। ਜਿਹੜੇ ਹੁਣ ਘਾਹ ਖਾਣੇ ਵਾਲੇ ਨੇ ਤ੍ਰਿਣ, ਉਹਨਾਂ ਮਾਸ ਨਹੀਂ ਖਾਂਦੇ, ਜਿਹੜੇ ਉਹਨਾਂ ਦੀ ਗੱਲ ਹੈ, ਜਿਹੜੇ ਕਹਿੰਦੇ ਮਾਸ ਨਹੀਂ ਖਾਣਾ। ਤ੍ਰਿਣ ਕੇ ਪਛਈਆ, ਘਾਹ ਫੂਸ ਖਾਣੇ ਵਾਲੇ ਸਾਰੇ ਤ੍ਰਿਣ ਕਿ ਪਛਈਆ ਖਾਣ ਵਾਲੇ ਨੂੰ ਕਹਿੰਦੇ ਨੇ। ਧਨ ਲੋਭ ਕੇ ਤਜਈਆ, ਧਨ ਲੋਭ ਤੋਂ ਤਜਿਆ ਹੋਇਆ ਸਮਝ ਲਓ ਬਈ, ਧਨ ਲੋਭ ਤੋਂ ਪਰੇ ਰਹਿਣਾ, ਤਾਜ ਦੇ ਕੇ ਰੱਖਦੇ ਨੇ।
ਤੇ ਤੋ ਗਊਣ ਕੇ ਜਈਆ ਉਹਦਾ ਗਊ ਦੇ ਜਾਏ ਨੇ ਬੋਲਦ ਗਊਆਂ ਨੇ ਜਾਈਆ ਅੱਗੇ ਕੀ ਹੈ ਬ੍ਰਿਕ ਭਖਿਆ ਮਾਨੀਅਤ ਹੈ ਬ੍ਰਿਕ ਭਖਿਆ ਮਾਨੀਅਤ ਹੈ ਬ੍ਰਿਕ ਭਖਿਆ ਹੁੰਦਾ ਬੋਲਦ ਭਖਿਆ ਮਾਨੀਅਤ ਹੈ ਛੋਟੇ ਨਹੀਂ ਹਨ ਵੱਡੇ ਨੇ ਬੋਲਦ ਗਊਣ ਕੇ ਜਈਆ ਕਿਉਂ ਗਊਆਂ ਨੇ ਜਾਈਆ ਤਾਂ ਹੁਣ ਉਹ ਕਾਫੂਸ ਨਹੀਂ ਨਾ ਕੱਲਾ ਖਾਂਦੇ ਹੋਰ ਉਹਨਾਂ ਨੂੰ ਰਾਸ਼ਨ ਵੀ ਮਿਲਦਾ ਹੈ ਫਲ ਫਰੂਟ ਹੁੰਦੇ ਨਾ ਨਹੀਂ ਬੋਲਦ ਫਿਰ ਉਹ ਦਾਣਾ ਖਾਣ ਲੱਗ ਜਾਂਦੇ ਨੇ ਖਾਣਾ ਵੀ ਖਾਂਦੇ ਖਲ ਵਗੈਰਾ ਹੋਰ ਪਾਉਂਦੇ ਨੇ ਨਾ ਬੜੇਵੇਂ ਵੀ ਪਾਉਂਦੇ ਨੇ ਜਾਂ ਕੰਮ ਲੈਂਦੇ ਨੇ ਪਾਉਂਦੇ ਨੇ ਬ੍ਰਿਕ ਭਖਿਆ ਮਾਨੀਅਤ ਹੈ ਉਹ ਸਮਝ ਲਓ ਬੋਲਦ ਨੇ ਬੋਲਦ ਵਾਂਗੂ ਚੱਲਦੇ ਨੇ ਕਮਾਉਂਦੇ ਨੇ ਵਿਚਾਰੇ ਚੱਲਦੇ ਤਾਂ ਬੋਲਦਾਂ ਵਾਂਗ ਕੰਮ ਕਰਦੇ ਨੇ ਕਾਬੂਸ ਖਾ ਲੈਂਦੇ ਨੇ ਮੇਰੇ ਕੋ ਭਖਿਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਢਈਆ ਦੇਤ ਜਿਹੜੇ ਕਹਿੰਦੇ ਨੇ ਆਕਾਸ਼ ਦੇ ਵਿੱਚ ਉੜਦੇ ਨੇ ਇਹ ਨੇ ਉਹ ਜਿਹੜੇ ਤੁਹਾਡੇ ਜਾਂ ਤਾਂ ਸਿੱਧਾ ਨੂੰ ਕਹਿੰਦੇ ਨੇ ਜਿਹੜੇ ਉੜਦੇ ਉਹ ਲਿਖਿਆ ਹੋਇਆ ਇਹ ਆ ਫਿਰ ਆ ਜਿਹੜੇ ਕਵੀ ਨੇ ਅਡਾਰੀਆਂ ਮਾਰਦੇ ਨੇ ਆਕਾਸ਼ 'ਚ ਕਹਿੰਦੇ ਪੰਛੀ ਸਾਰਾ ਦਿਨ ਉੜਦੇ ਹੀ ਰਹਿੰਦੇ ਨੇ ਬੰਗਲਾ ਬੜਾਲ ਬ੍ਰਿਕ ਧਿਆਨੀ ਠਾਣੀਅਤ ਹੈ ਬੰਗਲਾ ਬੜਾਲ ਇੱਕ ਬੜਾਲ ਬਿੱਲਾ ਬ੍ਰਿਕ ਇੱਕ ਬ੍ਰੇਕ ਹੁੰਦਾ ਹੈ ਬਘਿਆੜ ਇਹ ਤਿੰਨੇ ਹੀ ਬਹੁਤ ਆਪਣੇ ਜਿਹੜੇ ਸ਼ਿਕਾਰ ਦੇ ਉੱਤੇ ਇੱਕ ਨਹੀਂ ਧਿਆਨ ਲਾ ਕੇ ਬਹਿੰਦੇ ਨੇ ਜਾਂ ਅਜੇ ਇਹਨਾਂ ਦੇ ਗੇੜ 'ਚ ਫਿਰ ਜਦੇ ਝਪੜ ਜਾਂਦੇ ਨੇ ਇਹ ਧਿਆਨ ਲਾਉਣੇ ਵਾਲੇ ਹੋਰ ਨੇ ਧਿਆਨੀ ਠਾਣੀਅਤ ਹੈ ਜਿਹੜੇ ਵੱਡੇ ਧਿਆਨੀ ਨੇ ਨਾ ਧਿਆਨ ਲਾਉਂਦੇ ਨੇ ਇਹ ਤਿੰਨੇ ਸ਼ਿਕਾਰੀ ਨੇ ਬੰਗਲੇ ਵਰਗੇ ਬਿੱਲੇ ਵਰਗੇ ਜਾਂ ਬਘਿਆੜ ਵਰਗੇ ਜਿਹੜਾ ਉਹਨਾਂ ਦੇ ਨੇੜੇ ਜਾਂਦਾ ਉਸ ਨੂੰ ਖਾਂਦੇ ਨੇ ਦੂਰ ਵਾਲੇ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਇਹ ਦੇਖਦੇ ਰਹਿੰਦੇ ਨੇ ਵੀ ਕੋਈ ਨੇੜੇ ਆਵੇ ਸ਼ਿਕਾਰ ਜੇਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਜਿੱਤੇ ਵੱਡੇ ਗਿਆਨੀ ਜਿੰਨੇ ਵੱਡੇ ਵੱਡੇ ਗਿਆਨੀ ਹੋਏ ਨੇ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਇਹਨੇ ਜਾਨੀ ਪੈ ਬਖਾਨੀ ਨਾ ਉਹ ਕਹਿੰਦੇ ਨੇ ਅਸੀਂ ਜਾਣ ਲਿਆ ਜੀ ਜਾਣ ਲਿਆ ਰੌਲਾ ਪਾਉਂਦੇ ਨੇ ਨਾ ਬਖਾਨੀ ਨਾ ਹੈ ਬਖਾਨੀ ਨਾ ਹੈ ਦੱਸੀ ਨਹੀਂ ਵੀ ਕੀ ਹੈ ਸੱਚ ਕਹਿੰਦੇ ਨੇ ਜਾਣ ਲਿਆ ਸੱਚ ਦੱਸਿਆ ਨਹੀਂ ਜੇ ਉਹਨਾਂ ਨੇ ਐਸੇ ਨਾ ਪ੍ਰਪੰਚ ਮਨ ਭੂਲਿਆ ਨੀਅਤ ਹੈ ਉਹ ਪਰਪੰਚੀ ਨੇ ਬਹੁਤ ਵੱਡੇ ਤੂੰ ਐਸਾ ਪ੍ਰਪੰਚ ਨਹੀਂ ਕਰਨਾ ਤੈਂ ਸਭ ਕੁ ਕਹਿ ਦੇਣਾ ਚਾਹੇ ਕਿਸੇ ਦੇ ਗਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਜਿਹੜੇ ਵੱਡੇ ਵੱਡੇ ਗਿਆਨੀ ਹੋਏ ਨੇ ਦੱਸਿਆ ਨਹੀਂ ਉਹਨਾਂ ਨੇ ਕੁਝ ਅਸਲ 'ਚ ਗਿਆਨੀ ਹੋਏ ਨਹੀਂ ਪਰਪੰਚੀ ਸੀ ਉਹ ਇਸ਼ਾਰਾ ਹੁਣ ਦੇ ਜਿਹੜੇ ਸਾਡੇ ਸੰਤ ਮਹਾਂਪੁਰਸ਼ ਨੇ ਉਹਨਾਂ ਵੱਲ ਜਿਨ੍ਹਾਂ ਨੂੰ ਮਹਾਂਪੁਰਖ ਕਹਿੰਦੇ ਨੇ ਐਸੇ ਚ ਆ ਕੇ ਮਾਰੇ ਗਏ ਸਾਰੇ ਸਿੱਖਾਂ ਦੇ ਜੇਤੇ ਵੱਡੇ ਗਿਆਨੀ ਉਹ ਪਹਿਲੇ ਸੀ ਇਹ ਹੁਣ ਵਾਲੇ ਸਾਡੇ ਨੇ ਜਿੰਨੇ ਵੱਡੇ ਵੱਡੇ ਗਿਆਨੀ ਹੋਏ ਨੇ ਉਹਨਾਂ ਨੇ ਗੱਲਾਂ ਦੱਸੀਆਂ ਕਿਉਂ ਨਹੀਂ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਜੇ ਜਾਣ ਲਈ ਉਹਨਾਂ ਨੇ ਤਾਂ ਕਹੀ ਕਿਉਂ ਨਹੀਂ ਜੇ ਨਹੀਂ ਕਹੀ ਤਾਂ ਉਹ ਪਰਪੰਚੀ ਸੀ ਕਿਉਂ ਨਹੀਂ ਕਹੀ ਬੰਚੀ ਨਹੀਂ ਜੇ ਸੱਚ ਵੀ ਨਹੀਂ ਜਾਣਿਆ ਝੂਠ ਤਾਂ ਜਾਣ ਲਿਆ ਸੀ ਨਾ ਚਲੋ ਸੱਚ ਨਾ ਜਾਣਿਆ ਝੂਠ ਤਾਂ ਜਾਣਿਆ ਸੀ ਝੂਠ ਨੂੰ ਝੂਠ ਕਿਉਂ ਨਹੀਂ ਕਿਹਾ ਜਿਹੜੇ ਹੁਣ ਸੰਤ ਨੇ ਉਹ ਝੂਠ ਨੂੰ ਝੂਠ ਕਿਉਂ ਨਹੀਂ ਕਹਿੰਦੇ ਜੇ ਝੂਠ ਨੂੰ ਝੂਠ ਨਹੀਂ ਕਹਿੰਦੇ ਉਹ ਧੋਖਾ ਕਰ ਰਹੇ ਨੇ ਸੰਗਤ ਨਾਲ ਕਿਉਂ ਕਰ ਰਹੇ ਨੇ ਧੋਖਾ ਉਹ ਕਬੀਰ ਦਾ ਸ਼ਬਦ ਹੈ ਘੁੱਗਟ ਵਾਲਾ ਉਹਨਾਂ ਨੇ ਘੁੱਟ ਕੱਢ ਲਿਆ ਬੁਰਾਈਆਂ ਤੋਂ ਵੀ ਆਪਾਂ ਨੇ ਕੀ ਲੈਣਾ ਇੱਕ ਤਾਂ ਇਹ ਸੱਚ ਕਹਾਂਗੇ ਭਾਂਬੜ ਬਚੂਗਾ ਜਾਂ ਤਾਂ ਭਾਂਬੜ ਤੋਂ ਡਰ ਗਏ 12 ਮਿੰਟ ਬੱਲੇ ਵਾਂਗੂ ਜਾਂ ਤਾਂ ਸੱਚ ਕਹਿਣ ਤੋਂ ਡਰ ਗਏ ਭਾਂਬੜ ਤੋਂ ਜੇ ਡਰ ਗਿਆ ਮਰ ਗਿਆ ਤੇ ਫਿਰ ਉਹ ਸਿੱਖ ਕਾਹਦਾ ਰਹਿ ਗਿਆ ਜਿਹਦੇ ਅੰਦਰ ਭਾਇਆ ਉਹ ਸਿੱਖ ਨਹੀਂ ਹੈ ਜਿਹਦੇ ਅੰਦਰ ਭਾਇਆ ਇਹ ਉਹਨਾਂ ਨੇ ਤਾਂ ਫਿਰ ਮਨ ਕਬੂਲ ਨਹੀਂ ਸੀ ਕੀਤਾ ਕਹਿੰਦੇ ਅਸੀਂ ਮਹਾਂਪੁਰਸ਼ਾਂ ਮਨ ਤੁਸੀਂ ਕਬੂਲ ਨਹੀਂ ਕੀਤਾ ਤੁਸੀਂ ਪਰਪੰਚੀ ਨੇ ਹੋਰ ਕੀ ਸੀਗੇ ਜਿਹੜਾ ਅੱਜ ਥੇ ਮੇਰੇ ਮੂੰਹ ਤੇ ਨਿਕਲਦਾ ਰਿਹਾ ਕੁਦਰਤੀ ਵੀ ਉਹਨੂੰ ਦੇ ਪੱਠੇ ਸੀ ਇਹ ਮੈਂ ਨਹੀਂ ਕੱਢਿਆ ਨਿਕਲ ਜਾਂਦਾ ਹੈ ਮੂੰਹ ਤੋਂ ਕੀ ਕਰੀਏ ਉਹਨਾਂ ਨੇ ਨੁਕਸਾਨ ਬੜਾ ਕੀਤਾ ਆਹ ਗੱਲ ਪਰਪੰਚੀ ਸੀ ਗੁਰੂ ਸਾਹਿਬ ਕਹਿ ਰਹੇ ਇਹ ਗੱਲ ਐਸੇ ਨਾ ਸਾਰੇ ਪਰਪੰਚੀ ਸੀ ਇਹ ਇਹਨਾਂ ਦੇ ਚੇਲਿਆਂ ਨੂੰ ਦੇਖੋ ਜਾ ਕੇ ਕੀ ਕਰਦੇ ਨੇ ਉਹੀ ਦੱਸਿਆ ਸੀ ਇਹਨਾਂ ਨੇ ਉਪਰੋਕਤ ਜਿਹੜੀਆਂ ਕੈਟਾਗਰੀਆਂ ਗਿਣੀਆਂ ਉਹ ਜਿਹੜੇ ਗਿਆਨੀ ਹੋਏ ਨੇ ਜਿਹਨਾਂ ਡੇਰੇ ਬਣਾਈ ਬੈਠੇ ਜਿਹਨਾਂ ਦੇ ਨਾਂ ਤੇ ਹੁਣ ਜਿਹਨੂੰ ਬ੍ਰਹਮ ਗਿਆਨੀ ਲਿਖਦੇ ਨੇ ਉਹਨਾਂ ਦੇ ਚੇਲੇ ਕਰਦੇ ਕੀ ਨੇ ਇਹ ਗੱਲਾਂ ਕਿਉਂ ਨਹੀਂ ਦੱਸੀਆਂ ਉਹਨਾਂ ਨੇ ਦੱਸੋ ਕੀ ਔਖਾ ਸੀ ਇਹ ਜੇ ਨਹੀਂ ਦੱਸਿਆ ਤਾਂ ਜੜਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜੁੜੀਆਂ ਹੋਈਆਂ ਸੀ ਹੋਰ ਕਿਤੇ ਅਸਲ 'ਚ ਗੱਲ ਕੀ ਸੀ ਉਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਸੀ
ਉਹਨਾਂ ਨੇ ਕਿਹਾ ਜੇ ਅਸੀਂ ਕਿਸੇ ਨੂੰ ਕਹਿੰਦਾ ਸਾਡੀ ਪੱਟੀ ਬੋਲ ਦੇਣਗੇ। ਕੋਗੜ ਕੱਢੇ ਕੀ ਇਹ ਵਡਾਈ ਉਹ ਕਹਿੰਦੇ ਨੇ ਨਾ 10 दिन 5 ਬਹੂ ਭਲੀ ਆਈ। 10 दिन 4 बहु पली आई। 10 दिन 5 ਜਿਹੜੇ 4 ਦਿਨ ਉਹਨਾਂ ਨੇ ਕੱਟਣੇ ਨੇ ਜ਼ਿੰਦਗੀ ਦੇ ਉਹਨਾਂ ਨੂੰ ਲੋਕ ਭਲਾ ਭਲਾ ਕਹਿਣਗੇ ਸਾਰੇ ਬੜਾ ਮਹਾਂਪੁਰਸ਼ ਹੈ ਜੀ ਬੜੇ ਸੰਤ ਚੰਗੇ ਸੀ। ਆਪਣੀ ਵਡਿਆਈ ਵਾਸਤੇ ਉਹਨਾਂ ਨੇ ਇਹ ਗੱਲਾਂ ਨਹੀਂ ਕਹੀਆਂ। ਆਪਣੀ ਸੋਭਾ ਖੱਟਣ ਖਾਤਰ ਝੂਠੀ ਇਹ ਗੱਲਾਂ ਕਿਸੇ ਨੂੰ ਨਹੀਂ ਕਹੀਆਂ। ਚੱਲ ਆਪਾਂ ਨੇ ਕੀ ਲੈਣਾ ਕੋਈ ਕੁਛ ਕਰੇ। ਇਹਨਾਂ ਗੱਲਾਂ ਦੇ ਪਰਦਾ ਪਾਤਾ। ਇਹਨਾਂ ਗੱਲਾਂ ਤੇ ਪਰਦਾ ਪਾ ਲਿਆ। ਆਪਣੇ ਪੱਲੇ ਕੀ ਹੈ ਉਹ ਕਹਿੰਦੇ ਜਦੋਂ ਤੂੰ ਜਾਏਗਾ ਨਾ ਫਿਰ ਇਹ ਪੜਦਾ ਤੇਰੇ ਔਰ ਸੱਚ ਦੇ ਵਿਚਾਲੇ ਆ ਗਿਆ। ਹੁਣ ਤਾਂ ਸੱਚ ਨਹੀਂ ਬੋਲਿਆ ਜੇ ਅਪਰਾਧੀ ਹੋ ਗਿਆ। ਅਪਰਾਧ ਹੈ ਇਹ। ਸੰਤ ਕੌਣ ਹੁੰਦਾ ਹੈ? ਕਬੀਰ ਕਹਿੰਦਾ ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ। ਸੰਤ ਤੇ ਹਰੇਕ ਸੰਤ ਤੇ ਲਾਗੂ ਹੈ ਗੱਲ। ਜਿਹੜਾ ਆਪਣੇ ਆਪ ਨੂੰ ਸਿੱਖ ਬ੍ਰਹਮ ਗਿਆਨੀ ਕਹਾਉਂਦਾ ਤੇ ਸਾਰਿਆਂ ਤੇ ਲਾਗੂ ਹੈ ਗੱਲ। ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ। ਮੇਰੀ ਇਹ ਡਿਊਟੀ ਹੈ ਭਾਈ। ਕੁਤਵਾਲ ਤਨਖਾਹ ਲੈਂਦਾ ਡਿਊਟੀ ਹੈ ਉਹਦੀ। ਹੁੰਦੀ ਹੋਵੇ ਚੋਰੀ ਉਹ ਪਿੱਠ ਕਰਕੇ ਲੰਘ ਜਵੇ ਇਹ ਦੱਸੇ ਨਾ ਜਾ ਕੇ। ਅਪਰਾਧੀ ਦਾ ਬਿਠਾਣਦਾਰ ਡਕੈਤੀ ਹੁੰਦੀ ਹੋਵੇ ਉਹ ਪਰੇ ਲੰਘ ਜਵੇ। ਡਕੈਤਾਂ ਦਾ ਪਤਾ ਹੋਵੇ ਫੜੂ ਕੌਣ ਡਕੈਤਾਂ ਨੂੰ? ਤੂੰ ਨਹੀਂ ਫੜੇਗਾ ਕੌਣ ਫੜੂ? ਤੇਰੀ ਡਿਊਟੀ ਹੈ। ਜੇ ਉਹਨਾਂ ਨੇ ਡਿਊਟੀ ਨਹੀਂ ਕੀਤੀ ਅਪਰਾਧੀ ਨੇ ਫਿਰ ਇਹ ਆਪ ਡਕੈਤ ਤੇ ਡਕੈਤਾਂ ਨਾਲ ਲੜੇ ਹੋਏ ਸੀ। ਆਪ ਡਕੈਤ ਤੇ ਉਹ ਨਹੀਂ ਸੀ ਸੰਤ ਡਕੈਤ ਸੀ ਉਹ ਚੋਰ ਸੀ ਉਹ ਸਾਰੇ। ਜੇ ਉਹਨਾਂ ਨੇ ਕਿਹਾ ਅਸੀਂ ਕਹਿੰਦੀ ਚੋਰੀ ਕਰਦੀ ਉਹਨਾਂ ਦੀਆਂ ਚੋਰੀਆਂ ਨੰਗੀਆਂ ਹੋ ਜਾਂਦੀਆਂ। ਚੋਰ ਬਸੇਰੇ ਭਾਈ ਹੁੰਦੇ ਨੇ। ਯੂਪੀ ਦੀ ਗੱਲ ਹੈ ਜਿਹੜੇ ਲੋਕ ਚੋਰੀ ਕਰਦੇ ਨੇ ਇੱਕ ਦੂਏ ਦੀ ਚੋਰੀ ਨਹੀਂ ਦੱਸਦੇ ਹੁੰਦੇ। ਪਤਾ ਉਹਨਾਂ ਨੂੰ ਹੁੰਦਾ ਉਹਨੇ ਕਿਹਾ ਮੈਂ ਕੀਤੀਆਂ ਨੇ ਮੇਰੀਆਂ ਦੱਸ ਦੂ। ਇਹ ਸਭ ਚੋਰ ਸੀ ਤਾਂ ਚੋਰੀਆਂ ਉਹਨਾਂ ਨੇ ਨਹੀਂ ਦੱਸੀਆਂ ਤਾਂ ਚੋਰਾਂ ਦੀ ਲਿਹਾਜ਼ ਕੀਤੀ ਹੈ। ਦਸਮ ਪਾਤਸ਼ਾਹ ਕਹਿੰਦੇ ਨੇ ਵੀ ਤੁਸੀਂ ਪ੍ਰਪੰਚ ਸਿੱਖੋ ਨਾ ਕਰਿਓ। ਇਹ मन भूला नियत है। ਇਹ ਭੁੱਲ ਕੇ ਵੀ ਨਾ ਕਹੋ ਜਿਹਦੀ ਚੋਰੀ ਹੈ ਸਪਸ਼ਟ ਕਹਿ ਦਿਓ। ਜਿਹੜਾ ਘੁੱਗੂ ਹੈ ਉਹਨੂੰ ਘੁੱਗੂ ਕਹਿ ਦਿਓ। ਜਿਹੜਾ ਗਧਾ ਉਹਨੂੰ ਗਧਾ ਕਹਿ ਦਿਓ। ਉਹ ਭੂਤਧਾਰੀ ਨੂੰ ਐ ਬਾਣੀ ਨੂੰ ਮੇਰੀ ਨੂੰ ਐ ਐਲਾਨ ਹੋ ਕੇ ਪੜਿਓ। ਉੱਚੀ ਆਵਾਜ਼ ਨਾਲ ਪੜਿਓ। ਜੇ ਉੱਚੀ ਪੜੋਗੇ ਇਹਨੂੰ ਆ ਪੜ ਰਹੇ ਤੇ ਭਾਂਬੜੇ ਨੇ ਬਚਾਇਆ। ਖਾਲਸਾ ਪੜਦਾ ਹੁੰਦਾ ਸੀ ਘੁੱਗੂ ਮਲਹਾਰੀ गज गधा विभूत धारी। ਗਜ ਗਧਾ ਵਿਭੂਤ ਧਾਰੀ। गिदुआ ਹੁਣ मसान ਵਿਭੂਤ ਧਾਰੀ ਨੂੰ ਗਧਾ ਕਹਿਤਾ ਉਹ ਤਾਂ ਮੱਚ ਜੂ। ਇੱਕ ਤਾਂ ਪਬਲਿਕ ਨੂੰ ਪਤਾ ਲੱਗਦਾ ਕਦ ਗਧਾ ਵਿਭੂਤ ਧਾਰੀ ਕਹਿਤਾ ਵਿਭੂਤ ਧਾਰੀ ਮੱਚ ਜਾਣਗੇ। ਵੀ ਐ ਬੰਦ ਕਰੋ ਇਹਨਾਂ ਨੂੰ ਵਿਭੂਤੀ ਲੱਭਣ ਤੇ। ਇਹ ਜਦ ਪ੍ਰਚਾਰ ਹੋਇਆ ਸਾਰੇ ਪਾਪੜ ਮਚ ਗਿਆ। ਇਹ ਪਾਪੜ ਦਾ ਕਾਰਨ ਸੀ ਦਸਾਂ ਪਹਿਲੇ 9 ਗੁਰੂਆਂ ਵੇਲੇ ਨਹੀਂ ਪਾਪੜ ਮਚਿਆ। ਇਹ ਦਸਮ ਪਾਤਸ਼ਾਹ ਵੇਲੇ ਪਾਪੜ ਕਿਉਂ ਮਚਿਆ? ਆ ਮਚਾਇਆ ਇਹਨਾਂ ਗੱਲਾਂ ਨੇ ਪਾਪੜ ਜਿਹਨੂੰ ਕਹਿੰਦੇ ਨੇ ਅਸੀਂ ਪੜ੍ਹਨੀ ਨਹੀਂ। ਕਿ ਜਿਨ੍ਹਾਂ ਨੇ ਰਾਜ ਲੈਣਾ ਉਹ ਕਹਿੰਦੇ ਪੜ੍ਹਨਗੇ। ਉਹਨਾਂ ਨੂੰ ਸਿੱਖੀ ਛੱਡਣੀ ਮਨਜ਼ੂਰ ਹੈ। ਉਹਨਾਂ ਨੂੰ ਪਾਪੜ ਮਚਾਉਣਾ ਮਨਜ਼ੂਰ ਨਹੀਂ ਹੈ। ਉਹਨਾਂ ਨੇ ਸਿੱਖੀ ਤੇ ਕੀ ਲੈਣਾ? ਇਹ ਤਾਂ ਰਣਜੀਤ ਸਿੰਘ ਵੇਲੇ ਹੀ ਹੋਣੀ ਸੀ ਗੱਲ। ਇਹਨੂੰ ਬੰਦ ਕਰੋ ਇਹਦਾ ਨਾ ਪ੍ਰਚਾਰ ਕਰੋ। ਉਹ ਦੂਏ ਇਹ ਤੋਂ ਹੀ ਖਿਲਾਫ ਸੀ ਸਾਰੇ। ਉਹ ਜਿਹੜੇ ਰਣਜੀਤ ਸਿੰਘ ਵੇਲੇ ਦੇ ਖਿਲਾਫ ਤੋਂ ਹੀ ਹੋਈ ਆ ਉਹ ਹੁਣ ਤੇ ਹੀ ਸੁਣਦੀ ਆ। ਉਹਨਾਂ ਦੇ ਏਜੰਟ ਨੇ ਹੋਰ ਪੈਦਾ ਹੋ ਜਾਂਦੇ ਨੇ ਹੁੰਦੇ ਰਹਿੰਦੇ ਨੇ ਪੈਦਾ। ਕੁਛ ਮੂਰਖ ਨੇ ਵਿੱਚ ਕੁਛ ਅਖਬਾਰ ਚਲਾਉਣੇ ਵਾਲੇ ਨੇ ਵੀ ਸਾਡਾ ਕੋਈ ਨਾ ਕੋਈ ਕੰਟਰੋਵਰਸੀ ਚੱਲਦੀ ਰਹੇ ਅਖਬਾਰ ਚੱਲਦਾ ਰਹੇ। ਉਹਨਾਂ ਦਾ ਇੰਨਾ ਹੀ ਮਤਲਬ ਹੁਣ ਜਾਣਾ ਨਹੀਂ ਹੋਊਗਾ ਉਹਨਾਂ ਦਾ ਵੀ ਕੋਈ ਨਾ ਕੋਈ ਇਹੋ ਜਿਹੀ ਗੱਲ ਛਿੜਦੀ ਰਹੇ ਸਿਆਪਾ ਛਿੜਦਾ ਰਹੇ। ਉਹ ਕੰਟਰੋਵਰਸੀ ਚ ਅਖਬਾਰ ਵਿਕਦਾ ਰਹੇ। ਉਹ ਜ਼ਿਆਦਾ ਕੁਛ ਨਹੀਂ ਉਹਨਾਂ ਦਾ। ਉਹਨਾਂ ਨੇ ਕੀ ਲੈਣਾ ਸਿੱਖੀ ਤੇ? ਸਿੱਖੀ ਦੇ ਨਹੀਂ ਉਹਨਾਂ ਦਾ ਮਤਲਬ ਹੁੰਦਾ ਇਹੋ ਜਿਹੇ ਲੋਕਾਂ ਦਾ। ਉਹਨਾਂ ਨੇ ਸਿੱਖੀ ਤੇ ਲੈਣਾ ਕੀ ਹੈ? ਸਿੱਖੀ ਦਾ ਉਹਨਾਂ ਦੇ 100 ਕੋ ਨੇੜੇ ਨਹੀਂ ਹੈ ਨਾ ਰਹੇ। ਸਿੱਖ ਕੋਈ ਹੈ ਵੀ ਉਹਦੇ ਨਾਲ ਹਰੇਕ ਵੱਜਦਾ ਉਹ ਤੋਂ ਸਿੱਖ ਹੈ ਜਿਹੜਾ। ਹਾਂ ਉਹ ਉਹਦੇ ਨੇੜੇ ਨੂੰ ਆਊਗਾ ਜਿਹੜਾ ਖਰੀਦਿਆ ਗਿਆ ਕੋਈ ਕਿਸੇ ਦੀ ਏਜੰਟੀ ਜਿਹਨੇ ਕਬੂਲ ਕਰ ਲਈ
ਇਹਨੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਨਾ ਮੰਨੋ ਜੀ, ਫਲਾਣਾ ਨਾ ਮੰਨੇ, ਸਾਨਾ ਨਾ ਮੰਨੇ, ਸਾਨਾ ਵੀ ਪੇਸ਼ ਹੋ ਗਿਆ, ਜਾ ਕੇ ਸਾਰੇ ਪੇਸ਼ ਹੋ ਜਾਂਦੇ ਨੇ ਅਕਾਲ ਤਖਤ ਤੇ। ਇਹਦੇ ਕਹੇ ਤਾਂ ਕੌਣ ਮੰਨ ਲੂਗਾ? ਮੂਰਖ ਦੇ, ਇਹ ਤਾਂ ਮੂਰਖ ਹੈ। ਹੁਣ ਕਹਿੰਦਾ ਮੈਂ ਇਕੱਲਾ ਰਹਿ ਗਿਆ, ਤੂੰ ਇਕੱਲਾ ਨਹੀਂ ਰਹੇਗਾ ਤਾਂ ਇਕੱਲੇ ਨੇ ਵੀ ਨਹੀਂ ਰਹਿਣਾ, ਇਕੱਲੇ ਨੇ ਵੀ ਨਹੀਂ ਰਹਿਣਾ। ਦੇਖਦਾ ਸਹੀ आगे आगे देखिए होता है क्या। ये सब कुछ जो सच है, ये सच से जानबूझ के पर्दा पाया गया। ये सीधा सच है, सीधा। आदि गुरु ग्रंथ साहिब दी बाणी सच तो है, वो बहुत असिधे तौर पर कहा होया है। वो बहुत होर तरीके ना कहा है, पोलाइट तरीके ना कहा है गल। इस वेले इन्होंने सीधे तरीके नाल गल की हुई तां कीती गल। नौवें पातशाह नूं शहीदी दवाती, इन्होंने शहीद तक करवाता। ये कह के भी असीं सारे हिंदू हुण नहीं रहे, सिख हो गए तुहाडे। तुसीं जाके दिल्ली सरकार नूं ये कहो भी साडी रखिया करो, धर्म बचाओ साडा। उन्होंने कहा ठीक है, तुसीं जाके कह दो भी साडा गुरु है, उन्होंने तुसीं मुसलमान बना लो, असीं सारे बन जाएंगे। नौवें पातशाह के करते, उन्होंने शहीदी भी देती, ये फिर मुक्कर गए सारे। ये सारे जिहड़े खिलाफ ने सारे इकट्ठे हो गए भी आपां ने की लेना। सरकार ने कहता तुहानूं असीं कुछ नहीं कहते, पर तुसीं सिख ना बनो। किरपा रब तो बिना सारे पिछे हट गए। ਤਾਂ ਲਏ ਨੇ ਫਿਰ ਉਹਨਾਂ ਨੇ ਦੂਏ ਲੋੜੇ ਧਰਕੇ ਲਏ। ਫਿਰ ਸਿੱਧੇ ਉਹ ਕਹਿੰਦੇ ਵੀ ਹੁਣ ਸਿੱਧੇ ਚੱਲਣ ਦੋ। ਛੱਤੀ ਮਰੇ ਦੀ ਹਾਂ ਫਿਰ ਕਹਿੰਦੇ ਹੁਣ ਨਹੀਂ ਇਹਨਾਂ ਨਾਲ ਲਿਹਾਜ਼ ਕਰਨੀ। ਫਿਰ ਲਿਹਾਜ਼ ਨਹੀਂ ਕੀਤੀ ਕਿਸੇ ਨਾਲ। ਐਸੇ ਨਾ ਪ੍ਰਪੰਚ ਮਨ ਭੂਲ ਆਉਣੀਆਂ ਤਾਂ ਹਨ। ਐਸੇ ਪ੍ਰਪੰਚ ਹੈ ਮਨ ਮੇਰੇ, ਐਸਾ ਪ੍ਰਪੰਚ ਭੁੱਲ ਗਏ ਵੀ ਤੇਰੇ ਨਹੀਂ ਆਉਣਾ ਚਾਹੀਦਾ। ਜੋ ਤਾਂ ਦੇਖ ਲਿਆ ਉਹ ਕਹਿ ਦੇਣਾ, ਸੱਚ ਬੋਲ ਦੇਣਾ। ਪਾਪੜ ਜੋ ਵੱਜਦਾ ਬੱਚੀ ਜਾਣ ਦੇ, ਜਿਹੜਾ ਪਾਪੜ ਵੱਜਦਾ ਨੂੰ ਬਚ ਲੈਣ ਦੇ। ਜੇ ਕੋਈ ਕਹੇ ਸਾਡੇ ਸੀਗੇ ਜਿਹੜੇ ਆ ਪਿੱਛੇ ਰੌਲਾ ਪਾਉਂਦੇ ਸੀ ਨਾ, ਅਸੀਂ ਸਾਬਤ ਕਰ ਦਾਂਗੇ। ਸਾਬਤ ਕਰਨ ਦੀ ਗੁੰਜਾਇਸ਼ ਹੈ ਸਾਡੇ ਕੋਲ, ਗੁਰਬਾਣੀ ਸਾਡੇ ਕੋਲ ਪਈ ਹੈ, ਇੰਨੀ ਬੁੱਧੀ ਵੀ ਹੈਗੀ ਉਹਦੀ ਦਿੱਤੀ ਹੋਈ। ਅਸੀਂ ਸਾਬਤ ਕਰ ਦਾਂਗੇ। ਜਿਹਨੂੰ ਤੁਸੀਂ ਮਹਾਂਪੁਰਖ ਕਹਿੰਦੇ ਹੋ, ਉਹ ਮਹਾਂਪੁਰਖ ਥੇ ਹੀ ਨਹੀਂ। ਤੁਸੀਂ ਕਿਸ ਗਰਾਊਂਡ ਤੇ ਕਹਿੰਦੇ ਹੋ? ਦੱਸੋ ਮਹਾਂਪੁਰਖ ਗਰਾਊਂਡ ਦੱਸੋ ਤੁਹਾਡੇ ਕੋਲ ਕੀ ਹੈ। ਲਿਆਓ ਤੁਹਾਡੇ ਕੋਲ ਜਿਹੜਾ ਗਿਆਨ ਦਿੱਤਾ ਉਹਨੂੰ ਦੱਸੋ ਕੀ ਸੀ ਉਹਨਾਂ ਕੋਲ। ਉਹ ਪਰਪੰਚ ਤੁਸੀਂ ਹੁਣ ਬਣਾਈ ਬੈਠੇ ਹੋ। ਹੁਣ ਵੀ ਤਾਂ ਤੁਹਾਡੇ ਕੋਲ ਪਰਪੰਚ ਹੈ, ਹੋਰ ਕੀ ਹੈ। ਇਹ ਪਰਪੰਚ ਉੱਥੋਂ ਹੀ ਆਇਆ ਹੋਇਆ। ਜਿਹੜਾ ਪਰਪੰਚ ਤੁਹਾਡੇ ਕੋਲ ਆ ਉੱਥੋਂ ਹੀ ਆਇਆ ਹੋਇਆ। ਨਹੀਂ ਤਾਂ ਉਹ ਸਿੱਖਿਆ ਤੁਹਾਡੇ ਕੋਲ ਦੱਸੋ, ਜਿਹੜੀ ਸਿੱਖਿਆ ਤੁਹਾਨੂੰ ਦਿੱਤਾ ਕੀ ਉਹਨਾਂ ਨੂੰ ਦੱਸੋ ਕੀ ਦਿੱਤਾ। ਜੋ ਤੁਹਾਨੂੰ ਦਿੱਤਾ ਗੁਰਮਤਿ ਨਾਲ ਮੇਲ ਨਹੀਂ ਖਾਂਦਾ, ਜੋ ਤੁਹਾਨੂੰ ਦਿੱਤਾ ਗੁਰਮਤਿ ਨਾਲ ਮੇਲ ਨਹੀਂ ਖਾਂਦਾ।